इधर आ गया फोन बंद। हाँ जी वीर जी, ਆਪਾਂ यूनियन ਲੈਜਿਸਲੇਚਰ ਦੀ ਗੱਲ ਕਰਦੇ ਪਏ ਸੀ। यूनियन ਲੈਜਿਸਲੇਚਰ ਦੇ ਵਿੱਚ ਆਪਾਂ ਕੱਲ ਪ੍ਰੋਸੀਜਰ ਦੇ ਬਾਰੇ ਪੜ੍ਹਿਆ ਸੀਗਾ ਵੀ ਕੀ ਕੁਛ ਹੁੰਦਾ ਜਦੋਂ ਇੱਕ ਬਿੱਲ ਕਿਸੇ ਵੀ ਹਾਊਸ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਨਾ, ਕਿਵੇਂ ਕਿਵੇਂ ਉਹ ਬਿੱਲ ਕਿਹੜੀਆਂ ਕਿਹੜੀਆਂ ਹਾਲਾਤਾਂ 'ਚ ਕਿਹੜੀਆਂ ਕਿਹੜੀਆਂ ਸਥਿਤੀਆਂ 'ਚੋਂ ਨਿਕਲ ਕੇ ਕੀ ਬਣਦਾ, ਕਾਨੂੰਨ ਬਣਦਾ, ਉਹਦੇ ਬਾਰੇ ਆਪਾਂ ਕੱਲ ਗੱਲਬਾਤ ਕੀਤੀ। ਸੋ ਅੱਜ ਆਪਾਂ ਜਿਹੜੀ ਟੌਪਿਕ ਸ਼ੁਰੂ ਕਰਨਾ ਇੰਪੋਰਟੈਂਟ ਪਾਰਲੀਮੈਂਟਰੀ ਟਰਮਸ ਬਾਰੇ ਸ਼ੁਰੂ ਕਰਨਾ। ਇੰਪੋਰਟੈਂਟ ਪਾਰਲੀਮੈਂਟਰੀ ਟਰਮਸ ਦੇ ਵਿੱਚ ਵੀ ਕੀ ਕੁਛ ਹਨਾ, ਵੀ ਕੁਛ ਕੁ ਟੈਕਨੀਕਲ ਟਰਮਸ ਜਿਹੀਆਂ ਵੀ ਜਿਹੜੇ ਉਹਨਾਂ ਨੇ ਨਾਂ ਰੱਖੇ ਹੋਏ ਆ ਪਾਰਲੀਮੈਂਟ ਦੇ ਸਪੈਸ਼ਲ ਜੇ ਨਾਂ ਚੀਜ਼ਾਂ ਦੇ, ਉਹ ਆਪਾਂ ਇਹ ਵੇਖਣਾ ਹੈ ਵੀ ਕਿਹੜੀ ਚੀਜ਼ ਨੂੰ ਕੀ ਕਹਿੰਦੇ ਆ, ਉਹ ਚੀਜ਼ ਆਪਾਂ ਯਾਦ ਰੱਖਣੀ ਹੈ। ਠੀਕ ਹੈ। ਸੋ ਸਾਰਿਆਂ ਤੋਂ ਪਹਿਲਾਂ ਜਿਹੜੀ ਟਰਮ ਆਉਂਦੀ ਹੈ ਕੋਰਮ। ਕੋਰਮ ਬਾਰੇ ਤਾਂ ਤੁਹਾਨੂੰ ਦੱਸਿਆ ਹੀ ਹੈ। ਕੋਰਮ ਕੀ ਹੁੰਦਾ? कोरम चार पार्ट ਹੁੰਦੇ ਬਈ। ਕੋਰਮ ਦੇ 4 ਪਾਰਟ ਹੁੰਦੇ। ਅੱਛਾ, ਕਿਹੜੇ ਕਿਹੜੇ? ਉਹ 1/10 ਹਿੱਸੇ ਹੁੰਦਾ ਸਾਰੀ। ਠੀਕ ਹੈ। ਕੋਰਮ ਕੀ ਹੁੰਦਾ? ਕੋਰਮ ਉਹ ਮਿਨੀਮਮ ਨੰਬਰ ਆਫ ਬੰਦੇ ਹੁੰਦੇ ਆ, ਮਿਨੀਮਮ ਨੰਬਰ ਆਫ ਐਮਪੀਜ਼ ਹੁੰਦੇ ਆ ਜਿਹੜੇ ਆਉਣੇ ਜ਼ਰੂਰੀ ਆ ਸੈਸ਼ਨ ਚੱਲਣ ਵਾਸਤੇ। ਜਿਵੇਂ ਆਪਾਂ ਤੁਹਾਨੂੰ ਇੱਕ ਪਹਿਲਾਂ ਉਦਾਹਰਨ ਦਿੰਦਾ ਛੋਟੀ ਜਿਹੀ, ਵੀ ਜਿਵੇਂ ਮੰਨ ਕੇ ਚੱਲੋ ਆਪਾਂ ਸਕੂਲ ਜਾਂਦੇ ਹੁੰਦੇ ਸੀ ਹਨਾ, ਜਿੱਦਣ ਮੀਂਹ ਆ ਜਾਂਦਾ ਸੀਗਾ ਉਦਣ ਕਲਾਸ 'ਚ ਜਾਣੇ ਕਿੰਨੇ ਆਉਂਦੇ ਹੁੰਦੇ ਸੀ? 2 ਜਾਂ 3। 50 ਜਾਣੇ ਦੀ ਕਲਾਸ ਹੁੰਦੀ ਸੀ, ਮੀਂਹ ਵਾਲੇ ਦਿਨ ਆਉਂਦੇ ਹੁੰਦੇ ਸੀ 2 ਜਾਂ 3। ਉਦਣ ਟੀਚਰ ਕੀ ਕਹਿੰਦਾ ਹੁੰਦਾ ਸੀ? ਜਾਂ ਤਾਂ ਕਹਿੰਦਾ ਹੁੰਦਾ ਤੁਸੀਂ ਖੇਡ ਲਓ ਯਾਰ, ਜਾਂ ਕੀ ਕਹਿੰਦਾ ਹੁੰਦਾ ਸੀ ਛੁੱਟੀ। ਉਹੀ ਗੱਲਾਂ ਵੀ ਉਧਰ ਕਲਾਸ ਨਹੀਂ ਲੱਗਦੀ ਹੁੰਦੀ ਸੀ, ਕਾਰਨ ਹੁਣ 2 ਬੰਦੇ ਨਾਲ ਕੀ ਕਲਾਸ ਲੱਗੀ। ਠੀਕ ਆ। ਉਵੇਂ ਵੀ ਹੁਣ 545 ਮੈਂਬਰ ਆ ਲੋਕ ਸਭਾ ਦੇ ਵਿੱਚ, ਜੇ ਉਹਦੇ ਚੋਂ ਮੰਨ ਕੇ ਚਲੋ 50 ਮੈਂਬਰ ਵੀ ਨਾ ਆਉਣਗੇ ਉਹ ਸੈਸ਼ਨ ਕਿਵੇਂ ਚੱਲੂਗਾ? ਸੋ ਫਿਰ ਸਪੀਕਰ ਕਹਿੰਦਾ ਚਲੋ ਜੀ ਬਸ ਠੀਕ ਆ। ਠੀਕ ਹੈ। ਸੋ ਕੋਰਮ ਕੀ ਹੈ? ਉਹ ਮਿਨੀਮਮ ਐਮਪੀ ਹੁੰਦੇ ਆ ਜਿਹੜੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਆਉਣੇ ਚਾਹੀਦੇ ਆ ਸੈਸ਼ਨ ਨੂੰ ਚਲਾਉਣ ਵਾਸਤੇ। ਸੋ ਉਹ ਆਪਣੇ ਕੋਰਮ ਦੀ ਜਿਹੜੀ ਮਿਨੀਮਮ ਸਟਰੈਂਥ ਕਿੰਨੀ ਰੱਖੀ ਆ? 1/10। ਜੇ ਤਾਂ ਰਾਜ ਸਭਾ ਦੇ ਵਿੱਚ 245 ਦਾ ਕਿੰਨਾ ਵੀ 25 ਮੈਂਬਰ ਘੱਟੋ ਘੱਟ ਆਉਣਗੇ ਤਾਂ ਸੈਸ਼ਨ ਚੱਲੂਗਾ। ਠੀਕ ਹੈ। ਤੇ ਜਿਹੜੀ ਲੋਕ ਸਭਾ ਦੇ ਵਿੱਚ ਘੱਟੋ ਘੱਟ 55 ਮੈਂਬਰ ਆਉਣਗੇ ਤਾਂ ਸੈਸ਼ਨ ਚੱਲੂਗਾ। ਜੇ ਉਦੋਂ ਘੱਟ ਆ ਮੈਂਬਰ ਤਾਂ ਸਪੀਕਰ ਉਹ ਸੈਸ਼ਨ ਨੂੰ ਕੀ ਕਰ ਸਕਦਾ? ਅਡਜਰਨ ਕਰ ਸਕਦਾ। ਕੀ ਕਰ ਸਕਦਾ ਸਪੀਕਰ? ਅਡਜਰਨ ਹੀ ਕਰ ਸਕਦਾ। ਸੰਮਣ ਤੇ ਪ੍ਰੋਰੋਗ ਉਹ ਦੋਵੇਂ ਕੌਣ ਕਰਦਾ? ਪ੍ਰੈਜ਼ੀਡੈਂਟ ਕਰਦਾ। ਠੀਕ ਹੈ ਨਾ, ਪਤਾ ਨਾ ਇਹਨਾਂ ਚੀਜ਼ਾਂ ਦਾ। ਹਾਂ। ਸੋ ਕੋਰਮ ਬਾਰੇ ਪਤਾ ਲੱਗ ਗਿਆ। ਕੋਰਮ ਕੀ ਹੈ? ਕੋਰਮ ਇਜ਼ ਦਾ ਮਿਨੀਮਮ ਨੰਬਰ ਆਫ ਮੈਂਬਰਸ। ਕੀ ਹੈ? ਮਿਨੀਮਮ ਨੰਬਰ ਆਫ ਮੈਂਬਰਸ of a deliberate assembly necessary to conduct the business of that group. ਠੀਕ ਹੈ। ਕੋਰਮ ਇਹ ਇਕੱਲੇ ਆਪਾਂ ਵੀ ਪਾਰਲੀਮੈਂਟ ਦੇ ਵਿੱਚ ਹੀ ਨਹੀਂ ਕੋਰਮ ਉਹਨੂੰ ਕਹਿੰਦੇ, ਜੇ ਕੋਈ ਹੋਰ ਵੀ ਬਿਜ਼ਨਸ ਐਂਟੀਟੀ ਹੈਗੀ ਆ, ਕੋਈ ਹੋਰ ਕੰਪਨੀ ਵੀ ਹੈ ਹਨਾ, ਵੀ ਕਿਤੇ ਵੀ ਕਿਸੇ ਵੀ ਥਾਂ ਤੇ ਜੇ ਕੋਰਮ ਵਰਡ ਆ ਗਿਆ, ਕੋਰਮ ਦਾ ਮਤਲਬ ਇਹੀ ਹੁੰਦਾ ਵੀ ਜਿਵੇਂ ਆਪਾਂ ਕਲਾਸ ਦੀ ਗੱਲ ਕਰੀ ਜਾਂਦੇ, ਕਲਾਸ ਦੇ ਵਿੱਚ ਵੀ ਉਹ ਕੋਰਮ ਹੀ ਹੈ ਜਿਹੜਾ ਵੀ ਜਿੱਥੇ ਜਾ ਕੇ ਆਪਾਂ ਨੂੰ ਇਹ ਲੱਗਦਾ ਵੀ ਹਾਂ ਯਾਰ ਇਦੋਂ ਘੱਟ ਬੰਦਿਆਂ ਦੀ ਕਲਾਸ ਨਹੀਂ ਲੱਗ ਸਕਦੀ। ਸਮਝ ਲੱਗ ਗਈ? ਸੋ ਕੋਰਮ ਕੀ ਆ? ਮਿਨੀਮਮ ਨੰਬਰ ਆਫ ਮੈਂਬਰਸ that must be present to hold the session. Okay. So quorum for either house is 1/10 of the total number of members of each house including the presiding officer. Presiding officer ਨੂੰ ਪਾ ਕੇ, ਠੀਕ ਹੈ, ਜਿਵੇਂ ਹੁਣ ਮੰਨ ਕੇ ਚਲੋ ਵੈਸੇ 53 ਬੰਦੇ ਆਏ ਆ ਤੇ ਆਪਾਂ ਨੂੰ ਇਹ ਆ ਵੀ 55 ਚਾਹੀਦੇ ਆ, ਪਰ ਉਹ 53 ਬੰਦੇ ਜਿਹੜੇ ਆਏ ਆ ਵੀ ਉਹ ਹੇਠਾਂ 53 ਬੈਠੇ ਤੇ ਸਪੀਕਰ ਨੂੰ ਪਾ ਕੇ ਕਿੰਨੇ ਹੋ ਜਾਂਦੇ? 55। ਤੇ ਆਪਾਂ ਨੂੰ ਸਪੀਕਰ ਨੂੰ ਪਾ ਕੇ ਹੀ 55 ਚਾਹੀਦੇ। ਸਪੀਕਰ ਵੀ ਗਿਣਿਆ ਜਾਂਦਾ, ਕਹਿਣ ਦਾ ਮਤਲਬ ਆ।
ਆਈ ਥਿੰਕ ਕੋਰਮ ਕਲੀਅਰ ਆ ਦੋਨੋਂ ਹਨਾ। ਫਿਰ ਆ ਗਿਆ ਪੈਨਲਟੀ। ਪੈਨਲਟੀ ਕੀ ਹੁੰਦੀ ਹੈ? ਪੈਨਲਟੀ ਆਪਾਂ ਕਦੋਂ ਲਾਉਣੇ ਆ? ਵੈਸੇ ਜੇ ਆਪਾਂ ਆਮ ਭਾਸ਼ਾ ਦੇ ਗੱਲ ਕਰਕੇ ਆਪਾਂ ਕਹਿ ਦਈਏ ਉੱਤੇ ਪੈਨਲਟੀ ਲੱਗ ਗਈ, ਉੱਤੇ ਕੀ ਲੱਗ ਗਿਆ? ਜੁਰਮਾਨਾ ਲੱਗ ਗਿਆ, ਫਾਈਨ ਹੋ ਗਿਆ ਹੁਣ, ਹੈਨਾ। ਜਿਵੇਂ ਆਪਾਂ ਹਾਕੀ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਪੈਨਲਟੀ ਕਾਰਨਰ ਮਿਲ ਗਿਆ। ਪੈਨਲਟੀ ਕਾਰਨਰ ਕਦੋਂ ਮਿਲਦਾ? ਜਦੋਂ ਕੋਈ ਖਿਡਾਰੀ ਗਲਤੀ ਕਰਦਾ ਸੀਗਾ, ਉਹਦੀ ਸਜ਼ਾ ਦੇ ਤੌਰ ਤੇ ਉਹ ਦੂਜੀ ਟੀਮ ਨੂੰ ਕੀ ਮਿਲ ਜਾਂਦਾ? ਪੈਨਲਟੀ ਕਾਰਨਰ। ਗੱਲ ਸਮਝ ਲੱਗੀ ਨਾ? ਜਦੋਂ ਡੀ ਦੇ ਵਿੱਚ ਜਾ ਕੇ ਹਾਕੀ ਗਰਾਊਂਡ ਦੇ ਵਿੱਚ ਡੀ ਹੁੰਦੀ ਹੈ ਨਾ, ਉਹ ਡੀ ਦੇ ਵਿੱਚ ਜਾ ਕੇ ਜਦੋਂ ਤੁਸੀਂ ਮੰਨ ਕੇ ਚਲੋ ਤੁਹਾਡੀ ਲੱਤ ਤੇ ਬਾਲ ਵੱਜਦੀ ਹੈ ਤੇ ਦੂਜੀ ਟੀਮ ਨੂੰ ਕੀ ਮਿਲ ਜਾਂਦਾ? ਪੈਨਲਟੀ ਕਾਰਨਰ। ਪੈਨਲਟੀ ਦਾ ਕੀ ਮਤਲਬ ਆ? ਪੈਨਲਟੀ ਦਾ ਮਤਲਬ ਆ ਵੀ ਜਦੋਂ ਤੁਸੀਂ ਕੋਈ ਗਲਤੀ ਕੀਤੀ ਉਹਦੀ ਤੁਹਾਨੂੰ ਸਜ਼ਾ, ਜੁਰਮਾਨਾ ਕਹਿ ਲਓ, ਠੀਕ ਹੈ। ਸੋ ਇਫ ਏ ਪਰਸਨ ਸਿਟਸ, ਹਾਂ ਪੈਨਲਟੀ ਕਦੋਂ ਲੱਗਦੀ ਹੈ ਪਾਰਲੀਮੈਂਟ ਦੇ ਵਿੱਚ? ਪੈਨਲਟੀ ਕਦੋਂ ਲੱਗਦੀ ਹੈ? ਪੜੋ। ਇਫ ਆ ਪਰਸਨ ਸਿਟਸ ਔਰ ਵੋਟਸ ਐਜ਼ ਏ ਮੈਂਬਰ ਆਫ either house of parliament before he has compiled with the requirement of article 99। article 99 ਕੀ ਸੀ? oath। or when he knows that he is not qualified or that he is disqualified for membership thereof, he shall be liable in the respect of each day on which he so sits or votes to a penalty of rate 500 to be recovered as a debt or to the union। ਇਹ ਗੱਲ ਸਿੱਧੀ ਸਿੱਧੀ ਜੀ ਪੰਜਾਬੀ 'ਚ ਆਪਦੀ ਕਾਪੀ ਤੇ ਲਿਖ ਲਿਓ। ਜੇ ਪੈਨਲਟੀ ਕਦੋਂ ਲੱਗਦੀ ਹੈ, ਅਸਲ 'ਚ ਇਹ ਆ ਵੀ ਜਦੋਂ ਐਮਪੀ ਆ ਕੋਈ, ਹਨਾ, ਐਮਪੀ ਸਾਰਿਆਂ ਤੋਂ ਪਹਿਲਾਂ ਐਮਪੀ ਨੂੰ ਕੀ ਚੁਕਾਈ ਜਾਂਦੀ ਹੈ? ਸਹੁੰ। ਫੇਰ ਹੀ ਐਮਪੀ ਬਣਨਗੇ ਨਾ। ਵੀ ਜਦੋਂ ਤੁਸੀਂ ਐਮਪੀ ਵੋਟਾਂ 'ਚ ਜਿੱਤ ਗਏ, ਉਦੋਂ ਬਾਅਦ 'ਚ ਪਹਿਲੇ ਦਿਨ ਕੰਮ ਕੀ ਹੁੰਦਾ ਵੀ ਤੁਹਾਨੂੰ ਸਹੁੰ ਚੁਕਾਉਣਗੇ। ਕੌਣ ਚੁਕਾਉਂਦਾ ਐਮਪੀ ਨੂੰ ਸਹੁੰ? ਐਮਪੀ ਨੂੰ ਸਹੁੰ ਕੌਣ ਚੁਕਾਉਂਦਾ? ਐਮਪੀ ਲੋਕ ਸਭਾ ਸਪੀਕਰ ਬਈ। ਸ਼ਾਬਾਸ਼। ਇਹਨਾਂ ਨੂੰ ਪਾਵਰ ਚਲਾਉਂਦਾ ਹੈ ਪ੍ਰੈਜ਼ੀਡੈਂਟ। ਫਿਰ ਲੋਕ ਸਭਾ ਦਾ ਸਪੀਕਰ ਕਿੱਥੋਂ ਆ ਗਿਆ? ਠੀਕ ਹੈ। ਐਮਪੀ ਨੂੰ ਕੌਣ ਸਹੁੰ ਚੁਕਾਉਂਦਾ? ਪ੍ਰੈਜ਼ੀਡੈਂਟ। ਠੀਕ ਹੈ। ਐਮਪੀ ਨੂੰ ਕੌਣ ਸਹੁੰ ਚੁਕਾਉਂਦਾ? ਪ੍ਰੈਜ਼ੀਡੈਂਟ, ਜਾਂ ਉਹ ਕਿਸੇ ਬੰਦੇ ਦੀ ਡਿਊਟੀ ਲੱਗਦੀ ਹੈ। ਓਕੇ। ਸੋ ਹੁਣ ਬਈ ਕੋਈ ਵੀ ਐਮਪੀ ਸਹੁੰ ਚੁੱਕੇ ਤੋਂ ਬਗੈਰ, ਕਿਉਂਕਿ ਐਮਪੀ ਨੇ ਕੋਈ ਐਮਪੀ ਇਹ ਜਿਹਾ ਹੋਵੇ ਜਿਹਨੇ ਸਹੁੰ ਚੱਕੀ ਨਹੀਂ ਸੀਗੀ, ਠੀਕ ਹੈ, ਉਹ ਹਾਊਸ ਚੋਂ ਵੀ ਆਉਣ ਲੱਗ ਪਿਆ ਸੁੱਤਾ ਪਿਆ ਉੱਠ ਕੇ, ਆ ਕੇ ਬਹਿ ਜਾਂਦਾ ਉੱਥੇ, ਵੋਟ ਵੀ ਕਰ ਜਾਂਦਾ, ਠੀਕ ਹੈ। ਜਾਂ ਬਈ ਉਹ ਬੰਦੇ ਨੇ ਵੀ ਡਿਸਕੁਆਲੀਫਾਈ ਹੋਇਆ ਹੋਇਆ, ਹਨਾ, ਡਿਸਕੁਆਲੀਫਾਈ ਹੁੰਦਾ ਉਹ ਬੰਦਾ, ਡਿਸਕੁਆਲੀਫਾਈ ਹੋਣ ਦੇ ਬਾਵਜੂਦ ਵੀ ਉਹ ਆ ਜਾਂਦਾ ਤੇ ਵੋਟ ਕਰ ਜਾਂਦਾ। ਗੱਲ ਸਮਝ ਲੱਗੀ? ਹਾਂ ਬਈ। ਤੇ ਫਿਰ ਜਦੋਂ ਇਹ ਚੀਜ਼ ਦਾ ਪਤਾ ਲੱਗੂਗਾ ਤੇ ਉਹ ਬੰਦੇ ਨੂੰ ਜੁਰਮਾਨਾ ਪਊਗਾ, ਪੈਨਲਟੀ ਲੱਗੂਗੀ। ਕਿੰਨੀ ਪੈਨਲਟੀ ਲੱਗੂਗੀ? 500 ਰੁਪਇਆ ਇੱਕ ਦਿਨ ਦੀ। ਜੇ 10 ਦਿਨ ਬੈਠਾ ਹੋਇਆ ਤਾਂ 5000, 20 ਦਿਨ ਬੈਠਾ ਹੋਇਆ ਤਾਂ 10000। ਸਮਝ ਲੱਗ ਗਈ? ਮੇਨ ਗੱਲ ਇਹ ਹੈ ਵੀ ਜੇ ਕਿਸੇ ਵੀ ਹਾਊਸ ਦੇ ਵਿੱਚ ਬੈਠਣਾ ਜਾਂ ਵੋਟਿੰਗ ਕਰਨੀ ਆ ਤੇ ਉਦੋਂ ਪਹਿਲਾਂ ਤੁਹਾਡੀ ਸਹੁੰ ਚੁੱਕੀ ਹੋਣੀ ਚਾਹੀਦੀ ਆ। ਜੇ ਤੁਸੀਂ ਸਹੁੰ ਚੁੱਕੀ ਤੋਂ ਬਗੈਰ ਕਿਸੇ ਵੀ ਹਾਊਸ ਦੇ ਵਿੱਚ ਬਹਿੰਦੇ ਆ, ਜਾਂ ਵੀ ਤੁਸੀਂ ਡਿਸਕੁਆਲੀਫਾਈ ਹੋ ਚੁੱਕੇ ਆ, ਫਿਰ ਵੀ ਕਿਤੇ ਆ ਜਾਂਦੇ ਆ ਭੁੱਲੇ ਚੁੱਕੇ, ਤੇ ਤੁਹਾਡੇ ਤੇ ਕੀ ਲੱਗੂਗੀ? ਪੈਨਲਟੀ ਲੱਗੂਗੀ। ਕਿੰਨੀ? 500 ਰੁਪਇਆ ਇੱਕ ਦਿਨ ਦੀ। ਸਮਝ ਲੱਗ ਗਈ ਕਿ ਨਹੀਂ ਲੱਗੀ? ਹਾਂ ਬਈ। ਚੱਲ ਗਏ ਅੱਗੇ? ਹਾਂ। ਅੱਗੇ ਆ ਗਿਆ ਪਾਰਲੀਮੈਂਟਰੀ ਪ੍ਰਿਵਿਲੇਜ। ਪਾਰਲੀਮੈਂਟਰੀ ਪ੍ਰਿਵਿਲੇਜ ਕੀ ਹੁੰਦੀ ਹੈ? ਪਾਰਲੀਮੈਂਟਰੀ ਪ੍ਰਿਵਿਲੇਜ ਆਰ ਸਪੈਸ਼ਲ ਰਾਈਟਸ। ਕੀ ਹੁੰਦੇ ਆ? ਸਪੈਸ਼ਲ ਰਾਈਟਸ, ਸਪੈਸ਼ਲ ਵਿਸ਼ੇਸ਼ ਅਧਿਕਾਰ and immunities and exemptions enjoyed by the two houses of parliament, their committees and their members। ਦੀ ਮੇਨ ਗੱਲ ਇਹ ਆ ਵੀ ਆਪਾਂ ਵੇਖੀਏ ਵੀ ਜਿਹੜਾ ਆਰਟੀਕਲ 14 ਸੀ ਕਨਸਟੀਟਿਊਸ਼ਨ ਦਾ, ਆਪਾਂ ਨੂੰ ਕੀ ਪ੍ਰੋਵਾਈਡ ਕਰਦਾ ਸੀ? ਇਕੁਐਲਿਟੀ ਬਿਫੋਰ ਲਾ। ਕੀ ਪ੍ਰੋਵਾਈਡ ਕਰਦਾ ਸੀ? ਇਕੁਐਲਿਟੀ ਬਿਫੋਰ ਲਾ। ਵੀ ਉਹ ਕਹਿੰਦੇ ਵੀ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆ। ਪਰ ਹੁਣ ਗੱਲ ਇਹ ਆ ਵੀ ਜਿਹੜੇ ਹੁਣ ਐਮਪੀ ਆ ਜਾਂ ਪ੍ਰੈਜ਼ੀਡੈਂਟ ਆ, ਵਾਈਸ ਪ੍ਰੈਜ਼ੀਡੈਂਟ ਆ, ਹਨਾ, ਉਹ ਆਪਦੇ ਅਹੁਦੇ ਦੇ ਹਿਸਾਬ ਨਾਲ ਤਾਂ ਵੱਡੇ ਆ ਨਾ ਦੂਜੇ ਬੰਦੇ ਨਾਲ।
ਠੀਕ ਹੈ, ਐਮਪੀ ਵੀ। ਹੁਣ ਇਹਦੇ ਚ ਪ੍ਰਿਵਿਲੇਜ ਕੀ ਹੁੰਦੀਆਂ? ਪ੍ਰਿਵਿਲੇਜ ਹੁੰਦੀਆਂ ਅਸਲ ਚ ਰਾਈਟ, ਸਪੈਸ਼ਲ ਰਾਈਟਸ ਹੁੰਦੇ ਆ। ਪ੍ਰਿਵਿਲੇਜ ਕੀ ਹੁੰਦੀਆਂ? ਸਪੈਸ਼ਲ ਰਾਈਟਸ। ਸਪੈਸ਼ਲ ਰਾਈਟਸ ਕਿਹਨੂੰ, ਕਿਹਦੀਆਂ ਪ੍ਰਿਵਿਲੇਜ ਦੀ ਗੱਲ ਕਰੀਏ? ਪਾਰਲੀਮੈਂਟ ਦੀਆਂ। ਸੋ ਪਾਰਲੀਮੈਂਟ ਦੇ ਕੋਲੇ ਜਿਹੜੇ ਵਿਸ਼ੇਸ਼ ਅਧਿਕਾਰ ਹੁੰਦੇ ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ। ਪਾਰਲੀਮੈਂਟਰੀ ਪ੍ਰਿਵਿਲੇਜ ਮਤਲਬ ਪਾਰਲੀਮੈਂਟ ਦੇ ਵਿਸ਼ੇਸ਼ ਅਧਿਕਾਰ, ਸਪੈਸ਼ਲ ਰਾਈਟਸ। ਠੀਕ ਹੈ, ਉਹ ਸਪੈਸ਼ਲ ਰਾਈਟਸ ਹੁਣ ਕਿਹਦੇ ਹੋਣਗੇ? ਵੀ ਪਾਰਲੀਮੈਂਟ ਦੇ ਸਪੈਸ਼ਲ ਰਾਈਟਸ ਦਾ ਕੀ ਮਤਲਬ ਹੈ? ਵੀ ਉਹ ਉਹਨਾਂ ਦੇ ਜਿਹੜੇ ਐਮਪੀ ਵਗੈਰਾ ਹੋਣਗੇ ਉਹਨਾਂ ਨੂੰ ਹੋਣਗੇ ਉਹ ਅਧਿਕਾਰ ਸਪੈਸ਼ਲ। ਠੀਕ ਆ, ਜਿਹੜੀਆਂ ਕਮੇਟੀਆਂ ਬਣੀਆਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਅਧਿਕਾਰ ਹੋਣਗੇ। ਸਮਝ ਲੱਗ ਗਈ ਨਾ? ਜਿਵੇਂ ਹੁਣ ਐਮਪੀਆਂ ਕੋਲੇ ਸਪੈਸ਼ਲ ਅਧਿਕਾਰ ਕੀ ਹੁੰਦਾ? ਵੀ ਜਿਵੇਂ ਟੋਲ ਟਾਲ ਜੇ ਹੁੰਦੇ ਆ, ਇਹ ਵੀ ਇੱਕ ਉਹਨਾਂ ਦਾ ਉਹ ਹੁੰਦਾ, ਪ੍ਰਿਵਿਲੇਜ ਹੁੰਦੀ ਉਹਨਾਂ ਕੋਲੇ। ਆ ਤੁਸੀਂ ਵੇਖਿਓ ਕਿਤੇ ਨਾ, ਪਹਿਲਾਂ ਤੁਸੀਂ ਧਿਆਨ ਨਹੀਂ ਕੀਤਾ ਹੋਣਾ, ਹੁਣ ਤੁਸੀਂ ਟੋਲ ਟੈਕਸ ਤੇ ਉਹ ਕੋਲੇ ਬੋਰਡ ਜਿਹਾ ਲੱਗਿਆ ਹੁੰਦਾ, ਹੁਣ ਧਿਆਨ ਨਾਲ ਵੇਖਿਓ ਜੀ। ਹੁਣ ਉੱਤੇ ਲਿਖਿਆ ਹੁੰਦਾ ਵੀ ਆਹ ਬੰਦਿਆਂ ਨੂੰ ਟੋਲ ਟੈਕਸ ਦੀ ਛੋਟ ਆ। ਠੀਕ ਆ, ਉੱਤੇ ਲਿਖਿਆ ਹੁੰਦਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਫਲਾਨਾ ਤੇ ਬੜਾ ਕੁਝ ਲਿਖਿਆ ਹੁੰਦਾ। ਧਿਆਨ ਨਾਲ ਪੜ੍ਹਿਓ ਜੇ ਕੀ ਕੁਝ ਲਿਖਿਆ ਹੁੰਦਾ। ਠੀਕ ਹੈ, ਸੋ ਉਹੀ ਆਪਾਂ ਗੱਲ ਕਰੀ ਜਾਂਦੇ ਵੀ ਕਿਹੜੇ ਕਿਹੜੇ ਅਧਿਕਾਰ ਆ ਉਹਨਾਂ ਦੀ ਗੱਲ ਕਰਦੇ ਆ ਆਪਾਂ, ਹਨਾ। ਸਪੈਸ਼ਲ ਰਾਈਟ ਆ ਉਹਨਾਂ ਨੂੰ, ਆਮ ਬੰਦਿਆਂ ਆਪਾਂ ਨੂੰ ਉਹ ਹੈ ਨਹੀਂ, ਪਰ ਐਮਪੀਜ਼ ਨੂੰ ਉਹ ਹੈਗੇ ਆ। ਉਹਨੂੰ ਕੀ ਕਹਿ ਦਿੰਦੇ ਆ? ਪ੍ਰਿਵਿਲੇਜ। ਪ੍ਰਿਵਿਲੇਜ ਦਾ ਬਸ ਮਤਲਬ ਯਾਦ ਰੱਖ ਲਓ, ਪ੍ਰਿਵਿਲੇਜ ਕੀ ਹੁੰਦੀ ਹੈ? ਸਪੈਸ਼ਲ ਰਾਈਟ। ਤੇ ਪਾਰਲੀਮੈਂਟਰੀ ਪ੍ਰਿਵਿਲੇਜ ਦਾ ਕੀ ਮਤਲਬ ਹੈ? ਵੀ ਪਾਰਲੀਮੈਂਟ ਦੀਆਂ ਭਾਵੇਂ ਉਹ ਕਮੇਟੀਜ਼ ਹੋਣ, ਭਾਵੇਂ ਪਾਰਲੀਮੈਂਟ ਦੇ ਮੈਂਬਰ ਹੋਣ, ਠੀਕ ਆ, ਉਹਨਾਂ ਨੂੰ ਕੀ ਹੈ? ਸਪੈਸ਼ਲ ਰਾਈਟਸ ਆ। ਕੀ ਹੈ? ਪ੍ਰਿਵਿਲੇजेस ਆਰ ਪ੍ਰੋਵਾਈਡਡ ਇਨ ਆਰਟੀਕਲ 105 ਐਂਡ ਆਰਟੀਕਲ ਕਿੰਨਾ ਲਿਖਿਆ? 194 ਆਫ ਦਾ ਸਟੇਟ ਲੈਜਿਸਲੇਚਰ। ਠੀਕ ਹੈ, ਉਹ ਤਾਂ ਉਹ ਕੁਝ ਨਹੀਂ, ਤੁਸੀਂ ਆਰਟੀਕਲ ਇਹਦਾ ਯਾਦ ਰੱਖਣਾ ਹੀ ਨਹੀਂਗਾ। ਪਾਰਲੀਮੈਂਟਰੀ ਪ੍ਰਿਵਿਲੇजेस ਕੈਨ ਬੀ ਕਲਾਸੀਫਾਈਡ ਇਨਟੂ ਟੂ ਬ੍ਰੌਡ। ਹਾਂ, ਹੁਣ ਪ੍ਰਿਵਿਲੇजेस ਦੋ ਤਰ੍ਹਾਂ ਦੇ ਹੁੰਦੇ ਆ। ਸਪੈਸ਼ਲ ਰਾਈਟਾਂ ਨੂੰ ਆਪਾਂ ਦੋ ਭਾਗਾਂ 'ਚ ਵੰਡਤਾ। ਕਿਹੜੇ ਕਿਹੜੇ? ਇੱਕ ਤਾਂ ਕਲੈਕਟਿਵ ਪ੍ਰਿਵਿਲੇਜ ਹੁੰਦੇ ਆ, ਤੇ ਇੱਕ ਕੀ ਹੁੰਦੇ ਆ? ਇੰਡੀਵਿਜੂਅਲ ਪ੍ਰਿਵਿਲੇਜ। ਦੂਜੇ ਕੀ ਹੁੰਦੇ ਆ? ਹਾਂ, ਇੰਡੀਵਿਜੂਅਲ ਪ੍ਰਿਵਿਲੇਜ। ਸੋ ਆਪਾਂ ਪਹਿਲਾਂ ਕਲੈਕਟਿਵ ਦੀ ਗੱਲ ਕਰਦੇ ਹਾਂ। ਕਲੈਕਟਿਵ ਦੇ ਵਿੱਚ ਕੀ ਹੁੰਦਾ? ਕਲੈਕਟਿਵ ਦਾ ਕੀ ਮਤਲਬ ਹੁੰਦਾ? ਇਕੱਠਾ। ਠੀਕ ਹੈ, ਕਲੈਕਟਿਵ ਦਾ ਕੀ ਮਤਲਬ ਹੁੰਦਾ? ਇਕੱਠੇ। ਵੀ ਇਕੱਠਿਆਂ ਨੂੰ ਸਾਰੀ ਪਾਰਲੀਮੈਂਟ ਨੂੰ, ਸਾਰੀ ਦੀ ਸਾਰੀ ਪਾਰਲੀਮੈਂਟ ਨੂੰ ਕੀ ਅਧਿਕਾਰ ਆ? ਸਾਰੇ ਦੇ ਸਾਰੇ ਗਰੁੱਪ ਨੂੰ ਕੀ ਅਧਿਕਾਰ ਆ? ਤੇ ਇੱਕ ਇਕੱਲੇ ਬੰਦੇ ਨੂੰ ਕੀ ਅਧਿਕਾਰ ਆ? ਠੀਕ ਹੈ, ਕੁਛ ਅਧਿਕਾਰ ਤਾਂ ਸਾਰੇ ਗਰੁੱਪ ਨੂੰ ਇਕੱਠਿਆਂ ਨੂੰ ਮਿਲੇ ਹੋਏ ਆ, ਤੇ ਕੁਛ ਜਿਹੜੇ ਅਧਿਕਾਰ ਆ ਉਹ ਇਕੱਲੇ ਬੰਦੇ ਦੇ ਆ, ਇਕੱਲੇ ਐਮਪੀ ਦੇ ਆ। ਸਾਰਿਆਂ ਦੇ ਇਕੱਲਿਆਂ ਦੇ ਆ। ਸੋ collective privileges ਦੇ ਵਿੱਚ ਕੀ ਹੈ? the privileges belonging to each house of parliament collectively are ਕਿਹੜੇ ਕਿਹੜੇ ਆ? it can exclude strangers from proceedings and hold secret sittings to discuss some important matters। ਇਹ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀਕ੍ਰੇਟ ਸਿਟਿੰਗ ਵਾਲੀ ਤਾਂ, ਇਹ ਤੁਹਾਨੂੰ ਦੱਸਿਆ ਸੀ ਵੀ ਜੇ ਚਾਹਵੇ ਸਪੀਕਰ, ਇਹ ਸਪੀਕਰ ਦੇ ਅਧਿਕਾਰਾਂ 'ਚ ਆਪਾਂ ਗੱਲ ਕੀਤੀ ਸੀਗੀ। ਹਾਂ ਬਈ ਹਾਂ। ਸਰ ਚਾਹਵੇ ਤਾਂ ਉਹ ਸੀਕ੍ਰੇਟ ਮੀਟਿੰਗ ਸੱਦ ਸਕਦਾ। ਸੀਕ੍ਰੇਟ ਦਾ ਮਤਲਬ ਤੁਹਾਨੂੰ ਦੱਸਿਆ ਸੀਗਾ, ਸੀਕ੍ਰੇਟ ਦਾ ਮਤਲਬ ਦੋ ਤਰੀਕਿਆਂ ਨਾਲ ਬਣ ਸਕਦਾ। ਇੱਕ ਤਾਂ ਇਹ ਬਈ ਜਿਵੇਂ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਮੀਟਿੰਗ ਵੀ ਹੋਈ ਆ ਲੋਕ ਸਭਾ ਦੀ। ਦੂਜਾ ਸੀਕ੍ਰੇਟ ਦਾ ਕੀ ਮਤਲਬ ਆ? ਵੀ ਜੇ ਹੁਣ ਮੰਨ ਕੇ ਚੱਲੋ ਵੈਸੇ ਲੋਕ ਸਭਾ ਦੀ ਸਾਰੀਆਂ ਜਿੰਨਾ ਕੁਝ ਵੀ ਉੱਥੇ ਕੋਈ ਵੀ ਬੰਦਾ ਬੋਲਦਾ ਉਹ ਸਾਰੀ ਦੀ ਰਿਕਾਰਡਿੰਗ ਹੁੰਦੀ ਹੈ, ਲਾਈਵ ਰਿਕਾਰਡਿੰਗ ਹੁੰਦੀ ਹੈ। ਠੀਕ ਹੈ, ਤੇ ਉਸ ਦਿਨ ਸੀਕ੍ਰੇਟ ਮੀਟਿੰਗ ਦੇ ਵਿੱਚ ਉਹ ਹੋ ਸਕਦਾ ਉਹ ਕਹਿ ਦੇਣ ਵੀ ਨਾ ਭਾਈ ਕੋਈ ਰਿਕਾਰਡਿੰਗ ਨਹੀਂ, ਅੱਜ ਆਪਾਂ ਨਾਰਮਲੀ ਬੈਠੇ। ਠੀਕ ਹੈ, ਸੋ ਇਹ ਇੱਕ ਅਧਿਕਾਰ ਹੀ ਹੈ ਨਾ ਪਾਰਲੀਮੈਂਟ ਦਾ, ਵੀ ਜੇ ਪਾਰਲੀਮੈਂਟ ਨੇ ਕਹਿਤਾ ਵੀ ਹਾਂ ਵੀ ਅੱਜ ਸੀਕ੍ਰੇਟ ਮੀਟਿੰਗ ਆ, ਮਤਲਬ ਸੀਕ੍ਰੇਟ ਮੀਟਿੰਗ ਆ। ਫਿਰ ਉੱਥੇ ਇਹ ਨਹੀਂ ਵੀ ਐਵੇਂ ਮੀਡੀਆ ਵਾਲੇ ਕੋਈ ਫਿਰਨਗੇ। ਸਮਝ ਲੱਗ ਗਈ ਨਾ? ਇਹ ਅਧਿਕਾਰ ਆ ਵੀ ਜਦੋਂ ਉਹਦਾ ਜੀ ਕਰੇ, ਹਨਾ, ਵੀ ਉਹ ਸਪੀਕਰ ਵੀ ਤਾਂ ਪਾਰਲੀਮੈਂਟ ਦਾ ਹਿੱਸਾ ਨਾ। ਸੋ ਪਾਰਲੀਮੈਂਟ ਦੀਆਂ ਸੀਕ੍ਰੇਟ ਸਿਟਿੰਗਸ ਹੋ ਸਕਦੀਆਂ ਇੰਪੋਰਟੈਂਟ ਮੈਟਰਸ ਦੇ ਉੱਤੇ। ਸੋ ਇਹ ਅਧਿਕਾਰ ਆ ਪਾਰਲੀਮੈਂਟ ਦਾ, ਹਰੇਕ ਹਾਊਸ ਦਾ। ਠੀਕ ਹੈ, ਤੇ ਦੂਜੀ ਗੱਲ ਵੀ ਜਿਹੜੇ ਸਟ੍ਰੇਂਜਰਸ ਹੁੰਦੇ ਆ, ਵੀ ਹੁਣ ਪਾਰਲੀਮੈਂਟ ਦੇ ਵਿੱਚ ਹਾਊਸਸ ਦੇ ਵਿੱਚ ਇਕੱਲੇ ਐਮਪੀ ਥੋੜਾ ਹੁੰਦੇ, ਉੱਥੇ ਕੁਝ ਬੰਦੇ ਕੰਮ ਵੀ ਤਾਂ ਕਰਦੇ ਆ ਨਾ। ਹਾਂ ਬਈ। ਕੋਈ ਚਾਹ ਫੜਾਉਣ ਵਾਲਾ ਹੋਊਗਾ, ਕੋਈ ਮੰਨ ਕੇ ਚੱਲੋ ਕੋਈ ਫਾਰਮ ਜਿਹੜੇ ਕਾਗਜ਼ ਪੱਤਰ ਆ ਉਹ ਇੱਕ ਟੇਬਲ ਤੋਂ ਦੂਜੇ ਟੇਬਲ ਤੇ ਰੱਖ ਕੇ ਆਉਣ ਵਾਲਾ ਹੋਊਗਾ। ਹੋਰ ਵੀ ਬੰਦੇ ਕੰਮ ਤਾਂ ਕਰਦੇ ਹੀ ਆ ਉੱਥੇ।
ਸੋ ਉਹਨਾਂ ਨੂੰ ਉਹ ਉਸ ਦਿਨ ਲਈ ਕਹਿ ਸਕਦੇ ਆ ਵੀ ਹਾਂ ਵੀ ਤੁਸੀਂ ਅੱਜ ਨਹੀਂ ਆਉਣਾ ਭਾਈ, ਠੀਕ ਹੈ। ਵੀ ਸਾਰੇ ਸਟ੍ਰੇਂਜਰ ਬੰਦਿਆਂ ਨੂੰ ਉਹ ਆਪਦੇ ਚੋਂ ਕੱਢ ਸਕਦੇ ਆ, ਪਲੱਸ ਸੀਕ੍ਰੇਟ ਮੀਟਿੰਗ ਕਰ ਸਕਦੇ ਆ। ਕੌਣ ਕਿਹੜਾ ਹਾਊਸ ਕਰ ਸਕਦਾ, ਲੋਕ ਸਭਾ ਕਿ ਰਾਜ ਸਭਾ? ਕਿਹੜਾ ਸੀਕ੍ਰੇਟ ਮੀਟਿੰਗ ਕਰ ਸਕਦਾ? ਲੋਕ ਸਭਾ ਵਿੱਚ। ਇੱਥੇ ਲਿਖਿਆ ਲੋਕ ਸਭਾ? ਨਹੀਂ, ਆਪਾਂ ਨੂੰ ਪਤਾ ਹੀ ਨਹੀਂ। ਉੱਪਰ ਮੈਂ ਕੀ ਪਹਿਲੀ ਲਾਈਨ ਕੀ ਪੜ੍ਹੀ ਹੈ? ਦਾ ਪ੍ਰਿਵਿਲੇਜ ਬਿਲੋਂਗਿੰਗ ਟੂ ਈਚ ਹਾਊਸ ਆਫ ਪਾਰਲੀਮੈਂਟ। ਕਿਸੇ ਵੀ ਠੀਕ ਆ, ਕੋਈ ਵੀ ਜਿਹੜੀ ਮੈਂ ਪਾਰਲੀਮੈਂਟ ਦੀ ਜਿੱਥੇ ਗੱਲ ਕਰੀ ਹੈ ਨਾ, ਜਿੱਥੇ ਲੋਕ ਸਭਾ ਦੀ ਇਕੱਲੀ ਦੀ ਗੱਲ ਹੋਈ ਉੱਥੇ ਮੈਂ ਤੁਹਾਨੂੰ ਵਾਰੀ-ਵਾਰੀ ਜ਼ੋਰ ਦੇ ਕੇ ਕਹੂੰਗਾ ਵੀ ਇੱਥੇ ਲੋਕ ਸਭਾ ਲਿਖਿਆ। ਜੇ ਹੁਣ ਕੱਲ ਬਿੱਲਾਂ ਦੀ ਗੱਲ ਕੀਤੀ ਸੀ ਜਾਂ ਆਹ ਗੱਲ ਕਰ ਰਹੇ ਆ ਆਪਾਂ ਪਾਰਲੀਮੈਂਟਰੀ, ਆਹ ਵੇਖੋਗਾ ਨਾ ਕੀ ਲਿਖਿਆ, ਪਾਰਲੀਮੈਂਟਰੀ ਪ੍ਰਿਵਿਲੇजेस, ਇਹਦੇ ਲਿਖਿਆ ਹੈ ਵੀ ਲੋਕ ਸਭਾ ਹਾਊਸ। ਗੱਲ ਸਮਝ ਲੱਗ ਗਈ ਨਾ? ਤੇ ਇਹ ਕਿਤੇ ਭਾਵੇਂ ਲੋਕ ਸਭਾ ਦੇ ਵਿੱਚ ਹੈ ਭਾਵੇਂ ਰਾਜ ਸਭਾ ਦੇ ਵਿੱਚ ਹੈ। ਪਹਿਲੇ ਕਲੈਕਟਿਵ ਪ੍ਰਿਵਿਲੇਜ ਦਾ ਪਹਿਲੇ ਦਾ ਪਤਾ ਲੱਗ ਗਿਆ ਵੀ ਉਹ ਜਿਹੜੇ ਆ ਪਾਰਲੀਮੈਂਟ ਦੇ ਵਿੱਚੋਂ, ਪਾਰਲੀਮੈਂਟ ਕੀ ਕਰ ਸਕਦੀ ਆ ਆਪਦੇ ਚੋਂ ਵੀ ਜਿਹੜੇ ਸਟ੍ਰੇਂਜਰ ਆ ਬਾਹਰੀ ਬੰਦੇ ਉਹਨਾਂ ਨੂੰ ਬਾਹਰ ਕੱਢ ਸਕਦੇ ਆ, ਪਲੱਸ ਸੀਕ੍ਰੇਟ ਮੀਟਿੰਗ ਰੱਖ ਸਕਦੀ ਹੈ। ਦੂਜਾ ਕਲੈਕਟਿਵ ਪ੍ਰਿਵਿਲੇਜ ਕੀ ਹੈ? ਇਟ ਕੈਨ make rules to regulate its own procedure and conduct the business and to adjudicate upon such matters। ਠੀਕ ਹੈ। ਦੂਜਾ ਇਹਦੇ ਕੋਲ ਰਾਈਟ ਕੀ ਹੈ ਵੀ ਜਿਹੜਾ ਬਿਜ਼ਨਸ ਹੋਣਾ ਲੋਕ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਬਿਜ਼ਨਸ ਹੋਣ ਦਾ ਕੀ ਮਤਲਬ ਵੀ ਜਿਵੇਂ ਕੋਈ ਬਿੱਲ ਪਾਸ ਹੋਣਾ ਹਨਾ, ਬਿੱਲ ਪੇਸ਼ ਹੋਣਾ, ਜਾਂ ਕਿਸੇ ਨੂੰ ਜਿਵੇਂ ਸਪੀਕਰ ਨੂੰ ਲਾਉਣਾ, ਜਾਂ ਸਪੀਕਰ ਦੀ ਚੋਣ ਕਰਨੀ ਆ, ਡਿਪਟੀ ਸਪੀਕਰ ਦੀ ਚੋਣ ਕਰਨੀ ਆ, ਠੀਕ ਹੈ। ਕੁਛ ਵੀ ਜਿੰਨੇ ਵੀ ਕੰਮ ਹੋਣੇ ਆ ਕਿੱਥੇ? ਪਾਰਲੀਮੈਂਟ ਦੇ ਵਿੱਚ, ਠੀਕ ਹੈ। ਉਹਨਾਂ ਬਾਰੇ ਰੂਲ ਤਿਆਰ ਕਰਨੇ ਵੀ ਆਹ ਕੰਮ ਆਪਾਂ ਇਸ ਤਰੀਕੇ ਕਰਿਆ ਕਰਨਾ ਯਾਰ, ਹਨਾ। ਆਪਾਂ ਜਿਵੇਂ ਘਰੇ ਆਪਾਂ ਰੂਲ ਬਣਾ ਲੈਂਦੇ ਯਾਰ, ਆਪਾਂ ਐਂ ਨਹੀਂ, ਆਪਾਂ ਐਂ ਕਰਿਆ ਕਰਨਾ। ਜਿਵੇਂ ਆਪਾਂ ਰੂਲ ਬਣਾ ਲਗੇ ਵੀ ਹੁਣ ਆਪਾਂ ਲੇਟ ਹੋਣ ਲੱਗ ਪਏ ਵੀ ਆਪਾਂ 4:30 ਹੀ ਉੱਠਿਆ ਕਰਨਾ। ਸਮਝ ਲੱਗੀ? ਪਾਰਲੀਮੈਂਟ ਦੇ ਵਿੱਚ ਜਿਹੜੇ ਕੋਈ ਵੀ ਹਨਾ ਕੰਮ ਆ, ਕੋਈ ਵੀ ਬਿਜ਼ਨਸ ਹੋਣਾ, ਕੰਡਕਟ ਆਫ ਬਿਜ਼ਨਸ ਦਾ ਮਤਲਬ ਕੀ ਹੈ ਵੀ ਉੱਥੇ ਇਹ ਨਹੀਂ ਵੀ ਉਹ ਫਾਈਲਾਂ ਚੱਕ ਕੇ ਹੋਰ ਕੋਈ ਬਿਜ਼ਨਸ ਕਰਨਗੇ ਪੈਸੇ ਧੇਲੇ ਵਾਲਾ। ਬਿਜ਼ਨਸ ਦਾ ਮਤਲਬ ਇਹ ਨਹੀਂਗਾ ਵੀ, ਬਿਜ਼ਨਸ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਕੰਮ ਤੁਹਾਡਾ ਹੈ ਹਨਾ ਉਹਨੂੰ ਹੀ ਕੰਡਕਟ ਕਰਨਾ, ਉਹਨੂੰ ਹੀ ਕਰਨਾ। ਉਹਨੂੰ ਕਰਨ ਵਾਸਤੇ ਕੀ ਹੈ, ਤੁਸੀਂ ਰੂਲ ਆਪ ਬਣਾ ਸਕਦੇ ਹੋ। ਕੋਈ ਇਹ ਨਹੀਂ ਵੀ ਤੁਹਾਨੂੰ ਕੋਈ ਬਾਹਰਲਾ ਬੰਦਾ ਰੂਲ ਆ ਕੇ ਦੱਸ ਕੇ ਜਾਊ ਵੀ ਐਂ ਕਰੋ ਐਂ ਕਰੋ ਜਾਂ ਕਿਤੇ, ਜਾਂ ਕੌਂਸਟੀਟਿਊਸ਼ਨ 'ਚ ਨਹੀਂ ਉਹ ਚੀਜ਼ ਲਿਖੀ। ਕੌਂਸਟੀਟਿਊਸ਼ਨ 'ਚ ਇਹ ਨਹੀਂ ਲਿਖਿਆ ਵੀ ਪਾਰਲੀਮੈਂਟ ਕਿਵੇਂ ਕਿਵੇਂ ਚੱਲੂਗੀ, ਉਹ ਪਾਰਲੀਮੈਂਟ ਨੇ ਆਪ ਰੂਲ ਬਣਾਉਣੇ ਆ ਵੀ ਕਿਹੜੇ ਤਰੀਕੇ ਨਾਲ ਆਪਾਂ ਚਲਾਉਣੀ ਆ। ਠੀਕ ਹੈ। ਜਿਵੇਂ ਹੁਣ ਅੱਗੇ ਆਪਾਂ ਗੱਲ ਕਰਾਂਗੇ 0 ਆਵਰ ਹੋਊਗਾ, ਕੁਐਸਚਨ ਆਵਰ ਹੋਊਗਾ ਹਨਾ, ਤਾਂ ਉਹ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਉਹਨੂੰ ਹੈਂਡਲ ਕਰਨਾ, ਉਹ ਸਾਰਾ ਰੂਲ ਉਹਦੇ ਨਾਲ ਸੰਬੰਧਿਤ ਕੌਣ ਬਣਾਊਗੀ? ਪਾਰਲੀਮੈਂਟ ਹੀ ਬਣਾਊਗੀ। ਠੀਕ ਹੈ। ਤੀਜਾ ਕੀ ਹੈ? ਦਾ ਕੋਰਟਸ ਆਰ ਪ੍ਰੋਹਿਬਿਟਡ ਟੂ ਇਨਕੁਆਇਰ ਇਨਟੂ ਦਾ ਪ੍ਰੋਸੀਡਿੰਗ ਆਫ ਹਾਊਸ ਔਰ ਇਟਸ ਕਮੇਟੀਜ਼। ਆ ਬਹੁਤ ਇੰਪੋਰਟੈਂਟ ਇਹਨਾਂ ਕੋਲੇ, ਮੈਂ ਕਹੂੰਗਾ ਵੀ ਮੋਸਟ ਇੰਪੋਰਟੈਂਟ ਹੀ ਪ੍ਰਿਵਿਲੇਜ ਆ ਪਾਰਲੀਮੈਂਟ ਦੇ ਕੋਲ। ਬਈ ਪਾਰਲੀਮੈਂਟ ਦੇ ਵਿੱਚ ਖੜ ਕੇ, ਮੇਰੀ ਹੁਣ ਗੱਲ ਨੋਟ ਕਰ ਲਿਓ ਜੀ, ਪਾਰਲੀਮੈਂਟ ਦੇ ਵਿੱਚ ਬੰਦਾ ਖੜ ਕੇ ਕੁਛ ਮਰਜ਼ੀ ਬੋਲਦੇ, ਕੋਰਟ ਨਹੀਂ ਇਨਕੁਆਇਰੀ ਕਰ ਸਕਦਾ। ਪਾਰਲੀਮੈਂਟ ਦੇ ਵਿੱਚ ਖੜ ਕੇ ਇੱਕ MP ਕੁਛ ਮਰਜ਼ੀ ਬੋਲਦੇ, ਕੋਰਟ ਨਹੀਂ ਤੁਹਾਡੀ ਗੱਲ ਤੇ ਸਵਾਲ ਚੁੱਕ ਸਕਦਾ। ਸਮਝ ਲੱਗ ਗਈ? ਠੀਕ ਹੈ। ਸੋ ਦਾ ਕੋਰਟਸ ਆਰ ਪ੍ਰੋਹਿਬਿਟਡ, ਰੋਕਿਆ ਗਿਆ ਕੋਰਟਸ ਨੂੰ, ਟੂ ਇਨਕੁਆਇਰ ਇਨਟੂ ਦਾ ਪ੍ਰੋਸੀਡਿੰਗਸ ਆਫ ਏ ਹਾਊਸ ਔਰ ਇਟਸ ਕਮੇਟੀ। ਜਿਹੜਾ ਕੁਝ ਹਾਊਸ ਦੇ ਵਿੱਚ ਹੋ ਰਿਹਾ, ਹਾਊਸ ਦੀਆਂ ਪ੍ਰੋਸੀਡਿੰਗਸ ਦੇ ਵਿੱਚ, ਠੀਕ ਹੈ, ਉਹਨਾਂ ਬਾਰੇ ਕੋਈ ਇਨਕੁਆਇਰੀ ਨਹੀਂ ਹੋ ਸਕਦੀ। ਸੋ ਇਹਦਾ ਮਤਲਬ ਕੀ ਹੈ ਵੀ ਉਹ ਕੁਛ ਵੀ ਹਾਊਸ ਦੇ ਵਿੱਚ ਹੁੰਦਾ, ਕੋਰਟਸ ਉਹਦੇ ਨਾਲ ਕੋਈ ਇੰਟਰਫੇਅਰ ਨਹੀਂ ਕਰ ਸਕਦੇ। ਕਲੀਅਰ ਹੋ ਗਈ? ਹਾਂ ਬਈ। ਪਹਿਲਾ ਪੁਆਇੰਟ ਕੀ ਸੀਗਾ ਵੀ ਉਹ ਸੀਕ੍ਰੇਟ ਸਿਟਿੰਗ ਰੱਖ ਸਕਦੀ ਹੈ ਪਾਰਲੀਮੈਂਟ ਕੋਲੇ। ਜਿਹੜਾ ਕਲੈਕਟਿਵ ਪ੍ਰਿਵਿਲੇਜ ਦੇ ਵਿੱਚ ਪਹਿਲਾ ਪੁਆਇੰਟ ਕੀ ਹੈ ਵੀ ਸੀਕ੍ਰੇਟ ਸਿਟਿੰਗਸ ਹੋ ਸਕਦੀਆਂ ਪਾਰਲੀਮੈਂਟ ਦੇ ਵਿੱਚ ਹਨਾ, ਵੀ ਜਿਹੜੇ ਵਾਧੂ ਘਾਟੂ ਬੰਦੇ ਆ ਬਾਹਰਲੇ ਹਨਾ, ਵੀ ਸਟ੍ਰੇਂਜਰ ਬੰਦੇ ਆ ਉਹਨਾਂ ਨੂੰ ਉਹ ਬਾਹਰ ਕੱਢ ਸਕਦੇ ਆ, ਸੀਕ੍ਰੇਟ ਮੀਟਿੰਗ ਹੋਲਡ ਕਰ ਸਕਦੇ। ਦੂਜਾ ਪੁਆਇੰਟ ਕੀ ਸੀਗਾ ਵੀ
ਜਿੰਨੇ ਵੀ ਕੰਮ ਹੋਣੇ ਆ ਲੋਕ ਸਭਾ ਚ ਜਾਂ ਰਾਜ ਸਭਾ ਚ, ਹਨਾ, ਉਹਨਾਂ ਕੰਮਾਂ ਨੂੰ ਲੈ ਕੇ ਵੀ ਕਿਵੇਂ ਕਿਵੇਂ ਕੰਮ ਕਰਾਂਗੇ ਆਪਾਂ। ਉਹ ਜਿਵੇਂ ਆਪਾਂ ਕੱਲ ਗੱਲ ਕਰੀ ਜਾਂਦੇ ਵੀ 3 ਰੀਡਿੰਗਾਂ ਹੁੰਦੀਆਂ, 4 ਰੀਡਿੰਗਾਂ ਹੁੰਦੀਆਂ ਬਿੱਲ ਦੀਆਂ, ਹਨਾ, ਵੀ 3 ਰੀਡਿੰਗਾਂ ਦੀ ਗੱਲ ਕੀਤੀ ਸੀ ਆਪਾਂ। ਤਾਂ ਉਹ ਚੀਜ਼ਾਂ ਕਿੱਥੇ ਲਿਖੀਆਂ ਹੋਈਆਂ? ਉਹ ਲੋਕ ਸਭਾ ਨੇ ਆਪ ਹੀ ਰੂਲ ਬਣਾਏ ਹੋਏ ਆ ਆਪਦੇ, ਜਾਂ ਰਾਜ ਸਭਾ ਨੇ ਆਪ ਹੀ ਰੂਲ ਬਣਾਏ ਹੋਏ ਆ। ਠੀਕ ਆ, ਠੀਕ ਹੈ। ਵੀ ਕਿਵੇਂ ਕਿਵੇਂ ਕੰਮ ਕਰਾਂਗੇ ਅਸੀਂ। ਸੋ ਉਹ ਵੀ ਇਹਨਾਂ ਦੀ ਇੱਕ ਕੀ ਹੋ ਗਈ, ਪ੍ਰਿਵਿਲੇਜ, ਇੱਕ ਅਧਿਕਾਰ ਹੈ ਵੀ ਆਪ ਹੀ ਰੂਲ ਬਣਾਇਆ ਆਪਦੇ ਕੰਮ ਵਾਸਤੇ। ਇਹ ਨਹੀਂ ਵੀ ਦੂਜੇ ਬੰਦੇ ਨੇ ਨੀ ਬਣਾ ਕੇ ਦਿੱਤੇ। ਹੁਣ ਜਿਵੇਂ ਆਪਾਂ ਸਰਕਾਰੀ ਨੌਕਰੀ ਤੇ ਲੱਗਾਂਗੇ ਤੇ ਆਪਣੇ ਸਰਕਾਰੀ ਨੌਕਰੀ ਵਾਸਤੇ ਆਪਾਂ ਰੂਲ ਆਪ ਬਣਾਏ ਹੋਣਗੇ? ਨਹੀਂ, ਨਹੀਂ, ਉਹ ਤਾਂ ਸਰਕਾਰ ਨੇ ਜਾਂ ਉਹ ਡਿਪਾਰਟਮੈਂਟ ਨੇ ਬਣਾ ਕੇ ਦਿੱਤੇ ਆ, ਸਰਕਾਰ ਨੇ ਬਣਾਏ ਹੁੰਦੇ ਨੇ ਤਾਂ। ਇੱਥੇ ਕੀ ਆ, ਇਹ ਆਪ ਹੀ ਬਣਾਉਂਦੇ ਆ। ਫਿਰ ਕੋਰਸ ਇਨਕੁਆਇਰੀ ਨਹੀਂ ਕਰ ਸਕਦੇ ਆ ਕਾਹਦੀ, ਕਿਸੇ ਵੀ ਹਾਊਸ ਦੀ ਪ੍ਰੋਸੀਡਿੰਗ ਦੀ। ਕਿਸੇ ਵੀ ਹਾਊਸ ਦੇ ਵਿੱਚ ਕੀ ਚੱਲੀ ਜਾਂਦਾ, ਹਨਾ, ਵੀ ਕੋਈ ਮੈਂਬਰ ਨੇ ਕੀ ਬੋਲਤਾ ਜਾਂ ਕੀ ਆ, ਕੋਰਸ ਨਹੀਂ ਉਹਦੇ ਬਾਰੇ ਕਹਿ ਸਕਦੇ। ਹਾਂ, ਸਪੀਕਰ ਕੋਲੇ ਪਾਵਰ ਹੁੰਦੀ ਹੈ ਵੀ ਸਪੀਕਰ ਜੇ ਤੁਸੀਂ ਤੰਗ ਕਰੋਗੇ ਤਾਂ ਸਪੀਕਰ ਤੁਹਾਨੂੰ ਬਾਹਰ ਕੱਢ ਸਕਦਾ। ਸੋ ਕਲੈਕਟਿਵ ਪ੍ਰਿਵਿਲੇਜ ਦਾ ਪਤਾ ਲੱਗ ਗਿਆ। ਹੁਣ ਇੰਡੀਵਿਜੂਅਲ ਪ੍ਰਿਵਿਲੇਜ ਦੀ ਗੱਲ ਕਰਨੀ ਹੈ। ਇੰਡੀਵਿਜੂਅਲ ਵੀ ਇਕੱਲੇ ਇਕੱਲੇ ਐਮਪੀ ਨੂੰ ਆਪਦੇ ਪੱਧਰ ਤੇ ਕੀ ਹੈ, ਉਹ ਤਾਂ ਸਾਰੀ ਲੋਕ ਸਭਾ ਦੇ ਪੱਧਰ ਤੇ ਜਾਂ ਸਾਰੀ ਰਾਜ ਸਭਾ ਦੇ ਪੱਧਰ ਤੇ ਗੱਲ ਕਰਨੀ ਨਾ। ਹਾਂ ਬਈ, ਵੀ ਲੋਕ ਸਭਾ ਦੀ ਕਿਸੇ ਵੀ ਪ੍ਰੋਸੀਡਿੰਗ ਦੀ ਇਨਕੁਆਇਰੀ ਕੌਣ ਨਹੀਂ ਕਰ ਸਕਦੀ? ਕੋਰਟ ਨਹੀਂ ਕਰ ਸਕਦੀ। ਉਹ ਤਾਂ ਸਾਰੀ ਦੀ ਗੱਲ ਹੋ ਗਈ, ਉਹ ਤਾਂ ਸਾਰਿਆਂ ਨੂੰ ਹੀ ਆ ਉਹ ਅਧਿਕਾਰ ਤਾਂ, ਇਕੱਠਿਆਂ ਨੂੰ, ਹਨਾ। ਹੁਣ ਆਪਾਂ ਇਕੱਲੇ ਇਕੱਲੇ ਦੀ ਗੱਲ ਕਰਨੀ, ਇਕੱਲੇ ਇਕੱਲੇ ਐਮਪੀ ਨੂੰ ਕੀ ਅਧਿਕਾਰ? ਸੋ ਦਾ ਪ੍ਰਿਵਿਲੇजेस belonging to members individually are, ਦੇਖੋ ਪਹਿਲੀ ਕੀ ਹੈ, ਬਹੁਤ ਇੰਪੋਰਟੈਂਟ, they can't be arrested। ਕੀ ਲਿਖਿਆ? they can't be arrested during the session of parliament and 40 days before the beginning and 40 days after the end of session। The privilege is available only in civil cases, not in criminal cases। ਹੁਣ ਦਿਮਾਗ 'ਚ ਬਿਠਾਓ, ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਭਗਵੰਤ ਮਾਨ ਦਾ ਤੇਰਾ ਜਾਂ ਸੁਖਬੀਰ ਬਾਦਲ ਦਾ। ਹੁਣ ਤੁਸੀਂ ਦੱਸੋ ਆਪਾਂ ਕਿਹਦੀ ਗੱਲ ਕਰੀਏ? ਬਾਦਲ ਸਾਹਿਬ ਦੀ ਕਰ ਲਈਏ? ਬਾਦਲ ਸਾਹਿਬ ਦੀ ਗੱਲ। ਬਾਦਲ ਸਾਹਿਬ ਦੀ ਕਰਦੇ। ਸੋ ਬਾਦਲ ਸਾਹਿਬ ਨੂੰ ਇਹ ਆ ਵੀ ਜੇ ਹੁਣ ਮੰਨ ਕੇ ਚਲੋ ਕੱਲ ਨੂੰ ਕੋਈ ਬੰਦਾ ਉੱਠ ਕੇ ਕਹਿ ਦੇ, ਹਨਾ, ਵੀ ਬਾਦਲ ਸਾਹਿਬ ਨੇ ਤਾਂ ਮੇਰੀ ਜੀ ਇੰਨੀ ਜ਼ਮੀਨ ਨੱਪ ਲਈ, ਆਪਾਂ ਕਹਿ ਦਈਏ, ਮੰਨ ਕੇ ਚਲੋ ਮੈਂ ਹੀ ਕੇਸ ਕਰਤਾ ਬਾਦਲ ਸਾਹਿਬ ਤੇ ਵੀ ਬਾਦਲ ਸਾਹਿਬ ਨੇ ਜ਼ਮੀਨ ਨੱਪ ਲਈ, ਤੇ ਉਹ ਚੀਜ਼ ਪ੍ਰੂਵ ਵੀ ਹੋ ਗਈ, ਉਹ ਚੀਜ਼ ਪ੍ਰੂਵ ਵੀ ਹੋ ਗਈ। ਤੇ ਹੁਣ ਪੁਲਿਸ ਕੀ ਕਰ, ਵੈਸੇ ਕੀ ਨਾਰਮਲੀ ਕੀ ਹੋਊਗਾ, ਪੁਲਿਸ ਨੇ ਅਰੈਸਟ ਕਰਨ ਜਾਣਾ ਸੀ ਉਹਨੂੰ। ਹਾਂ ਬਈ, ਠੀਕ ਹੈ, ਪਰ ਹੁਣ ਹਾਊਸ ਆਪਣੇ ਪਾਰਲੀਮੈਂਟ ਦੇ ਸੈਸ਼ਨ ਨਹੀਂ ਚੱਲੀ ਜਾਂਦਾ, ਮੌਨਸੂਨ ਸੈਸ਼ਨ। ਹਾਂ ਬਈ, ਉਹ ਆਦੇ ਤੁਸੀਂ ਉਹਨੂੰ ਅਰੈਸਟ ਕਰ ਹੀ ਨਹੀਂ ਸਕਦੇ, ਤੁਸੀਂ ਉਹਨੂੰ ਅਰੈਸਟ ਕਰ ਹੀ ਨਹੀਂ ਸਕਦੇ। ਕਰ ਲਓ ਬਾਦਲਾਂ ਦਾ, ਜੇ ਤੁਸੀਂ ਕਰ ਸਕਦੇ ਹੋ ਤਾਂ ਆ ਜਾਓ। ਹੈਂ, ਮੈਂ ਕਿਉਂ ਯਾਰ, ਵੀ ਹੁਣ ਮੈਂ ਸੋਚੀ ਪੈ ਗਿਆ ਕਦੋਂ ਨਹੀਂ ਕਰ ਸਕਦੇ। ਫਿਰ ਮੈਂ ਕਿਸੇ ਸਿਆਣੇ ਬੰਦੇ ਕੋਲੇ ਗਿਆ, ਆਪਦੇ ਸੀਨੀਅਰ ਕੋਲੇ, ਉਹਨੇ ਦੱਸਿਆ ਬਈ ਉਹ ਸਹੀ ਆ, ਉਹ ਬਾਦਲ ਆਪਦੀ ਥਾਂ ਤੇ, ਉਹਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ। ਮੈਂ ਕਿਉਂ, ਮੈਂ ਰੌਲਾ ਪਾਈ ਜਾਂਦਾ, ਮੈਂ ਯਾਰ ਲੈ ਕਿਉਂ ਨਹੀਂ ਕਰ ਸਕਦੇ, ਉਹਨੇ ਮੇਰੀ ਜ਼ਮੀਨ ਨੱਪ ਲਈ। ਉਹ ਕਹਿੰਦਾ ਠੀਕ ਆ, ਤੇਰੀ ਜ਼ਮੀਨ ਨੱਪੀ ਆ, ਪਰ ਉਹ ਐਮਪੀ ਆ, ਤੇ ਜਦੋਂ ਕੋਈ ਐਮਪੀ ਹਨਾ ਬਣ ਜਾਂਦਾ ਤੇ ਪਲੱਸ ਸੈਸ਼ਨ ਚੱਲ ਰਿਹਾ ਹੁੰਦਾ ਨਾ ਕਿਸੇ ਹਾਊਸ ਦੇ ਵਿੱਚ। ਹੁਣ ਮਾਨਸੂਨ ਸੈਸ਼ਨ ਚੱਲੀ ਜਾਂਦਾ, ਮਾਨਸੂਨ ਸੈਸ਼ਨ ਚੱਲਦਾ ਹੋਣ ਕਰਕੇ ਵੀ ਹੁਣ ਜਿੰਨਾ ਟਾਈਮ ਸੈਸ਼ਨ ਚੱਲਦਾ ਉਹਨਾਂ ਟਾਈਮ ਤਾਂ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ, ਤੇ 40 ਦਿਨ ਬਾਅਦ ਤੱਕ ਵੀ ਨਹੀਂ ਅਰੈਸਟ ਕਰ ਸਕਦੇ। ਤੇ ਜਿੱਦਣ ਸੈਸ਼ਨ ਖਤਮ ਹੋਊਗਾ, ਪ੍ਰੈਜ਼ੀਡੈਂਟ ਸੈਸ਼ਨ ਨੂੰ ਕੀ ਕਰ ਦੂਗਾ, ਪ੍ਰੋਰੋਗ ਕਰ ਦੂਗਾ, ਉਦੋਂ 40 ਦਿਨਾਂ ਬਾਅਦ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਆ। ਠੀਕ ਹੈ, 40 ਦਿਨਾਂ ਤੱਕ ਹੁਣ ਤੂੰ ਟਿਕ ਕੇ ਬਹਿ ਜਾ, ਮੈਨੂੰ ਉਹਨੇ ਸਮਝਾਤਾ ਬੰਦੇ। ਠੀਕ ਹੈ, ਠੀਕ ਹੈ, ਓਕੇ ਹੋ ਗਿਆ। ਹਾਂ ਹਾਂ ਵੀ ਨਾ ਤਾਂ 40 ਦਿਨ ਪਹਿਲਾਂ ਤੇ 40 ਦਿਨ ਬਾਅਦ ਤੱਕ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ। ਪਰ ਕਿਹੜੇ ਕੇਸਿਸ ਦੇ ਵਿੱਚ? ਸਿਵਲ ਕੇਸਿਸ 'ਚ। ਜ਼ਮੀਨ ਨੱਪੀ ਆ ਉਹਨੇ, ਕਿਸੇ ਬੰਦੇ ਨੂੰ ਫਿਜ਼ੀਕਲੀ ਹਾਰਮ ਨਹੀਂ ਪਹੁੰਚਾਇਆ। ਜੇ ਹੁਣ ਮੰਨ ਕੇ ਚੱਲੋ ਸੁਖਬੀਰ ਬਾਦਲ ਨੇ ਕਿਸੇ ਦੇ ਕੁੱਟਤਾ ਕਿਸੇ ਨੂੰ, ਠੀਕ ਹੈ, ਉਹਦੇ ਸੱਟਾਂ ਮਾਰਤੀਆਂ, ਉਹ ਕਿਹੜਾ ਕੇਸ ਬਣੂ? ਉਹ ਬਣੂ ਕ੍ਰਿਮੀਨਲ ਕੇਸ। ਉਹ ਕਿਹੜਾ ਕੇਸ ਬਣੂਗਾ? ਕ੍ਰਿਮੀਨਲ। ਉਹਦੇ 'ਚ ਗ੍ਰਿਫਤਾਰੀ ਹੋ ਸਕਦੀ ਹੈ। ਗੱਲ ਸਮਝ ਲੱਗ ਗਈ? ਪਹਿਲਾਂ ਤਾਂ ਇੱਕ ਤੁਹਾਨੂੰ ਪਤਾ ਲੱਗ ਗਿਆ ਕ੍ਰਿਮੀਨਲ ਤੇ ਸਿਵਲ ਕੇਸਿਸ ਦੇ ਵਿੱਚ ਕੀ ਫਰਕ ਹੁੰਦਾ। ਸਿਵਲ ਕੇਸਿਸ ਹੁੰਦੇ ਆ ਜਿਵੇਂ ਤਲਾਕ ਹੋ ਗਿਆ,
ਉਹ ਵੀ ਤਾਂ ਕੇਸ ਹੀ ਆ, ਕੋਰਟ 'ਚ ਚੱਲਦਾ ਨਾ। ਫਿਰ ਹਾਂ ਬਈ, ਜਿਵੇਂ ਆਪਣਾ ਨਾਰਮਲੀ ਮਾੜੇ ਮੋਟੇ ਵੀ ਜਿੱਥੇ ਯਾਰ ਲੜਾਈ ਨਹੀਂ ਹੁੰਦੀ ਗੀ, ਭਿਆਨਕ ਲੜਾਈ ਨਹੀਂ ਹੁੰਦੀ, ਵੀ ਮਤਲਬ ਸੱਟਾਂ ਨਹੀਂ ਵੱਜਦੀਆਂ ਇੱਕ ਦੂਜੇ ਦੇ, ਵੀ ਗੱਲੀ ਬਾਤੀ ਤੁਹਾਡਾ ਕਿਸੇ ਨੇ ਕੁਝ ਨੱਪ ਲਿਆ, ਤੁਸੀਂ ਕਿਸੇ ਦਾ ਤੋਂ ਕੁਝ ਲੈਣਾ, ਹਨਾ। ਆਮ ਆਮ ਦੇ ਜਿਹੜੇ ਮਾਮਲੇ ਹੁੰਦੇ ਉਹ ਕੀ ਹੁੰਦੇ ਆ, ਸਿਵਲ ਕੇਸ ਹੁੰਦੇ ਆ। ਪਰ ਜਦੋਂ ਤੁਹਾਡੀ ਲੜਾਈ ਹੋ ਜਾਂਦੀ, ਫਿਜ਼ੀਕਲੀ ਲੜਾਈ ਹੋ ਜਾਂਦੀ ਆ, ਹਨਾ, ਡਾਂਗਾਂ ਚੱਲ ਜਾਂਦੀਆਂ, ਜਾਂ ਕੋਈ ਬੰਦਾ ਮਰ ਜਾਂਦਾ, ਜਾਂ ਕਿਸੇ ਬੰਦੇ ਦੇ ਕੋਈ ਭਿਆਨਕ ਸੱਟ ਲੱਗ ਜਾਂਦੀ ਆ ਹੱਥੋਂ ਭਾਈ, ਉਹ ਕੇਸਸ ਕਿਹੜੇ ਹੁੰਦੇ ਆ, ਉਹ ਹੁੰਦੇ ਆ ਕ੍ਰਿਮੀਨਲ ਕੇਸਸ। ਠੀਕ ਆ। ਜਾਂ ਜਿਵੇਂ ਰੇਪ ਕੇਸਸ ਹੋ ਗਏ, ਇਹ ਕਿਹੜੇ ਆ, ਕ੍ਰਿਮੀਨਲ ਕੇਸਸ। ਕ੍ਰਿਮੀਨਲ ਕੇਸਸ ਦੇ ਵਿੱਚ ਕੋਈ ਛੋਟ ਨਹੀਂ, ਪਰ ਜੇ ਸਿਵਲ ਕੇਸ ਆ ਤੇ ਤੁਸੀਂ ਉਹਨੂੰ ਫੜ ਹੀ ਨਹੀਂ ਸਕਦੇ। ਸੋ ਇੰਡੀਵਿਜੂਅਲ ਤੇ ਕਲੈਕਟਿਵ ਦਾ ਹੁਣ ਤੁਹਾਨੂੰ ਫਰਕ ਪਤਾ ਲੱਗੀ ਜਾਂਦਾ ਨਾ, ਵੀ ਉਹ ਸੀਗੇ ਕਲੈਕਟਿਵ, ਵੀ ਪਾਰਲੀਮੈਂਟਰੀ ਲੈਵਲ ਤੇ ਕਿਹੜੇ ਕਿਹੜੇ ਅਧਿਕਾਰ ਆ ਤੁਹਾਨੂੰ, ਹਨਾ। ਸਾਰੀ ਦੀ ਸਾਰੀ ਪਾਰਲੀਮੈਂਟ ਨੂੰ ਕੀ ਅਧਿਕਾਰ ਆ, ਇੱਥੇ ਹੁਣ ਕੱਲੇ ਐਮਪੀ ਦਾ, ਹੁਣ ਸਾਰੀ ਪਾਰਲੀਮੈਂਟ ਨੂੰ ਥੋੜਾ ਗ੍ਰਿਫਤਾਰ ਕਰਨਾ ਆਪਾਂ, ਸਮਝ ਲੱਗ ਗਈ। ਹਾਂ ਬਈ, ਫਿਰ ਅੱਗੇ ਕੀ ਹੈ ਦੂਜਾ, ਦੇ ਹੈਵ freedom of speech in parliament, no member is liable to any proceeding in any court for anything said or any vote given by him in the parliament। ਸੋ ਜਿਹੜਾ ਉੱਪਰ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਬਈ ਪਾਰਲੀਮੈਂਟ ਦੀ ਪ੍ਰੋਸੀਡਿੰਗ ਦੇ ਵਿੱਚ ਜਾਂ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਕੀ ਚੱਲ ਰਿਹਾ, ਉਹਦੇ ਬਾਰੇ ਕੋਰਟ ਕੋਈ ਵੀ ਇਨਕੁਆਇਰੀ ਨਹੀਂ ਕਰ ਸਕਦੀ। ਉਹ ਸਾਰੀ ਵੇਖੋ ਪਾਰਲੀਮੈਂਟਰੀ ਪ੍ਰੋਸੀਡਿੰਗ ਦੇ ਵਿੱਚ, ਹਨਾ, ਸਾਰੀ ਪਾਰਲੀਮੈਂਟ ਦੀ ਪ੍ਰੋਸੀਡਿੰਗ 'ਚ ਕੀ ਚੱਲੀ ਜਾਂਦਾ, ਵੀ ਸਪੀਕਰ ਨੇ ਕੀ ਕਹਿਤਾ, ਹਨਾ, ਜਾਂ ਪ੍ਰੋਸੀਡਿੰਗ ਕਿਹੜੇ ਤਰੀਕੇ ਨਾਲ ਚੱਲੀ ਜਾਂਦੀ ਹੈ। ਸਪੀਕਰ ਨੇ ਮੰਨ ਕੇ ਚੱਲੋ ਵੀ ਪ੍ਰੈਜ਼ੀਡੈਂਟ ਨੇ 20 ਦਿਨਾਂ ਦਾ ਸੈਸ਼ਨ ਚੱਲਿਆ ਸੀਗਾ, ਵਿੱਚੋਂ 15 ਦਿਨ ਸੈਸ਼ਨ ਵੀ ਰੌਲੇ ਰੱਪੇ 'ਚ ਹੀ ਲੰਘ ਗਿਆ, ਵੀ ਉਹ ਲੱਗ ਹੀ ਨਹੀਂ ਸਕਿਆ ਗਾ। ਸੋ ਕੋਈ ਕੋਰਟ ਨਹੀਂ ਵੀ ਹਾਂ ਵੀ ਤੁਸੀਂ 20 ਚੋਂ 15 ਦਿਨ ਤਾਂ ਸੈਸ਼ਨ ਹੀ ਨਹੀਂ ਲਾਇਆ, ਦੱਸੋ ਕਿਉਂ ਨਹੀਂ ਲਾਇਆ ਗਾ, ਕੋਰਟ ਨਹੀਂ ਕੁਝ ਕਹਿ ਸਕਦੀ। ਠੀਕ ਹੈ। ਤੇ ਇੰਡੀਵਿਜੂਅਲ ਦੇ ਵਿੱਚ ਕੀ ਹੈ ਵੀ ਜਦੋਂ ਕੋਈ ਬੰਦਾ ਬਿਆਨ ਦੇਈ ਜਾਂਦਾ, ਭਗਵੰਤ ਮਾਨ ਸਾਹਿਬ ਹੋਰੀ ਬਿਆਨ ਦੇਈ ਜਾਂਦੇ ਆ ਤੇ ਕੋਰਟ ਦੇ ਵਿੱਚ, ਕੋਰਟ 'ਚ ਕਹੀ ਜਾਂਦਾ, ਪਾਰਲੀਮੈਂਟ ਦੇ ਵਿੱਚ ਕੁਛ ਮਰਜ਼ੀ ਕਹਿ ਦੇਣ, ਭਗਵੰਤ ਮਾਨ ਤੇ ਕੋਈ ਕੋਰਟ ਕੋਈ ਐਕਸ਼ਨ ਨਹੀਂ ਲੈ ਸਕਦੀ। ਕਲੀਅਰ? ਹਾਂ ਬਈ, ਸਮਝ ਲੱਗ ਗਈ ਨਾ। ਠੀਕ ਹੈ। ਸੋ ਅੱਗੇ ਆ ਗਿਆ ਕੁਐਸਚਨ ਆਵਰ। ਕੀ ਆ ਗਿਆ? ਕੁਐਸਚਨ ਆਵਰ। ਕੁਐਸਚਨ ਨੰਬਰ ਹੁਣ 0 ਆਵਰ ਤੇ ਕੁਐਸਚਨ ਆਵਰ, ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ। ਸੋ ਦਾ ਫਸਟ ਆਵਰ ਆਫ ਐਵਰੀ ਸਿਟਿੰਗ ਇਨ ਬੋਥ ਹਾਊਸਸ ਕੀ ਹੁੰਦਾ, ਕਿੰਨੇ ਵਜੇ ਪਹਿਲਾਂ ਤਾਂ ਕਿਸੇ ਵੀ ਹਾਊਸ ਦੀ ਸਿਟਿੰਗ ਕਿੰਨੇ ਵਜੇ ਸਟਾਰਟ ਹੁੰਦੀ ਹੈ? 11 ਵਜੇ ਸਟਾਰਟ ਹੁੰਦੀ ਹੈ। ਕਿੰਨੇ ਵਜੇ ਸਟਾਰਟ ਹੁੰਦੀ ਹੈ? 11 ਵਜੇ। 11 ਵਜੇ। ਜਿਹੜਾ ਪਹਿਲਾ ਘੰਟਾ ਹੁੰਦਾ 11 ਤੋਂ 12, ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਕੁਐਸਚਨ ਆਵਰ ਬੋਲਦੇ ਆ। ਕੁਐਸਚਨ ਆਵਰ। ਠੀਕ ਹੈ। 11 ਤੋਂ 12 ਵਜੇ ਤੱਕ ਦਾ ਜਿਹੜਾ ਪਹਿਲਾ ਘੰਟਾ ਉਹਨੂੰ ਕੀ ਬੋਲਦੇ ਆ? ਕੁਐਸਚਨ ਆਵਰ। ਉਹਦੇ 'ਚ ਕੀ ਹੁੰਦਾ? ਉਹਦੇ 'ਚ ਕੁਐਸਚਨ ਪੁੱਛੇ ਜਾਂਦੇ ਆ। ਕੁਐਸਚਨ ਪੁੱਛਾਂਗੇ ਕਿਹਨੂੰ? ਆਪਾਂ ਤੁਹਾਨੂੰ ਦੱਸਿਆ ਨਾ ਵੀ ਜਿਹੜੀ ਲੋਕ ਸਭਾ, ਹਨਾ, ਜਿਹੜੇ ਸਰਕਾਰ ਆ, ਗਵਰਨਮੈਂਟ ਆ, ਉਹ ਕਿਹਨੂੰ ਰਿਸਪੌਂਸੀਬਲ ਹੁੰਦੀ ਆ? ਲੋਕ ਸਭਾ ਨੂੰ। ਰਿਸਪੌਂਸੀਬਲ ਹੋਣ ਦਾ ਕੀ ਮਤਲਬ ਸੀ ਵੀ ਲੋਕ ਸਭਾ ਕੋਲੇ ਪਾਵਰ ਆ ਵੀ ਉਹਨੂੰ ਉਹ ਲਾ ਸਕਦੀ ਹੈ ਸਰਕਾਰ ਨੂੰ, ਜੇ ਸਰਕਾਰ ਉਹਦੀ ਗੱਲ ਨਹੀਂ ਸੁਣਦੀ ਤਾਂ ਲੋਕ ਸਭਾ ਦੀ, ਹਨਾ। ਹਾਂ ਬਈ। ਪਰ ਮੈਂ ਤੁਹਾਨੂੰ ਕਿਹਾ ਸੀ ਵੀ ਅਕਾਊਂਟੇਬਲ ਇਹ ਦੋਵਾਂ ਨੂੰ ਹੀ ਆ, ਅਕਾਊਂਟੇਬਲ ਰਾਜ ਸਭਾ ਨੂੰ ਵੀ ਆ, ਕਿਉਂਕਿ ਵੀ ਰਾਜ ਸਭਾ ਵਾਲੇ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕੁਐਸਚਨ ਪੁੱਛ ਸਕਦੇ ਰਾਜ ਸਭਾ ਵਾਲੇ, ਪਰ ਐਕਸ਼ਨ ਕੋਈ ਨਹੀਂ ਲੈ ਸਕਦੇ। ਦੱਸਿਆ ਸੀ ਨਾ, ਰਾਜ ਸਭਾ ਕੋਲੇ ਕੀ ਆ ਵੀ ਰਾਜ ਸਭਾ ਕੁਐਸਚਨ ਪੁੱਛ ਸਕਦੀ ਹੈ, ਐਕਸ਼ਨ ਤਾਂ ਉੱਥੇ ਕਿਹੜਾ ਵੀ ਐਕਸ਼ਨ ਕਦੋਂ ਹੋਊਗਾ ਯਾਰ? ਸਰਕਾਰ ਤੇ ਐਕਸ਼ਨ ਦਾ ਕੀ ਮਤਲਬ ਆ? ਕੌਨਫੀਡੈਂਸ ਮੋਸ਼ਨ, ਨੋ ਕੌਨਫੀਡੈਂਸ ਮੋਸ਼ਨ ਹੀ ਐਕਸ਼ਨ। ਕੀ ਕਰੋਗੇ ਤੁਸੀਂ ਸਰਕਾਰ ਤੇ? ਲੋਕ ਸਭਾ ਕੀ ਐਕਸ਼ਨ ਲੈ ਸਕਦੀ ਹੈ ਵੀ ਹਾਂ ਨੋ ਕੌਨਫੀਡੈਂਸ ਮੋਸ਼ਨ ਪਾਸ ਕਰ ਸਕਦੀ ਹੈ, ਭਾਈ ਇਹੀ ਆ। ਹਾਂ ਬਈ। ਹੋਰ ਸਰਕਾਰ ਦਾ ਤੁਸੀਂ ਕੀ ਕਰ ਲੋਗੇ ਯਾਰ? ਸਰਕਾਰ ਨੂੰ ਡਰ ਤਾਂ ਇਹੀ ਹੈ ਵੀ ਨੋ ਕੌਨਫੀਡੈਂਸ ਮੋਸ਼ਨ ਨਾ ਆ ਜਾਏ, ਜੇ ਉਹ ਪਾਸ ਹੋ ਗਿਆ ਫਿਰ ਸਰਕਾਰ ਗਈ, ਉਹ ਕਿੱਥੇ ਆ ਸਕਦਾ? ਲੋਕ ਸਭਾ 'ਚ। ਠੀਕ ਹੈ। ਪਰ ਸਰਕਾਰ ਨੂੰ, ਸਰਕਾਰ ਦੇ ਮਿਨਿਸਟਰਸ ਨੂੰ, ਜਿਵੇਂ ਹੁਣ ਐਜੂਕੇਸ਼ਨ ਮਿਨਿਸਟਰ ਨੇ ਕੋਈ ਕੰਮ ਕੀਤਾ, ਜਿਵੇਂ ਹੁਣ ਐਗਰੀਕਲਚਰ ਮਿਨਿਸਟਰ ਨੇ ਤੋਮਰ ਹੋਰਾਂ ਨੇ ਕੋਈ ਉਹ ਬਿੱਲ ਲਿਆਂਦਾ ਸੀਗਾ, ਖੇਤੀਬਾੜੀ ਬਿੱਲ ਆ, ਹੁਣ ਕਾਨੂੰਨ ਬਣ ਗਿਆ ਜਿਹੜਾ। ਠੀਕ ਹੈ। ਜੋ ਹੁਣ ਉਹਦੇ ਤੇ ਸਵਾਲ ਤਾਂ ਲੋਕ ਸਭਾ ਵੀ ਪੁੱਛ ਸਕਦੀ ਸੀ ਤੋਮਰ ਨੂੰ, ਤੇ ਸਵਾਲ ਰਾਜ ਸਭਾ ਵੀ ਪੁੱਛ ਸਕਦੀ ਹੈ। ਅਕਾਊਂਟੇਬਲ ਉਹ ਦੋਵਾਂ ਨੂੰ ਹੀ ਹੈ, ਪਰ ਰਿਸਪੌਂਸੀਬਲ ਇੱਕੋ ਬੰਦੇ ਨੂੰ ਆ, ਕਿਹਨੂੰ? ਲੋਕ ਸਭਾ ਨੂੰ, ਕਿਉਂਕਿ ਲੋਕ ਸਭਾ ਐਕਸ਼ਨ ਲੈ ਸਕਦੀ ਹੈ ਉਹਨਾਂ ਤੇ। ਠੀਕ ਹੈ। ਸੋ ਜਿਹੜਾ ਕੁਐਸਚਨ ਆਵਰ ਆ ਵੀ ਕਹਿਣ ਦਾ ਮਤਲਬ ਕੁਐਸਚਨ ਦੋਵੇਂ ਹਾਊਸਸ ਦੇ ਵਿੱਚ ਪੁੱਛੇ ਜਾਣਗੇ।
ਠੀਕ ਹੈ। ਕੁਐਸਚਨ ਪੁੱਛਦੇ ਕਿਹਨੂੰ ਆ? ਸਰਕਾਰ ਨੂੰ ਪੁੱਛਦੇ ਆ। ਆਮ MP ਹੁੰਦੇ ਆ ਜਿਹੜੇ, ਉਹ ਜਿਹੜੇ ਮਿਨਿਸਟਰਸ ਆ ਉਹਨਾਂ ਨੂੰ ਸਵਾਲ ਪੁੱਛਦੇ ਆ ਵੀ ਦੱਸੋ ਜੀ ਵੀ ਸਾਡੇ ਗ੍ਰਾਂਟ ਕਿਉਂ ਨਹੀਂ ਆਈ, ਜਾਂ ਵੀ ਹਨਾ ਵੀ ਸਾਡੇ ਸੜਕਾਂ ਕਿਉਂ ਨਹੀਂ ਬਣ ਰਹੀਆਂ, ਜਾਂ ਪੰਜਾਬ 'ਚ ਕਿੰਨੀਆਂ ਸੜਕਾਂ ਬਣੀਆਂ। ਉਹ ਰੋਡ ਟਰਾਂਸਪੋਰਟ ਨੂੰ, ਹਨਾ ਰੋਡ ਟਰਾਂਸਪੋਰਟ ਮਿਨਿਸਟਰ ਕੌਣ? ਆਪਣਾ ਗਡਕਰੀ। ਗਡਕਰੀ ਨੂੰ ਭਗਵੰਤ ਮਾਨ ਇਹ ਸਵਾਲ ਪੁੱਛ ਸਕਦਾ ਵੀ ਦੱਸੋ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰੋਜੈਕਟ ਚੱਲੀ ਜਾਂਦੇ ਜੀ, ਸਾਨੂੰ ਦੱਸੋ। ਠੀਕ ਹੈ। ਭਗਵੰਤ ਮਾਨ ਉਮਰ ਨੂੰ ਇਹ ਸਵਾਲ ਪੁੱਛ ਸਕਦਾ ਵੀ ਦੱਸੋ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਕਿਸਾਨਾਂ ਨੂੰ ਐਤਕੀ ਕਿੰਨੀ ਸਬਸਿਡੀ ਦਿੱਤੀ ਹੈ ਯੂਰੀਆ ਦੇ ਉੱਤੇ, ਜਾਂ ਕਿੰਨੀ ਆਉਣ ਵਾਲੇ ਸਮੇਂ 'ਚ ਤੁਹਾਡਾ ਦੇਣ ਦਾ ਇਰਾਦਾ। ਕੋਈ ਵੀ ਕੁਐਸਚਨ ਸਰਕਾਰ ਨੂੰ ਪੁੱਛ ਸਕਦੇ ਆ। ਉਹ ਪਹਿਲੇ ਘੰਟੇ ਦੇ ਵਿੱਚ ਪੁੱਛਣੇ ਹੁੰਦੇ ਆ 11 ਤੋਂ 12। ਠੀਕ ਹੈ। ਕੋਈ ਵੀ MP ਸਰਕਾਰ ਦੇ ਕਿਸੇ ਵੀ ਮਿਨਿਸਟਰ ਤੋਂ ਕੋਈ ਵੀ ਸਵਾਲ ਪੁੱਛ ਸਕਦਾ। ਕਲੀਅਰ? ਹਾਂ ਬਈ। ਦੇਖੋ ਇਨ ਦਿਸ ਕੁਐਸਚਨਸ ਆਰ, ਜਿਹੜਾ ਕੁਐਸਚਨ ਆਵਰ ਦੇ ਵਿੱਚ ਕੀ ਹੁੰਦਾ, ਦਾ ਫਸਟ ਆਵਰ ਆਫ ਐਵਰੀ ਸਿਟਿੰਗ ਇਨ ਬੋਥ ਹਾਊਸਸ। ਕੀ ਹੁੰਦਾ? ਕੁਐਸਚਨ ਆਵਰ ਹੁੰਦਾ। ਇਨ ਦਿਸ ਕੁਐਸਚਨਸ ਆਰ ਆਸਕਡ ਬਾਈ ਮੈਂਬਰਸ ਐਂਡ ਆਨਸਰਡ ਬਾਈ ਮਿਨਿਸਟਰਸ। ਜਵਾਬ ਕਿਹਨੇ ਦੇਣੇ ਹੁੰਦੇ ਆ? ਮੰਤਰੀਆਂ ਨੇ। ਸਰਕਾਰੀ ਜਵਾਬ ਦੇਊਗਾ ਨਾ। ਸਰਕਾਰ ਕੀ ਹੁੰਦੇ ਆ? ਮੰਤਰੀ। ਇੱਕ ਸਰਕਾਰੀ ਹੈ। ਹਾਂ ਬਈ। ਸਰਕਾਰ ਦੇ ਵਿੱਚ ਕੌਣ ਹੁੰਦਾ? ਪ੍ਰਧਾਨ ਮੰਤਰੀ ਤੇ ਮੰਤਰੀ। So question hour is important mechanism through which executives accountability is brought about। ਠੀਕ ਹੈ। ਸੋ ਵੀ ਇਹ ਇੰਪੋਰਟੈਂਟ ਮੈਕੈਨਿਜ਼ਮ ਆ, ਇਹਦੇ ਥਰੂ ਹੀ ਆਪਾਂ ਨੂੰ ਜਿਹੜੀ ਅਕਾਊਂਟੇਬਿਲਟੀ ਆਊਗੀ ਨਾ, ਜਦੋਂ ਆਪਾਂ ਸਵਾਲ ਪੁੱਛਾਂਗੇ ਫਿਰ ਹੀ ਉਹ ਜਵਾਬਦੇਹੀ ਹੈ ਨਾ, ਜਵਾਬਦੇਹੀ ਤੈਅ ਕਰਦੀ ਹੈ ਯਾਰ। ਕੁਐਸਚਨ ਆਵਰ ਕੀ ਹੈ? ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਵੀ ਹਾਂ ਵੀ ਸਰਕਾਰ ਐਂ ਨਹੀਂ ਵੀ ਕੁਝ ਮਰਜ਼ੀ ਕਰੀ ਜਾਊਗੀ। ਜੇ ਸਰਕਾਰ ਕੁਝ ਗਲਤ ਕਰੂਗੀ ਆਪਾਂ ਇਹਨੂੰ ਕੁਐਸਚਨ ਪੁੱਛਾਂਗੇ, ਉਹਨਾਂ ਨੂੰ ਆਨਸਰ ਦੇਣਾ ਪਊਗਾ। ਠੀਕ ਹੈ। ਠੀਕ। ਫਿਰ ਆ ਗਿਆ, ਤਿੰਨ ਤਰ੍ਹਾਂ ਦੇ ਸਵਾਲ ਹੁੰਦੇ ਆ। ਇੱਕ ਹੁੰਦੇ ਆ ਸਟਾਰਡ ਕੁਐਸਚਨ, ਇੱਕ ਹੁੰਦੇ ਆ ਅਨਸਟਾਰਡ, ਤੀਜਾ ਕੀ ਹੁੰਦਾ? ਸ਼ਾਰਟ ਨੋਟਿਸ ਕੁਐਸਚਨ। ਠੀਕ ਹੈ। ਸੋ ਜਿਹੜੇ ਸਟਾਰਡ ਕੁਐਸਚਨ ਹੁੰਦੇ ਆ ਉਹਨਾਂ ਦੇ ਉੱਤੇ ਸਟਾਰ ਲਾਇਆ ਹੁੰਦਾ। ਉਹਨਾਂ ਕੁਐਸਚਨ ਦੇ ਉੱਤੇ ਕੀ ਲਾਇਆ ਹੁੰਦਾ? ਜਦੋਂ ਕੁਐਸਚਨ ਪੁੱਛਦੇ ਆ ਨਾ ਉਹਨਾਂ ਦੇ ਕੀ ਲੱਗਿਆ ਹੁੰਦਾ? ਮੂਰੇ ਸਟਾਰ। 4। ਠੀਕ ਹੈ। ਵੀ ਰਿਟਨ 'ਚ ਵੀ ਪੁੱਛਿਆ ਜਾਂਦਾ ਕੁਐਸਚਨ, ਉਹ ਰਿਟਨ ਕਾਪੀ ਵੀ ਦਿੱਤੀ ਜਾਂਦੀ ਤੇ ਬੋਲ ਕੇ ਵੀ ਪੁੱਛਿਆ ਜਾਂਦਾ। ਠੀਕ ਹੈ। ਠੀਕ ਹੈ। ਜਦੋਂ ਰਿਟਨ ਕਾਪੀ ਦੇਵਾਂਗੇ ਉਹਦੇ ਤੇ ਕੀ ਲੱਗਿਆ ਹੋਊਗਾ? ਸਟਾਰ। ਕਿਉਂਕਿ ਪਹਿਲਾਂ ਆਪਾਂ ਨੂੰ ਇਹ ਚੀਜ਼ ਉਹਨੂੰ ਜਮ੍ਹਾਂ ਕਰਵਾਉਣੀ ਪਊਗੀ ਨਾ ਸਪੀਕਰ ਨੂੰ। ਵੀ ਜੇ ਹੁਣ ਐਂ ਥੋੜਾ ਵੀ ਤੂੰ ਉੱਠ ਕੇ ਸਪੀਕਰ ਕੋਈ ਹੋਰ ਬੰਦੇ ਨੂੰ ਕੁਝ ਕਹੀ ਜਾਂਦਾ, ਤੂੰ ਉੱਠ ਕੇ ਕਹੇਂਗਾ ਮੈਂ ਕੁਐਸਚਨ ਪੁੱਛਦਾ। ਠੀਕ ਹੈ। ਤੁਸੀਂ ਪਹਿਲਾਂ ਸਪੀਕਰ ਨੂੰ ਇੱਕ ਪੇਜ ਤੇ ਹਨਾ ਆਪਦਾ ਕੁਐਸਚਨ ਲਿਖ ਕੇ ਤੇ ਮੂਰੇ ਸਟਾਰ ਲਾ ਕੇ ਫੜਾ ਕੇ ਆਓਗੇ। ਹੁਣ ਉਹ ਸਟਾਰਡ ਕੁਐਸਚਨ ਦਾ ਕੀ ਮਤਲਬ ਹੁੰਦਾ? ਸਟਾਰਡ ਕੁਐਸਚਨ ਦਾ ਕੀ ਮਤਲਬ ਹੁੰਦਾ? ਇਟ ਰਿਕੁਆਇਰਸ ਓਰਲ ਆਨਸਰ। ਠੀਕ ਹੈ। ਸਪਲੀਮੈਂਟਰੀ ਕੁਐਸਚਨ ਕੈਨ ਬੀ ਆਸਕਡ। ਗੱਲ ਸਮਝ ਲੱਗੀ ਨਹੀਂ? ਅਸਲ 'ਚ ਜਦੋਂ ਤੁਸੀਂ ਸਪੀਕਰ ਨੂੰ ਉਹ ਪੇਜ ਫੜਾ ਕੇ ਆਏ ਆ ਹਨਾ ਸਟਾਰਡ ਕੁਐਸਚਨ ਵਾਲਾ, ਉਹਦਾ ਮਤਲਬ ਇਹ ਆ ਵੀ ਜਿਹੜਾ ਮੈਂ ਕੁਐਸਚਨ ਪੁੱਛ ਰਿਹਾ ਨਾ, ਜਿਹੜਾ ਮੈਂ ਕੁਐਸਚਨ ਪੁੱਛ ਰਿਹਾ ਉਹਦਾ ਜਵਾਬ ਮੈਨੂੰ ਮਿਨਿਸਟਰ ਓਰਲੀ ਦੇਵੇ, ਵੀ ਉੱਥੇ ਲੋਕ ਸਭਾ ਦੇ ਵਿੱਚ ਖੜਾ ਹੋ ਕੇ ਦੇਵੇ ਬੋਲ ਕੇ। ਇਹ ਨਹੀਂ ਵੀ ਤੁਸੀਂ ਲਿਖਤੀ ਜਵਾਬ ਦੇਤਾ ਮੈਨੂੰ। ਸਾਰੀ ਲੋਕ ਸਭਾ ਦੇ ਸਾਹਮਣੇ ਜਾਂ ਸਾਰੀ ਰਾਜ ਸਭਾ ਦੇ ਸਾਹਮਣੇ ਉੱਤਰ ਦੇਵੇ ਮੇਰਾ। ਠੀਕ ਹੈ। ਠੀਕ ਹੈ। ਔਰਲੀ। ਤੇ ਜਦੋਂ ਹੁਣ ਔਰਲੀ ਉਹ ਆਨਸਰ ਦਿੰਦਾ ਪਿਆ ਹੋਊਗਾ ਤੇ ਜੇ ਮੇਰੇ ਦਿਮਾਗ 'ਚ ਦੁਬਾਰਾ ਕੁਐਸਚਨ ਆ ਗਿਆ ਤੇ ਮੈਂ ਫਿਰ ਪੁੱਛ ਸਕਦਾ ਉਹਨਾਂ ਨੂੰ। ਹਾਂ ਬਈ। ਫਿਰ ਉਹ ਦੁਬਾਰਾ ਜਵਾਬ ਦੇਊਗਾ। ਜਿਵੇਂ ਹੁਣ ਆਪਣੀ ਲਾਈਵ ਕਲਾਸ ਚੱਲੀ ਜਾਂਦੀ ਆ, ਔਰਲੀ ਹੈ। ਜਦੋਂ ਹੁਣ ਤੂੰ ਰਿਟਨ ਦੇ ਵਿੱਚ ਮੈਂ ਤੁਹਾਨੂੰ ਕੋਈ ਚੀਜ਼ ਭੇਜ ਦਿੰਦਾ, ਉਹ ਤੁਸੀਂ ਪੜ੍ਹ ਲੈਣੀ ਸੀ, ਦੁਬਾਰਾ ਸਵਾਲ ਥੋੜਾ ਮੈਨੂੰ ਪੁੱਛ ਸਕਦੇ ਸੀ। ਦੁਬਾਰਾ ਜੇ ਪੁੱਛਣਾ ਵੀ ਸੀ ਫਿਰ ਤੁਸੀਂ ਫਿਰ ਚਿੱਠੀ ਲਿਖਣੀ ਸੀ, ਫਿਰ ਮੇਰੇ ਕੋਲੇ ਪਹੁੰਚਣੀ ਸੀ, ਫਿਰ ਮੈਂ ਉਹਦਾ ਆਨਸਰ ਦੇਣਾ ਸੀ। ਜੇ ਉਹੀ ਔਰਲੀ ਹਨਾ ਬੋਲ ਕੇ ਜਵਾਬ ਦੇਈ ਜਾਂਦੇ ਆ ਤੇ ਉਹ ਕੋਲੇ ਹੀ ਉੱਥੇ ਆਪਾਂ ਬੈਠੇ ਆ ਤੇ ਨਾਲ ਦੀ ਨਾਲ ਹੀ ਸਵਾਲ ਕਰ ਸਕਦੇ ਆਪਾਂ। ਸੋ ਸਟਾਰਡ ਕੁਐਸਚਨ ਕੀ ਹੁੰਦੇ ਆ? ਜਿਨ੍ਹਾਂ ਦਾ ਆਨਸਰ ਮਿਨਿਸਟਰਸ ਨੂੰ ਕੀ ਆ? ਬੋਲ ਕੇ ਦੇਣਾ ਪੈਂਦਾ। ਤੇ ਜਦੋਂ ਉਹ ਬੋਲ ਕੇ ਆਨਸਰ ਕਰਨਗੇ ਤੇ ਆਪਾਂ ਨੂੰ ਜੇ ਫਿਰ ਕੋਈ ਚੀਜ਼ ਦੀ ਡਾਊਟ ਹੋਊਗੀ ਆਪਾਂ ਸਪਲੀਮੈਂਟਰੀ ਕੁਐਸਚਨ ਵੀ ਪੁੱਛ ਸਕਦੇ ਆ ਉੱਥੋਂ। ਠੀਕ ਹੈ। ਦੁਬਾਰਾ ਵੀ ਆਪਾਂ ਵੀ ਉਹ ਮਿਨਿਸਟਰ ਤੋਂ ਉਦੋਂ ਹੀ ਹਨਾ ਜਦੋਂ ਦੱਸੀ ਜਾਂਦਾ ਚੀਜ਼ਾਂ ਆਪਾਂ ਪੁੱਛ ਸਕਦੇ ਆ ਵੀ ਹਾਂਜੀ ਆਹ ਚੀਜ਼ ਦਾ ਕੀ ਮਤਲਬ ਆ, ਤੁਸੀਂ ਇੱਥੇ ਐਂ ਕਹੀ ਜਾਂਦੇ। ਸਟਾਰਡ ਕੁਐਸਚਨ ਬਾਰੇ ਪਤਾ ਲੱਗ ਗਿਆ? ਆਨਸਰ ਮਿਨਿਸਟਰ ਨੂੰ ਕੀ ਕਰਨਾ ਪਊਗਾ? ਆਨਸਰ ਬੋਲ ਕੇ ਦੇਣਾ ਪਊਗਾ। ਅਨਸਟਾਰਡ ਕੁਐਸਚਨ ਕੀ ਹੁੰਦਾ? ਹਾਂ, ਇੱਕ ਹੋਰ ਗੱਲ, ਕਿੰਨੇ ਸਟਾਰਡ ਕੁਐਸਚਨ ਪੁੱਛੇ ਜਾ ਸਕਦੇ ਇੱਕ ਦਿਨ 'ਚ? 20 ਸਟਾਰਡ ਕੁਐਸਚਨ ਇੱਕ ਦਿਨ ਦੇ। ਹਾਂ,
ਠੀਕ ਹੈ। ਵੀ ਜਿਹੜਾ ਮੈਂ 11 ਤੋਂ 12 ਤੱਕ ਦਾ ਆਪਾਂ ਟਾਈਮ ਲਿਖਿਆ ਵੀ 20 ਕੇ ਸਵਾਲਾਂ ਦੇ ਆਨਸਰ, ਕਿਉਂਕਿ ਵੇਖੋ ਟਾਈਮ ਲਿਮਟ ਹੁੰਦੀ ਆ। ਰਿਟਰਨ ਦੇ ਵਿੱਚ ਤਾਂ ਆਨਸਰ ਦੇਣਾ ਕੋਈ ਚੱਕਰ ਨਹੀਂਗਾ, ਰਿਟਰਨ ਦੇ ਵਿੱਚ ਵੀ ਟਾਈਮ ਥੋੜਾ ਰਿਟਰਨ ਦਾ ਆਨਸਰ ਦੇਣ ਦਾ, ਹਾਂ ਬਈ ਹਨਾ ਵੀ ਰਿਟਰਨ ਚ ਜਦੋਂ ਮਰਜ਼ੀ ਲਿਖ ਕੇ ਤੁਹਾਡੇ ਕੋਲੇ ਆ ਜਾਊਗਾ। ਪਰ ਜਿਹੜਾ ਮੰਨ ਕੇ ਚੱਲੋ ਬੋਲ ਕੇ ਤੁਸੀਂ ਆਨਸਰ ਦੇਣਾ, ਉਹਦਾ ਤਾਂ ਆਪਣਾ ਪਹਿਲਾ ਘੰਟਾ ਹੀ ਹੈ ਨਾ ਕੁਐਸਚਨ ਆਵਰ ਦਾ। ਤੇ 1 ਘੰਟੇ ਦੇ ਵਿੱਚ ਕਿੰਨੇ ਕੁ ਕੁਐਸਚਨ ਪੁੱਛੇ ਜਾ ਸਕਦੇ, ਕਿੰਨੇ ਕੁ ਦੇ ਆਨਸਰ ਦਿੱਤੇ ਜਾ ਸਕਦੇ, ਤੂੰ ਆਪ ਹਿਸਾਬ ਲਾ ਲਾ। 15-20 ਕੁਐਸਚਨਾਂ ਦੇ ਆਨਸਰ ਦਿੱਤੇ ਜਾਣਗੇ, 2-3 ਮਿੰਟ ਦਾ ਇੱਕ ਸਵਾਲ ਦਾ ਆਨਸਰ ਦੇਣ ਤੇ ਲੱਗਦੇ ਹੀ ਆ ਮੰਤਰੀ ਨੂੰ। ਹਾਂ ਬਈ ਸੋ ਅੱਗੇ ਅਨਸਟਾਰਟ ਕੁਐਸਚਨ ਦੀ ਗੱਲ ਆ, ਰਿਕੁਆਇਰਸ ਦਾ ਰਿਟਨ ਆਨਸਰ, ਠੀਕ ਆ, ਉਹਦਾ ਆਨਸਰ ਕੀ ਚਾਹੀਦਾ ਰਿਟਨ ਦੇ ਵਿੱਚ, ਐਂਡ ਹੈਂਸ ਨੋ ਸਪਲੀਮੈਂਟਰੀ ਕੁਐਸਚਨ ਕੈਨ ਬੀ ਆਸਕਡ। ਜਦੋਂ ਆਨਸਰ ਹੀ ਰਿਟਨ ਦੇ ਵਿੱਚ ਆਇਆ ਤੇ ਸਪਲੀਮੈਂਟਰੀ ਕੁਐਸਚਨ ਤੁਸੀਂ ਕਿਵੇਂ ਪੁੱਛੋਗੇ? ਮੰਨ ਕੇ ਚੱਲ ਬਲਦੇ ਤੂੰ ਐਮਪੀ ਆ, ਤੂੰ ਸੋਮਵਾਰ ਨੂੰ ਕੋਈ ਸਵਾਲ ਪੁੱਛ ਲਿਆ, ਜੇ ਤਾਂ ਤੂੰ ਉਹ ਸਵਾਲ ਸਟਾਰਟ ਕੁਐਸਚਨ ਦੇ ਵਿੱਚ ਪੁੱਛਿਆ, ਇਹ ਦੇਣੇ ਆਪਾਂ ਸਪੀਕਰ ਨੂੰ ਹੁੰਦੇ, ਸਪੀਕਰ ਗਾਂ ਆਪੇ ਕਹਿੰਦਾ ਵੀ ਹਾਂ ਤੁਸੀਂ ਦਿਓ ਵੀ ਜਵਾਬ, ਹਨਾ। ਤੂੰ ਜੇ ਹੁਣ ਉਹ ਜੇ ਸਪੀਕਰ ਨੂੰ ਉਹ ਦਿੱਤਾ ਵੀ ਸਟਾਰਟ ਕੁਐਸਚਨ ਦੇ ਰੂਪ ਚ, ਤੋਮਰ ਤੇਰਾ ਆਨਸਰ ਦੇਊਗਾ ਖੜਾ ਹੋ ਕੇ ਬੋਲ ਕੇ, ਠੀਕ ਹੈ। ਤੇ ਤੂੰ ਨਾਲ ਦੇ ਨਾਲ ਹੀ ਉਹਨੂੰ ਸਵਾਲ ਕੋਈ ਹੋਰ ਵੀ ਕਰ ਸਕਦਾ ਵੀ ਹਾਂਜੀ ਠੀਕ ਆ, ਆਹ ਗੱਲ ਮੈਂ ਤੁਹਾਡੀ ਮੰਨ ਗਿਆ, ਪਰ ਇਹਦੇ ਬਾਰੇ ਦੱਸੋ, ਠੀਕ ਹੈ। ਪਰ ਜੇ ਮੰਨ ਕੇ ਚੱਲੋ ਤੂੰ ਉਹ ਜਿਹੜਾ ਸਬਮਿਟ ਕਰਵਾ ਕੇ ਆਇਆ ਸਪੀਕਰ ਨੂੰ, ਉਹਦੇ ਮੂਹਰੇ ਸਟਾਰ ਲਾਇਆ ਹੀ ਨਹੀਂਗਾ, ਉਹ ਚਿੱਠੀ ਦੇ ਵਿੱਚ ਮੂਹਰੇ ਕੁਐਸਚਨ ਦੇ ਮੂਹਰੇ ਆਪਦੇ ਤੇ ਸਟਾਰ ਨਹੀਂ ਲਾਇਆ, ਤੇ ਫਿਰ ਕੋਈ ਤੋਮਰ ਨੇ ਤੈਨੂੰ ਖੜਾ ਹੋ ਕੇ ਜਵਾਬ ਨਹੀਂ ਦੇਣਾਗਾ, ਫਿਰ ਕੀ ਆ, ਤੈਨੂੰ ਬਸ ਆਨਸਰ ਆ ਜਾਊਗਾ ਤੇਰੇ ਘਰੇ ਜਾਂ ਬਈ ਤੇਰੇ ਆਫਿਸ ਦੇ ਵਿੱਚ, ਕੀ ਆ ਜਾਊਗਾ, ਕਾਹਦੀ ਫਾਰਮ ਦੇ ਵਿੱਚ ਆ ਜਾਊਗਾ, ਰਿਟਨ ਆਨਸਰ ਆ ਜਾਊਗਾ ਪੋਸਟ, ਠੀਕ ਆ, ਚਿੱਠੀ ਆ ਜਾਊਗੀ, ਬਸ ਆਹੀ ਫਰਕ ਹੈ। ਤੇ ਫਿਰ ਹੁਣ ਜਦੋਂ ਹੁਣ ਚਿੱਠੀ ਤੇਰੇ ਘਰੇ ਆਈ ਤੇ ਤੂੰ ਸਵਾਲ ਉਹਨੂੰ ਦੁਬਾਰਾ ਕੋਈ ਜੇ ਪੁੱਛਣਾ ਚਾਹਵੇਂ ਪੁੱਛ ਸਕਦਾ, ਨਹੀਂ ਪੁੱਛ ਸਕਦਾਗਾ, ਵੀ ਉਹ ਮੌਕੇ ਤੇ ਹੀ ਹੁੰਦਾ ਨਾ, ਵੀ ਜੇ ਬੋਲ ਕੇ ਉਹ ਕਰੀ ਜਾਂਦਾ ਤਾਂ ਪੁੱਛ ਸਕਦੇ। ਤੀਜਾ ਹੈਗਾ ਸ਼ਾਰਟ ਨੋਟਿਸ ਕੁਐਸਚਨ। ਸ਼ਾਰਟ ਨੋਟਿਸ ਕੁਐਸਚਨ ਕੀ ਹੁੰਦੇ ਆ? these are the ones which are related to the matters of urgent public importance and can be asked members by members with notes shorter than 10 days prescribed for the ordinary question. It is answered orally. ਸਮਝ ਲੱਗ ਗਈ? ਸ਼ਾਰਟ ਨੋਟਿਸ ਅਸਲ ਦੇ ਵਿੱਚ ਜਿਹੜੇ ਮੈਂ ਆ ਉੱਪਰਲੇ ਸਵਾਲਾਂ ਦੀ ਗੱਲ ਕਰੀ ਜਾਂਦਾ ਨਾ, ਇਹ ਸਵਾਲ ਇਹ ਨਹੀਂ ਵੀ ਤੂੰ ਅੱਜ ਜਮਾ ਕਰਵਾਇਆ, ਠੀਕ ਹੈ, ਅੱਜ ਜਮਾ ਕਰਵਾਇਆ ਤੂੰ, ਹਨਾ ਵੀ ਸਟਾਰਟ ਕੁਐਸਚਨ ਵਾਲੀ ਉਹ ਫਾਰਮ ਜਾ, ਬਈ ਤੇਰੀ ਅੱਜ ਹੀ ਵਾਰੀ ਆ ਜੂਗੀ। ਇੱਕ ਦਿਨ ਦੇ ਵਿੱਚ ਕਿੰਨੇ ਆਪਾਂ ਵੇਖਿਆ, ਕਿੰਨੇ ਕੁਐਸਚਨ ਆਪਾਂ ਡਿਸਕਸ ਕਰ ਸਕਦੇ ਹਾਂ, ਵੱਧ ਤੋਂ ਵੱਧ 20, ਹਨਾ। ਤੇ ਹੋ ਸਕਦਾ ਹੁਣ ਕਿੰਨੇ ਐਮਪੀਆਂ ਨੇ ਪੁੱਛੇ ਹੋ ਸਕਦੇ ਆ ਕੁਐਸਚਨ, ਕੋਈ 545 ਐਮਪੀ ਆ, ਮੰਨ ਕੇ ਚੱਲ 100 ਐਮਪੀ ਨੇ ਕੁਐਸਚਨ ਪੁੱਛਿਆ ਹੋਇਆ, ਤੇ ਤੂੰ ਅੱਜ ਫੜਾ ਕੇ ਆਇਆ ਤੇ ਤੇਰਾ ਤਾਂ ਫਿਰ ਨੰਬਰ 151 ਲੱਗੂਗਾ, ਹਨਾ। ਤੇ ਫਿਰ ਤੇਰੀ ਵਾਰੀ ਵੀ ਉਸ ਹਿਸਾਬ ਨਾਲ ਆਊਗੀ, ਕੋਈ 5ਵੇਂ 6ਵੇਂ ਦਿਨ, 7ਵੇਂ ਦਿਨ, ਕਿਸੇ ਵੀ, ਹਨਾ। ਵੀ ਕਹਿਣ ਦਾ ਮਤਲਬ ਯਾਰ ਇਹ ਆ ਅਸਲ 'ਚ ਵੀ 10 ਦਿਨਾਂ ਦਾ ਟਾਈਮ ਹੁੰਦਾ, 10 ਦਿਨਾਂ ਦਾ ਨੋਟਿਸ ਹੁੰਦਾ। ਜਿਵੇਂ ਆਪਾਂ ਉਹ 14 ਦਿਨਾਂ ਦੇ ਨੋਟਿਸ ਦੀ ਗੱਲ ਕਰਦੇ ਨੇ, 14 ਦਿਨਾਂ ਬਾਅਦ ਉਹ ਵੀ ਜਿਵੇਂ ਹੁਣ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਦੀਆਂ ਵੋਟਾਂ ਪੈਂਦੀਆਂ ਹੁੰਦੀਆਂ ਸੀ ਜਾਂ ਸਪੀਕਰ ਨੂੰ, ਉਵੇਂ ਇੱਥੇ ਕਿੰਨੇ ਦਿਨਾਂ ਦਾ ਟਾਈਮ ਹੁੰਦਾ? 10 ਦਿਨਾਂ ਦਾ। ਜਦੋਂ ਤੁਸੀਂ ਸਟਾਰ ਕੁਐਸਚਨ ਦੇ ਕੇ ਆਏ ਆ, ਸਟਾਰਟ ਕੁਐਸਚਨ, ਹੈਲੋ, ਹਾਂ ਬਈ, ਹਾਂ ਬਈ, ਤੇ ਉਹ 10 ਦਿਨਾਂ ਦਾ ਇੱਕ ਹਿਸਾਬ ਦਾ ਟਾਈਮ ਹੁੰਦਾ ਸਰਕਾਰ ਕੋਲੇ, ਘੱਟੋ ਘੱਟ 10 ਦਿਨਾਂ ਦਾ ਵੀ, ਹਨਾ। 11ਵੇਂ ਦਿਨ ਉਹਨਾਂ ਨੇ ਤੁਹਾਨੂੰ ਆਨਸਰ ਦੇਣਾ, ਠੀਕ ਹੈ। ਤੇ ਤੁਸੀਂ ਪਹਿਲਾਂ ਸਪੀਕਰ ਨੂੰ ਇਹ ਚੀਜ਼ ਦੱਸ ਕੇ ਆਓਗੇ ਵੀ ਸਰ ਵੀ ਮੈਂ ਕੁਐਸਚਨ ਪੁੱਛਣਾ ਚਾਹਣਾ, ਵੀ ਉਹ ਐਪਲੀਕੇਸ਼ਨ ਦੇ ਕੇ ਆਓਗੇ, ਹਨਾ। ਤੇ ਫਿਰ ਵੀ ਉਹਨੇ ਤੈਨੂੰ ਟਾਈਮ ਦੇ ਦੇਣਾ ਵੀ ਹਾਂ ਵੀ ਚਲੋ 10 ਦਿਨਾਂ 11ਵੇਂ ਦਿਨ ਤੇਰਾ ਇਹ ਹੋਊਗਾ, ਜਾਂ 12ਵੇਂ ਦਿਨ, ਵੀ ਘੱਟੋ ਘੱਟ 10 ਦਿਨ ਪਹਿਲਾਂ ਤੁਹਾਨੂੰ ਉਹ ਦੇਣਾ ਪੈਂਦਾ ਆਪਦਾ ਐਪਲੀਕੇਸ਼ਨ, ਫਿਰ ਤੁਹਾਨੂੰ ਤਰੀਕ ਮਿਲਦੀ ਹੈ, ਫਿਰ ਤਰੀਕ ਮਿਲਦੀ ਹੈ, ਠੀਕ ਹੈ। ਠੀਕ ਹੈ। ਜੇ ਤੁਸੀਂ ਕੱਲ ਨੂੰ ਕੁਐਸਚਨ ਪੁੱਛਣਾ, ਤੁਸੀਂ ਕਹਿੰਦੇ ਅੱਜ ਜਮਾ ਕਰਵਾ ਦਿਓ, ਨਹੀਂ, ਡਾਕਟਰ ਪ੍ਰਿੰਸ ਦੀ ਪਰਚੀ ਵਾਲਾ ਹਿਸਾਬ, ਠੀਕ ਹੈ। ਠੀਕ ਹੈ, ਸਮਝ ਲੱਗ ਗਈ? ਤੇ ਇਹ ਜਿਹੜੇ ਹੁਣ ਸ਼ਾਰਟ ਨੋਟਿਸ ਕੁਐਸਚਨ ਕੀ ਹੁੰਦੇ ਆ, ਉਹ ਮੈਂ ਆਮ ਕੁਐਸਚਨ ਦੀ ਗੱਲ ਕੀਤੀ ਆ ਵੀ 10 ਦਿਨ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ,
ਠੀਕ ਹੈ। ਠੀਕ ਹੈ ਜੀ। ਪਰ ਜਿਹੜੇ ਸ਼ਾਰਟ ਨੋਟਿਸ ਕੁਐਸਚਨ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ ਦੇ ਵਿੱਚ ਤੁਸੀਂ ਪਹਿਲਾਂ ਦੱਸ ਦੇਣਾ ਦਾ ਵੀ ਕੋਈ ਨੋਟਸ ਦੀ ਲੋੜ ਨਹੀਂ, ਵੀ ਜੇ ਤੁਹਾਨੂੰ ਲੱਗਦਾ ਵੀ ਕੋਈ ਇੰਪੋਰਟੈਂਟ ਹੀ ਬਾਹਲਾ ਮਸਲਾ, ਕੋਈ ਬਾਹਲਾ ਹੀ ਇੰਪੋਰਟੈਂਟ ਆ, ਉਹਦੇ 'ਚ ਤੁਸੀਂ ਕਹਿ ਸਕਦੇ ਵੀ ਸਰ ਵੇਖੋ ਵੀ 100 MB ਮੈਂ ਮੰਨਦਾ ਮੇਰੇ ਤੋਂ ਮੂਹਰੇ ਹੈਗੇ ਆ, ਉਹਨਾਂ ਨੇ ਵੀ ਪੁੱਛਣੇ ਆ ਕੁਐਸਚਨ, ਪਰ ਆਹ ਤਾਂ ਗੱਲ ਹੀ ਬੜੀ ਇੰਪੋਰਟੈਂਟ ਆ, ਜੇ ਹੁਣ ਤੁਸੀਂ 10 ਦਿਨਾਂ ਦਾ ਵਕਫਾ ਪਾ 10 ਦਿਨਾਂ 'ਚ ਤਾਂ ਪਤਾ ਨਹੀਂ ਕੀ ਹੋ ਜਾਣਾ। ਹਾਂ ਬਈ। ਇਹਦਾ ਚੀਜ਼ ਤਾਂ ਹੁਣੇ ਹੀ ਕੋਈ ਨਾ ਕੋਈ ਐਕਸ਼ਨ ਲੈਣ ਦੀ ਲੋੜ ਆ, ਮੇਰਾ ਕੁਐਸਚਨ ਬੜਾ ਇੰਪੋਰਟੈਂਟ ਆ। ਸੋ ਉਹ ਫਿਰ ਤੁਸੀਂ ਕਿਹੜੀ ਕੈਟਾਗਰੀ 'ਚ ਲਿਆਓਗੇ, ਸ਼ਾਰਟ ਨੋਟਿਸ ਦੇ ਵਿੱਚ। ਸ਼ਾਰਟ ਨੋਟ। ਜੇ ਉਹਨੂੰ ਸਪੀਕਰ ਨੂੰ ਲੱਗੂ ਵੀ ਇਹ ਹਾਂ ਵੀ ਵਾਕਈ ਇੰਪੋਰਟੈਂਟ ਹੈਗਾ ਮੁੱਦਾ, ਤੇ ਫਿਰ ਤਾਂ ਉਹ ਅਪਰੂਵ ਕਰ ਦੂ ਉਹਨੂੰ ਵੀ ਹਾਂ ਠੀਕ ਹੈ ਯਾਰ ਪੁੱਛੋ ਤੁਸੀਂ। ਤੇ ਜੇ ਉਹਨੂੰ ਲੱਗੂਗਾ ਵੀ ਨਹੀਂ ਐਵੇਂ ਹੀ ਮਰੀ ਜਾਂਦਾ ਹੈ ਹਨਾ, ਫਿਰ ਉਹਨੇ ਰਿਜੈਕਟ ਕਰ ਦੇਣਾ, ਉਹਨੇ ਕਹਿ ਦੇਣਾ ਤੁਸੀਂ ਸਟਾਰਟ ਕੁਐਸਚਨ 'ਚ ਲੈ ਕੇ ਆਓ ਇਹਨੂੰ, 10 ਦਿਨਾਂ ਬਾਅਦ ਗੱਲ ਕਰਾਂਗੇ। ਸਮਝ ਲੱਗ ਗਈ ਵੀ ਜਿਹੜੇ ਜ਼ਿਆਦਾ ਇੰਪੋਰਟੈਂਟ ਮੁੱਦੇ ਹੁੰਦੇ ਆ ਉਹ ਪਬਲਿਕ ਨੋਟਸ ਦੇ ਰੂਪ 'ਚ, ਸ਼ਾਰਟ ਨੋਟਸ ਦੇ ਰੂਪ 'ਚ ਆ ਸਕਦੇ ਹੁੰਦੇ। ਆ ਲਾਈਨ ਪੜੋ, these are the ones, short notice question ਕਿਹੜੇ ਹੁੰਦੇ ਆ, ਇਹ ਉਹ ਹੁੰਦੇ ਆ which relates the matters of urgent public importance, ਇਹਨਾਂ ਦਾ ਸੰਬੰਧ ਕਿਹਦੇ ਨਾਲ ਹੁੰਦਾ, ਅਰਜੈਂਟ ਜ਼ਰੂਰੀ ਪਬਲਿਕ ਇੰਪੋਰਟੈਂਸ, ਠੀਕ ਹੈ ਵੀ ਜ਼ਰੂਰੀ ਕੰਮਾਂ ਨਾਲ ਹੁੰਦਾ। and can be asked by members with notice shorter than 10 days, 10 ਦਿਨਾਂ ਤੋਂ ਘੱਟ ਨੋਟਿਸ ਦੇ ਵਿੱਚ ਵੀ ਉਹ ਪੁੱਛੇ ਜਾ ਸਕਦੇ ਆ। ਤੇ ਇਹ ਵੀ ਆਨਸਰ ਕਿਵੇਂ ਦੇਣਗੇ ਮਿਨਿਸਟਰ ਇਹਨਾਂ ਦੇ, ਕਿਉਂਕਿ ਇੰਪੋਰਟੈਂਟ ਕੁਐਸਚਨ ਆਨਸਰ ਕਿਵੇਂ ਦਿੱਤਾ ਜਾਊਗਾ, ਔਰਲੀ ਔਰਲੀ। ਤੇ ਜੇ ਔਰਲੀ ਆਨਸਰ ਦੇ ਰਿਹਾ ਤੇ ਆਪਾਂ ਫਿਰ ਕੀ ਪੁੱਛ ਸਕਦੇ ਹੁੰਦੇ ਨਾਲ, ਸਪਲੀਮੈਂਟਰੀ ਕੁਐਸਚਨ ਵੀ ਪੁੱਛੇ ਜਾ ਸਕਦੇ ਆ। ਸੋ ਆਈ ਥਿੰਕ ਕਲੀਅਰ ਹੈ ਇਹ ਬਲਤੇਜ, ਹਾਂ ਬਈ। ਹੋ ਗਿਆ ਕਲੀਅਰ ਕਿ ਨਹੀਂ ਹੈ? ਹੋ ਗਿਆ ਜੀ। ਮੈਨੂੰ ਲੱਗਦਾ ਨਹੀਂ ਯਾਰ, ਕਿਵੇਂ ਆ, ਕੀ ਚੱਕਰ ਆ? ਹੈਲੋ, ਹਾਂ ਹਾਂ ਬਈ, ਹੋ ਗਿਆ ਬਈ। ਢਿੱਲਾ ਜਿਹਾ ਬੋਲਦਾ, ਨਹੀਂ ਨਹੀਂ, ਪੱਕਾ ਕਲੀਅਰ ਆ? ਜੇ ਕੋਈ ਪੁੱਛਣਾ ਤਾਂ ਪੁੱਛ ਲਾ, ਨਹੀਂ 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 ਫਿਰ ਮੈਂ ਕਲੀਅਰ ਹੈ। ਪੁੱਛ ਲੈਣਾ। ਪੁੱਛ ਲੈ ਜੀ। ਅਨਸਟਾਰਟ ਕੁਐਸਚਨ ਕੀ ਹੁੰਦਾ? ਅਨਸਟਾਰਡ ਜਿਹੜਾ ਆਪਾਂ ਵੀ ਜਿਵੇਂ 10 ਦਿਨ ਪਹਿਲਾਂ ਉਹ ਪੁੱਛ ਸਕਦੇ ਹਾਂ ਰਿਟਰਨ ਚ ਕੁਐਸਚਨ। ਨਹੀਂ, ਉਹਦਾ ਆਨਸਰ ਰਿਟਨ ਦੇ ਵਿੱਚ ਮਿਲੂਗਾ ਕਿ ਔਰਲੀ ਮਿਲੂਗਾ ਅਨਸਟਾਰਟ ਦਾ? ਰਿਟਰਨ ਚ ਮਿਲੂਗਾ ਬਈ। ਅੱਛਾ, ਔਰਲੀ ਨਹੀਂ ਮਿਲਦਾ। ਔਰਲੀ ਵਾਸਤੇ ਆਪਾਂ ਨੂੰ ਕਿਹੜਾ ਕੁਐਸਚਨ ਕਰਨਾ ਪਊਗਾ? ਸ਼ਾਰਟ ਨੋਟਸ ਦੇ ਹੋਰ ਇੱਕ ਸਟਾਰਟ ਦੇ। ਮਤਲਬ ਸਟਾਰਟ ਕੁਐਸਚਨ ਦਾ ਹੋਰ ਕੁਝ ਨਹੀਂ, ਕੁਐਸਚਨ ਉਵੇਂ ਹੀ ਹੋਊਗਾ ਤੁਹਾਡਾ। ਠੀਕ ਹੈ ਬਈ। ਜਦੋਂ ਤੁਸੀਂ ਉਹਦੀ ਵੀ ਤਾਂ ਐਪਲੀਕੇਸ਼ਨ ਦੇ ਕੇ ਆਓਗੇ ਨਾ, ਸਟਾਰਟ ਕੁਐਸਚਨ ਦੀ ਵੀ ਹਾਂ ਤੇ ਬਈ। ਅਨਸਟਾਰਟ ਦੀ ਵੀ, ਪਰ ਬਸ ਇਹ ਹੈ ਵੀ ਜਦੋਂ ਜਿਹੜਾ ਤੁਸੀਂ ਕੁਐਸਚਨ ਪੁੱਛਣਾ ਹੈ ਨਾ ਉਹਦੇ ਮੂਹਰੇ ਸਟਾਰ ਲਾ ਦੋਗੇ, ਉਹ ਸਟਾਰਟ ਹੋ ਜਾਊਗਾ ਵੀ ਉਹ, ਠੀਕ ਹੈ। ਬਸ ਇੰਨਾ ਕੁ ਫਰਕ ਪੈਂਦਾ, ਹੋਰ ਕੁਝ ਨਹੀਂ ਪੈਂਦਾ ਗਾ। ਵੀ ਥੋੜਾ ਜਿਹਾ ਕੋਈ ਨਾ ਕੋਈ ਉਹਦੇ ਮੂਹਰੇ ਨਿਸ਼ਾਨੀ ਲੱਗੀ ਹੁੰਦੀ ਹੈ, ਭਾਵੇਂ ਸਟਾਰ ਲੱਗਿਆ ਜਾਂ ਕੁਝ ਵੀ, ਠੀਕ ਹੈ ਬਈ। ਠੀਕ ਹੈ। ਜਾਂ ਕਿਸੇ ਹੋਰ ਪੈਨ ਨਾਲ ਲਿਖਦੇ ਹੋਣੇ ਆ, ਉਹ ਹੋਰ ਰੰਗ ਦੀ ਸ਼ਾਹੀ ਨਾਲ ਲਿਖਦੇ ਹੋਣੇ ਆ, ਉਹ ਹੋਰ ਰੰਗ ਦੀ ਸ਼ਾਹੀ ਨਾਲ ਲਿਖਦੇ ਹੋਣੇ, ਇਹ ਹੋ ਸਕਦਾ। ਅੱਗੇ ਆ ਗਿਆ 0 ਆਵਰ। ਪਹਿਲੇ ਆਪਾਂ ਪਹਿਲੇ ਆਵਰ ਦੀ ਕਿਹੜੇ ਦੀ ਗੱਲ ਕੀਤੀ ਹੈ? ਕੁਐਸਚਨ ਆਵਰ ਦੀ। ਕਿਸੇ ਵੀ ਲੋਕ ਸਭਾ ਦੀ ਸਿਟਿੰਗ ਦਾ ਜਾਂ ਰਾਜ ਸਭਾ ਦੀ ਸਿਟਿੰਗ ਦਾ ਪਹਿਲਾ ਆਵਰ ਕੀ ਹੁੰਦਾ? ਕੁਐਸਚਨ ਆਵਰ। ਜੇ ਤੁਸੀਂ 11 ਤੋਂ 12 ਵਜੇ ਦੇ ਵਿੱਚ ਟੀਵੀ ਲਾਓਗੇ, ਲੋਕ ਸਭਾ ਚੈਨਲ ਲਾਓਗੇ ਜਾਂ ਰਾਜ ਸਭਾ ਚੈਨਲ ਲਾਓਗੇ, ਤੇ ਉੱਥੇ ਤੁਹਾਨੂੰ ਕੀ ਵੇਖਣ ਨੂੰ ਮਿਲੂਗਾ? ਸਵਾਲ ਜਵਾਬ ਹੁੰਦੇ ਦਿਸਣਗੇ, ਠੀਕ ਹੈ। ਸੋ ਇਹ ਚੀਜ਼ ਵੇਖਿਓ। ਹੁਣ ਕੁਐਸਚਨ ਆਵਰ ਨਾ ਅੱਜ YouTube ਤੇ ਸਰਚ ਮਾਰਿਓ, ਕੁਐਸਚਨ ਆਵਰ ਪੜ੍ਹਿਓ, ਭਰਿਓ ਤੇ ਵੇਖਿਓ ਕਿਵੇਂ ਹੁੰਦੇ ਆ ਕੁਐਸਚਨ, ਤੁਹਾਨੂੰ ਇਹ ਚੀਜ਼ ਕਲੀਅਰ ਹੋ ਜੂਗੀ। ਠੀਕ ਹੈ ਜੀ। ਫਿਰ ਆ ਗਿਆ 0 ਆਵਰ। 0 ਆਵਰ ਕੀ ਹੁੰਦਾ? ਦਾ ਟਾਈਮ ਗੈਪ ਬਿਟਵੀਨ ਦਾ ਕੁਐਸਚਨ ਆਵਰ ਐਂਡ ਦਾ ਏਜੰਡਾ ਇਜ਼ ਨੋਨ ਐਜ਼ 0 ਆਵਰ। This time is allotted every day for miscellaneous business, call attention notices, questions on official statement and adjournment motions. It has been in existence since 1962। तो कहने का मतलब की है, ਏਜੰਡੇ ਦਾ ਮਤਲਬ ਇਹ ਹੁੰਦਾ ਵੀ ਜਿੱਥੋਂ ਅਸਲੀ ਮੀਟਿੰਗ ਸ਼ੁਰੂ ਹੋਣੀ ਹੁੰਦੀ ਹੈ। ਏਜੰਡੇ ਦਾ ਮਤਲਬ ਕੀ ਹੁੰਦਾ? ਜਿੱਥੋਂ ਵੀ ਅੱਜ ਦਾ ਕੰਮ ਵੀ ਸਹੀ ਕੰਮ ਸ਼ੁਰੂ ਹੋਣਾ, ਪਹਿਲਾਂ ਤਾਂ ਕੁਐਸਚਨ ਆਨਸਰ ਪੁੱਛ ਲਏ। ਜਿਵੇਂ ਹੁਣ ਮੰਨ ਕੇ ਜਦੋਂ ਆਪਾਂ ਕਲਾਸ ਸ਼ੁਰੂ ਕਰਨੀ ਹੈ ਹਨਾ, ਪਹਿਲਾਂ ਆਪਾਂ ਕੀ ਕਰਦੇ ਆ ਵੀ ਹਾਂ ਆਪਾਂ ਕੱਲ ਵਾਲੇ ਦੱਸੋ ਬਈ, ਕੁਐਸਚਨ ਆਨਸਰ ਹੋ ਗਏ ਪਹਿਲਾਂ। ਹਾਂ ਬਈ। ਉਦੋਂ ਬਾਅਦ ਦੇ ਵਿੱਚ ਫਿਰ ਮੈਂ ਕੀ ਰੱਖੂੰਗਾ ਦੂਜੇ ਨੰਬਰ ਤੇ ਵੀ ਹਾਂ ਹੁਣ ਤੁਹਾਨੂੰ ਕੋਈ ਡਾਊਟ ਆ ਬਈ ਤੁਸੀਂ ਪੁੱਛ ਲਓ, ਠੀਕ ਹੈ। ਤਾਂ ਵੀ ਸਾਨੂੰ ਕੋਈ ਡਾਊਟ ਨਹੀਂ, ਫਿਰ ਉਦੋਂ ਬਾਅਦ ਚ ਆਪਣੀ ਅਸਲੀ ਕਲਾਸ ਸ਼ੁਰੂ ਹੋਊ। ਸਮਝ ਲੱਗ ਗਈ ਨਾ? ਹਾਂ ਬਈ।
ਉਵੇਂ ਹੁਣ ਉੱਥੇ ਪਹਿਲਾਂ ਕੁਐਸਚਨ ਆਨਸਰ ਹੋ ਗਏ। ਹੁਣ ਆ ਜਿਹੜਾ ਟਾਈਮ ਵਿੱਚ ਵੈਸੇ ਰੱਖਿਆ ਹੋਇਆ, ਜਿਵੇਂ ਮੈਂ ਕਿਹਾ ਵੀ ਡਾਊਟ ਵਗੈਰਾ ਪੁੱਛਣ ਨੂੰ, ਠੀਕ ਆ। ਤੇ ਉਦੋਂ ਬਾਅਦ ਚ ਏਜੰਡਾ ਸ਼ੁਰੂ ਹੋਊਗਾ ਵੀ ਹਾਂ ਆਪਣੀਆਂ ਜਿਹੜੀਆਂ ਸੈਸ਼ਨ ਆ ਵੀ ਕੋਈ ਬਿੱਲ ਲੈ ਕੇ ਆਉਣਾ ਜਾਂ ਕੋਈ ਹੋਰ ਹਨਾ ਸਪੈਸ਼ਲ ਜਿਹੜੀਆਂ ਚੀਜ਼ਾਂ ਉਹ ਬਾਅਦ ਸ਼ੁਰੂ ਹੋਣਾ। ਠੀਕ ਹੈ। 0 ਆਵਰ ਕੀ ਹੈ, ਦਾ ਟਾਈਮ ਗੈਪ ਬਿਟਵੀਨ ਦਾ ਕੁਐਸਚਨ ਆਵਰ ਤੋਂ ਬਾਅਦ ਹੁੰਦਾ ਇਹ, ਤੇ ਐਂਡ ਦਾ ਏਜੰਡਾ, ਏਜੰਡੇ ਤੋਂ ਪਹਿਲਾਂ। ਕਹਿਣ ਦਾ ਮਤਲਬ ਇਹ 12 ਕੁ ਵਜੇ ਤੋਂ ਸ਼ੁਰੂ ਹੋ ਜਾਂਦਾ, 12 ਤੋਂ 12:30 1 ਵਜੇ ਤੱਕ ਚੱਲਦਾ ਹੈ 0 ਆਵਰ। ਸੋ ਇਹਦੇ ਚ ਫੁਟਕਲ ਜੇ ਕੰਮ ਹੋ ਜਾਂਦੇ ਆ, ਜਿਹੜੇ ਵਾਧੂ ਘਾਟੂ ਜੇ ਕੰਮ ਹੁੰਦੇ ਆ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਕਾਗਜ਼ੀ ਜੇ ਮਾੜੇ ਮੋਟੇ, ਉਹ ਪੂਰੇ ਕਰ ਲੈਂਦੇ ਆ ਉਹ। ਆ ਵੇਖ, ਟਾਈਮ ਇਜ਼ ਅਲੋਟਡ ਐਵਰੀ ਡੇ, ਹਰੇਕ ਦਿਨ ਹੁੰਦਾ ਫਾਰ ਮਸਲੇਨੀਅਸ ਬਿਜ਼ਨਸ। ਮਸਲੇਨੀਅਸ ਦਾ ਮਤਲਬ ਵੀ ਕੋਈ ਵੀ ਯਾਰ ਫੁਟਕਲ ਕੰਮ। ਕਾਲ ਅਟੈਂਸ਼ਨ ਨੋਟਿਸ, ਕਾਲ ਅਟੈਂਸ਼ਨ ਆਪਾਂ ਪੜ੍ਹਦੇ ਹਾਂ ਕੀ ਹੁੰਦਾ, ਠੀਕ ਹੈ। ਕਾਲ ਅਟੈਂਸ਼ਨ ਨੋਟਿਸ ਲਿਆਂਦੇ ਜਾ ਸਕਦੇ ਆ ਇਸ ਟਾਈਮ ਦੇ ਵਿੱਚ। ਕੁਐਸਚਨਸ ਔਨ ਅਫੀਸ਼ੀਅਲ ਸਟੇਟਮੈਂਟ, ਜੇ ਹੁਣ ਮੰਨ ਕੇ ਚਲੋ ਗਵਰਨਮੈਂਟ ਦੇ ਕਿਸੇ ਬੰਦੇ ਨੇ, ਮੰਨ ਕੇ ਚਲੋ ਫਾਈਨਾਂਸ ਮਿਨਿਸਟਰ ਨੇ ਕੋਈ ਸਟੇਟਮੈਂਟ ਦਿੱਤੀ ਸੀ ਮੀਡੀਆ ਦੇ ਵਿੱਚ ਅਫੀਸ਼ੀਅਲੀ, ਠੀਕ ਹੈ, ਉਹਦੇ ਬਾਰੇ ਕੁਐਸਚਨ ਪੁੱਛੇ ਜਾ ਸਕਦੇ ਇਹਦੇ ਚ। ਸਮਝ ਲੱਗੀ। ਫਿਰ ਐਂਡ ਐਡਜਰਨਮੈਂਟ ਮੋਸ਼ਨਸ, ਐਡਜਰਨਮੈਂਟ ਮੋਸ਼ਨ ਨੂੰ ਲੈ ਕੇ ਕੁਐਸਚਨ ਪੁੱਛੇ ਜਾ ਸਕਦੇ। ਐਡਜਰਨਮੈਂਟ ਮੋਸ਼ਨ ਵੀ ਆਪਾਂ ਗੱਲ ਕਰਦੇ ਹਾਂ ਵੀ ਕੀ ਹੁੰਦਾ। ਤੋ ਇਹ ਬਸ ਸਿਰਫ ਇੰਨੇ ਕੁ, ਬਸ 0 ਆਵਰ ਦਾ ਇੰਨੀ ਚੀਜ਼ ਯਾਦ ਰੱਖ ਲਿਓ ਯਾਰ ਵੀ ਫੁਟਕਲ ਜੇ ਕੰਮਾਂ ਵਾਸਤੇ ਹੁੰਦਾ, ਕੁਐਸਚਨ ਆਵਰ ਤੋਂ ਬਾਅਦ ਹੁੰਦਾ ਹੈ, ਤੇ ਅਸਲੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੁੰਦਾ ਵੀ 12 ਕੁ ਵਜੇ ਦੇ ਆਸੇ ਪਾਸੇ ਦਾ ਟਾਈਮ ਹੈ। ਕਲੀਅਰ। ਹਾਂ ਬਈ। ਹੁਣ ਕੀ ਹੈ ਮੋਸ਼ਨ, ਇੱਕ ਹੁੰਦਾ ਬਿੱਲ। ਬਿੱਲ ਕੀ ਹੁੰਦਾ, ਪ੍ਰਪੋਜ਼ਡ ਲਾ। ਬਿੱਲ ਕੀ ਹੁੰਦਾ, ਪ੍ਰਪੋਜ਼ਡ ਲਾ। ਇਹ ਹੁਣ ਆਪਾਂ ਗੱਲ ਕਰਦੇ ਹਾਂ ਮੋਸ਼ਨ ਦੀ। ਮੋਸ਼ਨ ਕੀ ਹੁੰਦਾ, ਇਟ ਇਜ਼ ਅ ਪ੍ਰਪੋਜ਼ਲ ਬ੍ਰੌਟ ਬਿਫੋਰ ਦਾ ਹਾਊਸ ਫਾਰ ਇਟਸ ਓਪੀਨੀਅਨ ਔਰ ਡਿਸੀਜਨ, ਠੀਕ ਹੈ। ਉਹ ਤਾਂ ਬਿੱਲ ਤਾਂ ਆਪਾਂ ਲੈ ਕੇ ਆਂਦਾ ਸੀ ਕਾਹਦੇ ਵਾਸਤੇ, ਆਪਾਂ ਕਾਨੂੰਨ ਬਣਾਉਣ ਵਾਸਤੇ। ਉਹ ਤਾਂ ਬਈ ਬਿੱਲ ਤਾਂ ਜਦੋਂ ਪਾਸ ਹੋ ਗਿਆ ਉਹ ਕੀ ਬਣ ਜਾਊਗਾ, ਕਾਨੂੰਨ। ਪਰ ਜਦੋਂ ਇੱਕ ਮੋਸ਼ਨ ਆਊਗਾ, ਮੋਸ਼ਨ ਦਾ ਤਾਂ ਇਹ ਆ ਵੀ ਆਪਾਂ ਹਾਊਸ ਦਾ ਰਾਏ ਜਾਣਨੀ ਚਾਹੁੰਦੇ ਆ ਉਹ ਚੀਜ਼ ਤੇ। ਹੁਣ ਜਿਵੇਂ ਮੰਨ ਕੇ ਚੱਲੋ, ਜੇ ਆਪਾਂ ਪ੍ਰੈਜ਼ੀਡੈਂਟ ਨੂੰ ਲਾਉਣਾ, ਉੱਥੇ ਆਪਾਂ ਬਿੱਲ ਲੈ ਕੇ ਆਵਾਂਗੇ ਪ੍ਰੈਜ਼ੀਡੈਂਟ ਨੂੰ ਲਾਉਣ ਵਾਲਾ, ਤੇ ਮੋਸ਼ਨ ਲੈ ਕੇ ਆਵਾਂਗੇ। ਬਿੱਲ ਤਾਂ ਉਹ ਚੀਜ਼ ਦਾ ਲੈ ਕੇ ਆਵਾਂਗੇ ਨਾ ਜਿਹਨੂੰ ਆਪਾਂ ਕਾਨੂੰਨ ਬਣਾਉਣਾ। ਹੁਣ ਪ੍ਰੈਜ਼ੀਡੈਂਟ ਨੂੰ ਲਾਉਣ ਦਾ ਆਪਾਂ ਕਾਨੂੰਨ ਥੋੜਾ ਬਣਾਉਣਾ, ਪ੍ਰੈਜ਼ੀਡੈਂਟ ਨੂੰ ਤਾਂ ਬਸ ਜਸਟ ਲਾਉਣਾ ਆਪਾਂ। ਮੋਸ਼ਨ ਲੈ, ਹਾਂ ਮੋਸ਼ਨ ਜਾਂ ਰੈਜ਼ੋਲੂਸ਼ਨ ਹੈ ਨਾ, ਉਹ ਚੀਜ਼ ਆਊਗੀ। ਬਿੱਲ ਨਹੀਂ, ਵੀ ਗੱਲ ਸਮਝ ਲੱਗਦੀ ਹੈ ਵੀ ਹੁੰਦਾ ਉਹੀ ਕਾਗਜ਼ੀ ਹੈ, ਕਾਗਜ਼ੀ ਉਹ ਪ੍ਰਪੋਜ਼ਡ ਲਾ ਹੀ ਹੈ ਨਾ। ਵੀ ਜਦੋਂ ਹੁਣ ਆਪਾਂ ਬਿੱਲ ਪੇਸ਼ ਕਰਾਂਗੇ, ਉਹ ਵੀ ਆਪਾਂ ਕਾਗਜ਼ ਦੇ ਰੂਪ 'ਚ ਆ ਵੀ ਆਹ ਬਿੱਲ ਹੈ ਜੀ, ਹਨਾ, ਸਪੀਕਰ ਨੂੰ ਫੜਾ ਕੇ ਆਵਾਂਗੇ। ਤੇ ਜਦੋਂ ਆਪਾਂ ਕੋਈ ਮੋਸ਼ਨ ਸ਼ੁਰੂ ਕਰਨਾ, ਉਹ ਵੀ ਆਪਾਂ ਕਾਗਜ਼ੀ ਫੜਾ ਕੇ ਆਵਾਂਗੇ। ਪਰ ਫਰਕ ਇੰਨਾ ਵੀ ਉਹਨੇ ਜੇ ਪਾਸ ਹੋ ਗਿਆ, ਉਹਨੇ ਕਾਨੂੰਨ ਬਣਨਾ ਹੁੰਦਾ ਉਦੋਂ ਬਾਅਦ ਦੇ ਵਿੱਚ। ਤੇ ਜੇ ਮੋਸ਼ਨ ਪਾਸ ਹੁੰਦਾ ਤੇ ਉਹ ਜਿਹੜੀ ਚੀਜ਼ ਨੂੰ ਲੈ ਕੇ ਮੋਸ਼ਨ ਸੀ ਉਹ ਗੱਲ ਹੋ ਜੂਗੀ ਪ੍ਰੈਕਟੀਕਲੀ। ਠੀਕ ਹੈ। ਜਿਵੇਂ ਹੁਣ ਵੇਖੋ ਪਹਿਲਾਂ ਕੀ ਹੈ, ਐਡਜਰਨਮੈਂਟ ਮੋਸ਼ਨ ਦੀ ਗੱਲ ਆ ਜਿਵੇਂ, ਠੀਕ ਹੈ। ਐਡਜਰਨਮੈਂਟ ਮੋਸ਼ਨ ਦੇ ਵਿੱਚ ਕੀ ਹੈ, ਇਟ ਲੀਡਸ ਦਾ ਕੀ ਹੋਊਗਾ ਜੇ ਐਡਜਰਨਮੈਂਟ ਮੋਸ਼ਨ ਪਾਸ ਹੋ ਜਾਂਦਾ, it leads to setting aside the normal business of the house for discussing a definite matter of urgent, ਠੀਕ ਹੈ। ਇਹਦਾ ਕੀ ਮਤਲਬ ਹੈ ਐਡਜਰਨਮੈਂਟ ਮੋਸ਼ਨ ਦਾ, ਵੀ ਵੇਖੋ ਆਪਣੀ ਲੋਕ ਸਭਾ ਦੀ ਜਾਂ ਰਾਜ ਸਭਾ ਦੀ ਇੱਕ ਨਾਰਮਲ ਪ੍ਰੋਸੀਡਿੰਗ ਹੋ ਰਹੀ ਸੀ। ਨਾਰਮਲ ਪ੍ਰੋਸੀਡਿੰਗ ਵਿੱਚ ਜਿਵੇਂ ਹਰ ਰੋਜ਼ ਕੰਮ ਚੱਲਦਾ, ਨਾਰਮਲ ਉਵੇਂ ਕੰਮ ਚੱਲਦਾ। ਪਰ ਕੋਈ ਦਿਨ ਇਹ ਆ ਸਕਦਾ ਵੀ ਜਿੱਦਣ ਕੋਈ ਗੱਲ ਯਾਰ ਬਾਹਲੀ ਇੰਪੋਰਟੈਂਟ ਕਰਨ ਵਾਲੀ ਹੈ, ਜਿਵੇਂ ਮੈਂ ਤੁਹਾਨੂੰ ਸ਼ਾਰਟ ਨੋਟਿਸ ਕੁਐਸਚਨ ਦੀ ਗੱਲ ਕੀਤੀ ਸੀ, ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਪੁੱਛਣਾ ਤੇ ਉਹਨੇ ਕਹਿ ਦੇਣਾ ਵੀ ਸਾਨੂੰ ਛੇਤੀ ਟਾਈਮ ਦਿਓ, ਠੀਕ ਹੈ। ਉਵੇਂ ਹੀ ਆ ਵੀ ਜੇ ਹੁਣ ਮੰਨ ਕੇ ਚਲੋ ਕੋਈ ਗੱਲ ਹੀ ਬਾਹਲੀ ਤਕੜੀ ਹੋਈ ਜਾਂਦੀ ਹੈ ਉੱਥੇ, ਠੀਕ ਹੈ। ਤੇ ਫਿਰ ਉੱਥੋਂ ਦੇ ਜਿਹੜੇ MP ਆ ਲੋਕ ਸਭਾ ਦੇ ਜਾਂ ਰਾਜ ਸਭਾ ਦੇ, ਉਹ ਮੰਗ ਕਰ ਸਕਦੇ ਆ ਵੀ ਵੇਖੋ ਜੀ ਇਹ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿਤੇ, ਪਰ ਹੁਣ ਅੱਜ ਆਹ ਚੀਜ਼ ਦੀ ਪਹਿਲਾਂ ਗੱਲ ਕਰੋ। ਜਿਵੇਂ ਉਦਾਹਰਨ ਤੁਹਾਨੂੰ ਦਿੰਦਾ ਵੀ ਜਿਵੇਂ 2012 ਦੇ ਜਿਹੜਾ ਦਿੱਲੀ ਰੇਪ ਕੇਸ ਹੋਇਆ ਸੀ ਨਾ, ਉਬਰ ਵਾਲਾ, ਗੱਡੀ ਦੇ ਵਿੱਚ ਕੁੜੀ ਨਾਲ ਹੋਇਆ ਸੀ। ਹੁਣ ਉਦੋਂ ਹੁਣ ਕੀ ਹੁੰਦਾ ਵੀ ਆਪੋਜੀਸ਼ਨ ਪਾਰਟੀਜ਼ ਨੇ ਕੀ ਕੀਤਾ ਸੀਗਾ, ਅਗਲੇ ਦਿਨ ਉਹਦੇ ਵੀ
ਦੂਜੀਆਂ ਗੱਲਾਂ ਆਪਣੇ ਬਿਜ਼ਨਸ ਆਪਣੇ ਬਾਅਦ ਚ ਚੱਲਦੇ ਰਹਿਣਗੇ। ਪਹਿਲਾਂ ਤੁਸੀਂ ਇਹ ਦੱਸੋ ਵੀ ਰੇਪ ਵਾਲੇ ਲਈ ਕੀ ਸਜ਼ਾ, ਆਪਾਂ ਉਹਦੇ ਲਈ ਉਹ ਕਾਨੂੰਨ ਬਣਾਓ ਹੁਣੇ। ਅੱਜ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ ਆਪਾਂ, ਉਹ ਦੂਜੀਆਂ ਡਿਸਕਸ਼ਨਾਂ ਕਰਾਂਗੇ ਬਾਅਦ ਚ। ਵੀ ਜਦੋਂ ਕਿਸੇ ਐਮਪੀ ਨੂੰ ਲੱਗੇ ਵੀ ਹਾਂਜੀ ਠੀਕ ਵੀ ਹੈ ਜੀ। ਆਹ ਇੰਪੋਰਟੈਂਟ ਜ਼ਿਆਦੇ ਆ ਮੈਟਰ ਆਪਣੇ ਆਮ ਬਿਜ਼ਨਸ ਨਾਲ, ਆਪਣੇ ਆਮ ਕੰਮਾਂ ਨਾਲੋਂ, ਜਿਹੜਾ ਕੁਝ ਆਪਾਂ ਲੋਕ ਸਭਾ ਚ ਕਰਨਾ ਹੁੰਦਾ ਜਾਂ ਰਾਜ ਸਭਾ ਚ ਕਰਨਾ ਹੁੰਦਾ, ਉਹ ਕੰਮ ਨਹੀਂ ਹੁੰਦੇ ਇੰਪੋਰਟੈਂਟ, ਆਹ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਉਦੋਂ ਠੀਕ ਫਿਰ ਹੈ। ਉਹ ਕਿਹੜਾ ਮੋਸ਼ਨ ਲੈ ਕੇ ਆਉਣਗੇ? ਅਡਜਰਨਮੈਂਟ ਮੋਸ਼ਨ। ਅਡਜਰਨਮੈਂਟ ਮੋਸ਼ਨ ਦਾ ਕੋਈ ਇੱਕ ਸਪੈਸ਼ਲ ਟੌਪਿਕ ਹੋਊਗਾ ਵੀ ਹਾਂਜੀ ਇਹਦੇ ਤੇ ਗੱਲ ਕਰਨੀ ਆ ਆਪਾਂ, ਅਸੀਂ ਵੀ ਉਹ ਐਮਪੀ ਰੱਖੂਗਾ ਆਪਦਾ ਵਿਚਾਰ ਵੀ ਇਹਦੇ ਤੇ ਗੱਲ ਕਰਨੀ ਚਾਹੁੰਦੇ ਆ। ਜੇ ਹਾਂ ਹੁਣ ਹਾਂ ਮੰਨ ਕੇ ਚਲੋ ਮੋਸ਼ਨ ਉਹਨੇ ਸਪੀਕਰ ਨੂੰ ਫੜਾਇਆ, ਸਪੀਕਰ ਨੇ ਗੱਲ ਕਰਨੀ ਆ, ਸਪੀਕਰ ਨੇ ਪੁੱਛਣਾ ਸਾਰਿਆਂ ਨੂੰ ਵੀ ਵੇਖੋ ਜੀ ਆਹ ਭਗਵੰਤ ਮਾਨ ਸਾਹਿਬ ਦਾ ਆਹ ਵਿਚਾਰ ਆ ਵੀ ਅੱਜ ਆਪਣੀ ਆਹ ਮੋਸ਼ਨ ਤੇ ਗੱਲ ਹੋਣੀ ਚਾਹੀਦੀ, ਕੀ ਤੁਸੀਂ ਸਹਿਮਤ ਆ? ਹਾਊਸ ਨੇ ਦੱਸ ਦੇਣਾ, ਜੇ ਤਾਂ ਹਾਊਸ ਸਹਿਮਤ ਹੋ ਗਿਆ ਤਾਂ ਉਹ ਮੋਸ਼ਨ ਤੇ ਗੱਲ ਹੋਊਗੀ, ਜੇ ਹਾਊਸ ਨਾ ਸਹਿਮਤ ਹੋਇਆ ਤਾਂ ਉਹ ਮੋਸ਼ਨ ਰੱਦ ਹੋ ਗਿਆ। ਸਹਿਮਤ ਹੋਣ ਦਾ ਮਤਲਬ ਪਤਾ ਹੀ ਹੈ ਨਾ ਤੁਹਾਡਾ, ਵੀ ਜੇ ਜ਼ਿਆਦਾਤਰ ਬੰਦੇ ਉਸ ਪੱਖ ਚ ਆ ਗਏ ਤਾਂ ਉਹ ਸਹਿਮਤ ਹੈ, ਹਨਾ? ਨਹੀਂ। ਸਮਝ ਲੱਗ ਗਈ? ਹਾਂ ਬਈ। ਹਾਂ ਬਈ। ਅਡਜਰਨਮੈਂਟ ਮੋਸ਼ਨ ਦਾ ਕੀ ਮਤਲਬ ਹੈ? ਅਡਜਰਨਮੈਂਟ ਮੋਸ਼ਨ ਦਾ ਮਤਲਬ ਇਹ ਹੈ ਵੀ ਨਾਰਮਲ ਬਿਜ਼ਨਸ ਤੁਹਾਡਾ ਚੱਲੀ ਜਾਂਦਾ ਪਰ ਕੋਈ ਗੱਲ ਹੀ ਵੱਡੀ ਹੋ ਗਈ, ਜਿਵੇਂ ਹੁਣ ਕੀ ਚੱਲੀ ਜਾਂਦਾ ਕਿ ਹੁਣ ਅਡਜਰਨਮੈਂਟ ਮੋਸ਼ਨ ਉਹ ਕਾਹਦੇ ਤੇ ਕਹਿ ਰਿਹਾ? ਖੇਤੀ ਬਿੱਲਾਂ ਤੇ ਲੈ ਕੇ ਆਓ। ਹਾਂ ਬਈ। ਵੀ ਉਹ ਮੋਦੀ ਸਰਕਾਰ ਕੋਈ ਬਿੱਲ ਹੋਰ ਪਾਸ ਕਰਵਾਉਣਾ ਚਾਹੁੰਦੀ ਹੈ, ਉਹ ਆਂਦੇ ਵੀ ਅਸੀਂ ਤਾਂ ਗੱਲ ਹੀ ਖੇਤੀ ਤੇ ਕਰਨੀ ਹੈ। ਵੀ ਉਹ ਕਿਸਾਨ ਸੜਕਾਂ ਤੇ ਬੈਠੇ ਰੁਲੀ ਜਾਂਦੇ ਆ, ਉਹ ਗੱਲਾਂ ਹਾਂ ਦੂਜੀਆਂ ਆਪਾਂ ਬਾਅਦ ਚ ਕਰਾਂਗੇ, ਪਹਿਲਾਂ ਉਹਨਾਂ ਬਾਰੇ ਗੱਲ ਕਰੋ। ਸੋ ਅਡਜਰਨਮੈਂਟ ਮੋਸ਼ਨ ਲਿਆ ਸਕਦਾ ਕੋਈ ਵੀ ਐਮਪੀ। ਠੀਕ। ਸਮਝ ਲੱਗ ਗਈ? ਲੱਗ ਗਈ। ਹਾਂ, ਅਡਜਰਨਮੈਂਟ ਮੋਸ਼ਨ ਲਿਆ ਕੋਈ ਵੀ ਐਮਪੀ ਸਕਦਾ, ਪਰ ਵੀ ਉਹਨੂੰ ਪਾਸ ਹੋਣਾ ਨਾ ਹੋਣਾ ਹਨਾ, ਉਹ ਇੱਕ ਵੱਖਰਾ ਵਿਸ਼ਾ ਰਹਿ ਜਾਂਦਾ। ਵੀ ਜੇ ਹੁਣ ਮੰਨ ਕੇ ਲਓ ਅਡਜਰਨਮੈਂਟ ਮੋਸ਼ਨ ਦੇ ਪੱਖ ਚ ਬੰਦੇ ਥੋੜੇ ਹੋਏ ਤਾਂ ਆਪੇ ਰੱਦ ਹੋ ਜਾਊਗਾ। ਹੁਣ ਤੁਹਾਨੂੰ ਹਾਂ ਪਤਾ ਲੱਗ ਰਿਹਾ ਵੀ ਮੋਸ਼ਨ ਦਾ ਤੇ ਇੱਕ ਬਿੱਲ ਦਾ ਕੀ ਫਰਕ ਆ, ਹਾਂ ਹਨਾ? ਫਿਰ ਅੱਗੇ ਵੇਖੋ, ਇਹ ਹੋ ਗਿਆ ਅਡਜਰਨਮੈਂਟ ਮੋਸ਼ਨ। ਫਿਰ ਆ ਗਿਆ ਕਾਲ ਅਟੈਂਸ਼ਨ ਮੋਸ਼ਨ। ਕਾਲ ਅਟੈਂਸ਼ਨ ਮੋਸ਼ਨ ਦੇ ਵਿੱਚ ਕੀ ਹੁੰਦਾ? ਇਹ ਮੈਂਬਰ ਕਾਲਸ ਦਾ attention of the minister to any matter of urgent public importance. There is no call attention motion in the Rajya Sabha. Instead, there exists a motion called motion for papers. ਠੀਕ ਹੈ? ਸੋ ਕਾਲ ਅਟੈਂਸ਼ਨ ਦੇ ਵਿੱਚ ਕੀ ਹੁੰਦਾ? ਵੇਖੋ, ਇੱਕ ਤਾਂ ਕੁਐਸਚਨ ਪੁੱਛ ਸਕਦੇ ਹੁੰਦੇ ਆ ਐਮਪੀ ਮੰਤਰੀਆਂ ਨੂੰ, ਕੁਐਸਚਨ ਆਵਰ ਦੇ ਵਿੱਚ ਇੱਕ ਤਾਂ ਬਹੁਤ ਚੀਜ਼ ਪੜ੍ਹੀ ਹੈ। ਦੂਜੀ ਕੀ ਹੈ ਵੀ ਤੁਸੀਂ ਕੁਐਸਚਨ ਨਹੀਂ ਪੁੱਛਣਾ, ਤੁਸੀਂ ਕਾਲ ਅਟੈਂਸ਼ਨ ਮੋਸ਼ਨ ਲੈ ਆਏ। ਕਾਲ ਅਟੈਂਸ਼ਨ ਮੋਸ਼ਨ ਦੇ ਵਿੱਚ ਕੀ ਹੈ ਵੀ ਉੱਥੇ ਭਗਵੰਤ ਮਾਨ ਕਹੂਗਾ ਵੀ ਕੁਮਰ ਸਾਹਿਬ ਮੈਂ ਤੁਹਾਡਾ ਧਿਆਨ ਆਹ ਚੀਜ਼ ਵੱਲ ਦਿਵਾਉਣਾ ਚਾਹੁੰਦਾ ਪੰਜਾਬ ਦੇ ਵਿੱਚ, ਵੀ ਵੇਖੋ ਜੀ ਪੰਜਾਬ ਦੇ ਵਿੱਚ ਆਪਣੇ ਸੁਸਾਈਡ ਹੋ ਰਹੇ ਆ, ਹਨਾ? ਫਾਰਮਰ ਸੁਸਾਈਡ ਦੀ ਬੜੀ ਵੱਡੀ ਸਮੱਸਿਆ, ਮੈਂ ਤੁਹਾਡਾ ਧਿਆਨ ਇੱਧਰ ਦਿਵਾਉਣਾ ਚਾਹੁੰਦਾ, ਉਹਦੇ ਬਾਰੇ ਜ਼ਰੂਰ ਤੁਸੀਂ ਕੁਛ ਨਾ ਕੁਛ ਹਨਾ ਹੱਲ ਕਰੋ ਉਹਦਾ। ਠੀਕ ਹੈ? ਬਸ ਇੰਨੀ ਗੱਲ ਆ ਵੀ ਇਹ ਧਿਆਨ ਦਿਵਾਉਣਾ ਤੇ ਕੁਐਸਚਨ ਪੁੱਛਣਾ, ਇਹ ਦੋਵੇਂ ਅਲੱਗ-ਅਲੱਗ ਚੀਜ਼ਾਂ। ਗੱਲ ਕਿ ਨਹੀਂ ਦਿਮਾਗ 'ਚ? ਕਾਲ ਅਟੈਂਸ਼ਨ ਨਹੀਂ ਕਿਵੇਂ ਦੁਬਾਰਾ ਕਿਵੇਂ ਕਹੋ ਕਾਲ ਵੀ ਉਸ ਅਟੈਂਸ਼ਨ ਮੈਂਬਰ ਹੀ ਮੋਸ਼ਨ, ਕਹਿਣਗੇ? ਕਾਲ ਅਟੈਂਸ਼ਨ ਮੋਸ਼ਨ ਦਾ ਜੇ ਪੰਜਾਬੀ ਚ ਮਤਲਬ ਦੇ ਨਾ ਧਿਆਨ ਦਿਵਾਊ ਮਤਾ। ਠੀਕ ਹੈ। ਮੋਸ਼ਨ ਕੀ ਹੁੰਦਾ? ਮਤਾ। ਧਿਆਨ ਦਿਵਾਊ ਮਤਾ ਕੀ ਹੈ? ਧਿਆਨ ਦਿਵਾਊ ਪ੍ਰਸਤਾਵ ਕਹਿ ਲਓ ਜਾਂ ਧਿਆਨ ਦਿਵਾਊ ਮਤਾ। ਕੁਐਸਚਨ ਕੀ ਸੀ? ਕੁਐਸਚਨ ਪੁੱਛ ਰਹੇ ਸੀ ਆਪਾਂ। ਹੁਣ ਮੈਂ ਕਹਾਂ ਬਲਤੇਜ ਆਹ ਚੀਜ਼ ਵੱਲ ਧਿਆਨ ਦੇ, ਤੇ ਇੱਕ ਦਿਨ ਮੈਂ ਸਵਾਲ ਪੁੱਛਾਂ, ਦੋਵਾਂ ਚੀਜ਼ਾਂ 'ਚ ਫਰਕ ਹੈ ਕਿ ਨਹੀਂ? ਫਰਕ ਵੀ। ਠੀਕ ਹੈ? ਧਿਆਨ ਦਾ ਮਤਲਬ ਤਾਂ ਧਿਆਨ ਦੇਣਾ ਵੀ ਹਾਂ ਵੀ ਭਾਈ ਤੂੰ ਪੜ੍ਹਿਆ ਕਰ, ਜਾਂ ਹਨਾ ਵੀ ਇੱਥੇ ਕੀ ਕਹਿਣਗੇ ਵੀ ਹਾਂਜੀ ਆਹ ਸਮੱਸਿਆ ਬਹੁਤ ਵੱਡੀ ਬਣੀ ਖੜੀ ਹੈ, ਇਹਦੇ ਵੱਲ ਧਿਆਨ ਦਿਓ, ਨਹੀਂ ਇਹ ਸਮੱਸਿਆ ਗੰਭੀਰ ਹੋ ਜੂਗੀ। ਸਮਝ ਲੱਗ ਗਈ? ਹਾਂ ਵੀ। ਠੀਕ ਹੈ? ਤੇ ਕੁਐਸਚਨ ਪੁੱਛਣ ਦਾ ਮਤਲਬ ਕੀ ਹੈ ਵੀ ਹਾਂ ਵੀ ਤੈਨੂੰ ਮੈਂ ਉਦੋਂ ਐਂ ਕਿਹਾ ਸੀਗਾ, ਤੂੰ ਕੀ ਕੀਤਾ? ਠੀਕ ਹੈ? ਸੋ ਕਾਲ ਅਟੈਂਸ਼ਨ ਮੋਸ਼ਨ ਲਿਆ ਸਕਦਾ ਕੋਈ ਵੀ ਐਮਪੀ ਮਿਨਿਸਟਰ ਦਾ ਧਿਆਨ ਕਿਸੇ ਸਪੈਸ਼ਲ ਚੀਜ਼ ਵੱਲ ਦਿਵਾਉਣ ਵਾਸਤੇ, ਮਿਨਿਸਟਰ ਦਾ ਧਿਆਨ ਦਿਵਾਉਣਾ ਆਪਾਂ। ਸੋ ਆਈ ਥਿੰਕ ਇਹ ਕਲੀਅਰ ਹੈ। ਹਾਂ ਵੀ। ਠੀਕ ਹੈ? ਤੇ ਕਾਲ ਅਟੈਂਸ਼ਨ ਮੋਸ਼ਨ ਕਾਹਦੇ 'ਚ ਹੋ ਸਕਦਾ? ਕੱਲੀ ਲੋਕ ਸਭਾ 'ਚ ਹੀ ਹੋ ਸਕਦਾ, ਰਾਜ ਸਭਾ ਦੇ ਵਿੱਚ ਕਾਲ ਅਟੈਂਸ਼ਨ ਮੋਸ਼ਨ ਨਹੀਂ ਹੁੰਦਾ। ਰਾਜ ਸਭਾ ਦੇ ਵਿੱਚ ਕਾਲ ਅਟੈਂਸ਼ਨ ਮੋਸ਼ਨ ਨਹੀਂ ਹੁੰਦਾ। ਅਡਜਰਨਮੈਂਟ ਮੋਸ਼ਨ ਦਾ ਤੁਹਾਨੂੰ ਪਤਾ ਨਾ ਹੁਣ, ਅਡਜਰਨਮੈਂਟ ਮੋਸ਼ਨ ਕੀ ਹੈ ਵੀ ਜਦੋਂ ਕੋਈ ਇੰਪੋਰਟੈਂਟ ਪਬਲਿਕ ਮੈਟਰ ਹੋਇਆ, ਠੀਕ ਹੈ, ਉਹਦੇ ਤੇ ਤੁਸੀਂ ਕਹਿ ਰਹੇ ਵੀ ਅੱਜ ਡਿਸਕਸ਼ਨ ਆਪਾਂ ਇਹਦੇ ਤੇ ਕਰੀਏ, ਇਸ ਮੈਟਰ ਤੇ। ਅਡਜਰਨਮੈਂਟ ਮੋਸ਼ਨ ਉਹ ਆ ਜਿਹੜਾ
ਕਾਲ ਅਟੈਂਸ਼ਨ ਮੋਸ਼ਨ ਆ ਉਹਦੇ ਤੇ ਇਹ ਨਹੀਂ ਤੁਸੀਂ ਕਹਿ ਰਹੇ ਵੀ ਆਪਾਂ ਅੱਜ ਦਾ ਸਾਰਾ ਦਿਨ ਆਪਾਂ ਆਮ ਮੈਟਰ ਦੀ ਲਾ ਦਈਏ। ਉਹਦੇ ਤੇ ਸਿਰਫ ਤੁਸੀਂ ਇੱਕ ਮਿਨਿਸਟਰ ਦਾ ਸਿਰਫ ਧਿਆਨ ਦਿਵਾਇਆ ਵੀ ਹਾਂਜੀ ਮਿਨਿਸਟਰ ਸਾਹਿਬ ਉਹਦੇ ਬਾਰੇ ਗੌਰ ਕਰਿਓ ਉਹ ਚੀਜ਼। ਵੀ ਬਾਕੀ ਠੀਕ ਹੈ। ਕੰਮ ਤਾਂ ਚੱਲੂਗਾ, ਜਿਹੜਾ ਲੋਕ ਸਭਾ ਦਾ ਉਹੀ ਚੱਲੂਗਾ ਜਿਵੇਂ ਚੱਲਦਾ। ਉਹ ਤਾਂ ਸਿਰਫ ਇੱਕ ਗੱਲ ਤੁਸੀਂ ਮਿਨਿਸਟਰ ਦਾ ਧਿਆਨ ਦਿਵਾਇਆ। ਅਡਜਰਨਮੈਂਟ ਮੋਸ਼ਨ ਦੇ ਵਿੱਚ ਕੀ ਹੈ ਵੀ ਤੁਸੀਂ ਕਹਿ ਰਹੇ ਆ ਵੀ ਅੱਜ ਬਈ ਹੋਰ ਕੋਈ ਕੰਮ ਨਹੀਂ ਕਰਨਾ, ਅੱਜ ਇਹਦੇ ਬਾਰੇ ਗੱਲ ਕਰਨੀ ਹੈ। ਠੀਕ ਉਹ ਸਾਰੀ ਦੀ ਸਾਰੀ ਲੋਕ ਸਭਾ ਨੂੰ ਹੀ ਤੁਸੀਂ ਕਹੀ ਜਾਂਦੇ ਆ, ਉਹ ਜੋ ਸਾਰੀ ਰਾਜ ਸਭਾ ਨੂੰ ਸਾਰੇ ਹਾਊਸ ਨੂੰ ਕਹੀ ਜਾਂਦੇ ਅਡਜਰਨਮੈਂਟ ਮੋਸ਼ਨ ਚ। ਤਾਂ ਜੇ ਆਪਾਂ ਅੱਜ ਇਹਦੇ ਬਾਰੇ ਗੱਲ ਕਰੀਏ, ਕਾਲ ਅਟੈਂਸ਼ਨ ਦੇ ਵਿੱਚ ਕੀ ਹੈ ਵੀ ਤੁਸੀਂ ਸਿਰਫ ਇੱਕ ਮਿਨਿਸਟਰ ਨੂੰ ਕਿਹਾ ਵੀ ਹਾਂਜੀ ਸਰ ਇਹਦੇ ਬਾਰੇ ਤੁਸੀਂ ਧਿਆਨ ਦਿਓ ਜੇ, ਇਹ ਉਧਰ ਸਾਡੇ ਇਲਾਕੇ ਵੱਲ ਵੀ ਧਿਆਨ ਦਿਓ, ਤੁਸੀਂ ਆਸੇ ਪਾਸੇ ਤਾਂ ਕੰਮ ਕਰਾਤੇ, ਸਾਡਾ ਇਲਾਕਾ ਅਜੇ ਤੱਕ ਪਿੱਛੇ ਹੈ। ਠੀਕ ਹੈ। ਫਿਰ ਆ ਗਿਆ ਸੈਂਸਰ ਮੋਸ਼ਨ। ਸੈਂਸਰ ਮੋਸ਼ਨ ਹੁੰਦਾ ਨਿੰਦਾ ਪ੍ਰਸਤਾਵ। ਕਿੰਦਾ? ਨਿੰਦਾ ਪ੍ਰਸਤਾਵ। ਨਿੰਦਾ ਇਟ ਕੈਨ ਬੀ ਮੂਵਡ ਓਨਲੀ ਇਨ ਲੋਕ ਸਭਾ। ਇਹ ਵੀ ਲੋਕ ਸਭਾ ਦੇ ਵਿੱਚ ਹੀ ਆ ਸਕਦਾ। ਸੈਂਸਰ ਮੋਸ਼ਨ ਵੀ ਕਿੱਥੇ ਆ ਸਕਦਾ? ਲੋਕ ਸਭਾ ਜੀ। ਕਾਲ ਅਟੈਂਸ਼ਨ ਮੋਸ਼ਨ ਕਿੱਥੇ ਕਿੱਥੇ ਆ ਸਕਦਾ? ਉਹ ਵੀ ਲੋਕ ਸਭਾ ਦੇ। So censor motion ਦੇ ਕੀ ਹੈ? It can be moved only in ਲੋਕ ਸਭਾ and only by the opposition। ਸਰਕਾਰ ਦਾ ਐਮਪੀ ਨਹੀਂ ਲਿਆ ਸਕਦਾ ਕੋਈ ਵੀ। ਜਿਹੜੇ 303 ਐਮਪੀ, ਹਾਂ 303 ਐਮਪੀ ਬੀਜੇਪੀ ਦੇ ਆ, ਉਹ ਯਾਰ ਉਹ ਸਰਕਾਰ ਦੀ ਕਾਹਤੋਂ ਨਿੰਦਾ ਕਰਨਗੇ? ਤੁਸੀਂ ਸੋਚ ਕੇ ਵੇਖੋ ਵੀ ਜਿਹੜਾ ਨਿੰਦਾ ਪ੍ਰਸਤਾਵ ਆਊਗਾ ਉਹ ਕਿਹਦੇ ਵਿਰੁੱਧ ਆਊਗਾ? ਸਰਕਾਰ ਦੇ ਵਿਰੁੱਧ ਹੀ ਆਊਗਾ ਇੱਕ ਹਿਸਾਬ ਦਾ। ਵੀ ਜੇ ਕੋਈ ਸਰਕਾਰ ਨੇ ਕੋਈ ਬਿੱਲ ਲੈ ਕੇ ਆਂਦਾ ਜਾਂ ਕੋਈ ਜਿਵੇਂ ਹੁਣ ਮੰਨ ਕੇ ਸਰਕਾਰ ਖੇਤੀ ਬਿੱਲ ਲੈ ਕੇ ਆਈ ਹੈ ਤੇ ਕੋਈ ਐਮਪੀ ਉੱਠ ਕੇ ਉਹਦੇ ਵਿਰੋਧ ਚ ਨਿੰਦਾ ਪ੍ਰਸਤਾਵ ਲਿਆਵੇ, ਸੈਂਸਰ ਮੋਸ਼ਨ ਲਿਆਵੇ, ਉਹ ਆਪੋਜੀਸ਼ਨ ਪਾਰਟੀ ਦੇ ਲੈ ਕੇ ਆਊਗਾ। ਹਾਂ ਬਈ ਸਮਝ ਲੱਗੀ? ਸੋ ਸੈਂਸਰ ਮੋਸ਼ਨ ਕੌਣ ਲਿਆ ਸਕਦਾ ਹੁੰਦਾ? ਓਨਲੀ ਬਾਈ ਦਾ ਆਪੋਜੀਸ਼ਨ। ਇਟ ਕੈਨ ਬੀ ਬਰਾਊਟ ਅਗੇਂਸਟ the ruling government, है ना, or against the minister of for the any failure of an act or seeking। ਇਹ ਜਾਂ ਤਾਂ ਸਾਰੀ ਗਵਰਨਮੈਂਟ ਦੇ ਖਿਲਾਫ ਲਿਆਂਦਾ ਜਾ ਸਕਦਾ ਜਾਂ ਕਿਸੇ ਇੱਕ ਖਾਸ ਮਿਨਿਸਟਰ ਦੇ ਖਿਲਾਫ ਵੀ ਲਿਆਂਦਾ ਜਾ ਸਕਦਾ ਵੀ ਜੇ ਕੋਈ ਇੱਕੋ ਮਿਨਿਸਟਰ ਨੇ ਕੋਈ ਕੰਮ ਗਲਤ ਕੀਤਾ। ਗੱਲ ਸਮਝ ਲੱਗ ਗਈ ਨਾ? ਹਾਂ। ਸੋ ਇਹ ਸੈਂਸਰ ਮੋਸ਼ਨ ਮਸਟ ਸਪੈਸੀਫਾਈ ਦਾ ਚਾਰजेस ਅਗੇਂਸਟ ਦਾ ਗਵਰਨਮੈਂਟ ਫਾਰ ਵਿਚ ਇਟ ਇਜ਼ ਮੂਵਡ। ਵੀ ਪਰ ਸੈਂਸਰ ਮੋਸ਼ਨ ਦਾ ਕੀ ਆ ਵੀ ਤੁਸੀਂ ਇਹ ਚੀਜ਼ ਦੱਸਣੀ ਪਊਗੀ ਵੀ ਕਾਹਤੋਂ ਲਿਆਂਦਾ। ਸੈਂਸਰ ਮੋਸ਼ਨ ਤੁਸੀਂ ਨਿੰਦਾ ਕਰਨ ਲੱਗੇ ਆ ਕਿਸੇ ਬੰਦੇ ਦੀ ਜਾਂ ਸਰਕਾਰ ਦੀ ਸਾਰੀ ਦੀ, ਪਰ ਕਿਉਂ ਕਰਨ ਲੱਗੇ ਆ? ਖੇਤੀ ਬਿੱਲਾਂ ਦੇ ਵਿਰੋਧ ਚ ਕਰਨ ਲੱਗੇ ਆ ਜਾਂ ਪੈਗਾਸਸ ਇਸ਼ੂ ਤੇ ਕਰਨ ਲੱਗੇ ਆ, ਹਨਾ, ਜਾਂ ਹੋਰ ਕੋਈ ਮੁੱਦਾ। ਵੀ ਕੋਈ ਵੀ ਜਿਹੜੀ ਗੱਲ ਆ ਤੁਹਾਨੂੰ ਸਬਜੈਕਟ ਪਤਾ ਹੋਣਾ ਚਾਹੀਦਾ ਵੀ ਆਹ ਗੱਲ ਤੇ ਅਸੀਂ ਨਿੰਦਾ ਕਰ ਰਹੇ ਹਾਂ ਸਰਕਾਰ ਦੀ, ਉਹ ਦੱਸਣਾ ਪਊਗਾ। ਜਾਂ ਆਹ ਗੱਲ ਤੇ ਅਸੀਂ ਇਸ ਮੰਤਰੀ ਦੀ ਨਿੰਦਾ ਕਰਦੇ ਹਾਂ। ਵੀ ਨਿੰਦਾ ਤੁਸੀਂ ਸਰਕਾਰ ਦੀ ਵੀ ਕਰ ਸਕਦੇ ਆ ਤੇ ਨਿੰਦਾ ਤੁਸੀਂ ਇੱਕ ਸਪੈਸ਼ਲ ਮੰਤਰੀ ਦੀ ਵੀ ਕਰ ਸਕਦੇ ਆ, ਪਾਰਟਿਕੂਲਰ ਮੰਤਰੀ ਦੀ। ਠੀਕ ਹੈ। ਸੈਂਸਰ ਮੋਸ਼ਨ ਕੀ ਹੁੰਦਾ? ਨਿੰਦਾ ਪ੍ਰਸਤਾਵ ਤੁਸੀਂ ਲੈ ਕੇ ਆਓਗੇ, ਇੱਕ ਐਮਪੀ ਲਿਆ ਸਕਦਾ। ਹੁਣ ਫਿਰ ਮੈਂ ਤੁਹਾਨੂੰ ਇਹ ਕਹੀ ਜਾਂਦਾ ਵੀ ਨਿੰਦਾ ਪ੍ਰਸਤਾਵ ਲੈ ਕੇ ਆਉਣਾ ਤੇ ਨਿੰਦਾ ਪ੍ਰਸਤਾਵ ਦਾ ਪਾਸ ਹੋ ਜਾਣਾ, ਉਹ ਅਲੱਗ-ਅਲੱਗ ਚੀਜ਼ਾਂ। ਬਈ ਇੱਕੋ ਐਮਪੀ ਉੱਠ ਕੇ ਮੰਨ ਕੇ ਲੋ ਭਗਵੰਤ ਮਾਨ ਕਹਿ ਦੇ ਵੀ ਮੈਂ ਤੋਮਰ ਸਾਹਿਬ ਦੇ ਖਿਲਾਫ ਸੈਂਸਰ ਮੋਸ਼ਨ ਲੈ ਕੇ ਆਇਆ, ਠੀਕ ਹੈ, ਜਿਹੜਾ ਸੈਂਸਰ ਮੋਸ਼ਨ ਲੈ ਕੇ ਆਇਆ, ਜੇ ਤਾਂ ਉਹ ਸੈਂਸਰ ਮੋਸ਼ਨ ਪਾਸ ਹੋ ਗਿਆ ਲੋਕ ਸਭਾ 'ਚ, ਫਿਰ ਤਾਂ ਤੋਮਰ ਤੇ ਥੂ ਥੂ ਹੋਊਗੀ ਵੀ ਸਾਰਿਆਂ ਨੇ ਪਾਸ ਕਰਤਾ ਯਾਰ, ਹੈ ਹਨਾ, ਵੀ 273 ਬੰਦਿਆਂ ਨੇ ਵੋਟ ਕਰਤੀ ਵੀ ਓਏ ਜਾ ਓਏ ਤੂੰ ਐਂ ਕੀਤਾ, ਹਨਾ। ਤੇ ਜੇ ਹਾਂ ਮੰਨ ਕੇ ਚਲੋ ਸੈਂਸਰ ਮੋਸ਼ਨ ਫੇਲ ਹੋ ਗਿਆ ਤੇ ਫਿਰ ਤਾਂ ਤੋਮਰ ਆਪੇ ਹੀ ਸੱਚਾ। ਓਕੇ ਹੋ ਗਿਆ। ਫਿਰ ਆ ਗਿਆ ਨੋ ਕੌਨਫੀਡੈਂਸ ਮੋਸ਼ਨ। ਫਿਰ ਕੀ ਆ ਗਿਆ? ਨੋ ਕੌਨਫੀਡੈਂਸ ਮੋਸ਼ਨ। ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਕੀ ਆ? ਇਟ ਕੈਨ ਬੀ ਮੂਵਡ ਓਨਲੀ ਇਨ ਦਾ ਲੋਕ ਸਭਾ। ਇਹ ਵੀ ਇਕੱਲੇ ਲੋਕ ਸਭਾ 'ਚ ਹੀ ਆ ਸਕਦਾ, ਹਨਾ। ਐਂਡ ਓਨਲੀ ਬਾਈ ਦਾ ਆਪੋਜੀਸ਼ਨ। ਇਹ ਵੀ ਠੀਕ ਆ। ਇਟ ਨੀਡਸ ਦਾ ਸਪੋਰਟ ਆਫ 50 ਮੈਂਬਰਸ। ਹੁਣ ਵੇਖੋ ਜਿਹੜੇ ਉੱਪਰਲੇ ਮੋਸ਼ਨਾਂ ਦੀ ਆਪਾਂ ਗੱਲ ਕੀਤੀ ਹੈ ਨਾ, ਭਾਵੇਂ ਉਹ ਅਡਜਰਨਮੈਂਟ ਮੋਸ਼ਨ ਹੈ, ਭਾਵੇਂ ਉਹ ਕਾਲ ਅਟੈਂਸ਼ਨ ਮੋਸ਼ਨ ਹੈ, ਤੇ ਭਾਵੇਂ ਉਹ ਸੈਂਸਰ ਮੋਸ਼ਨ ਹੈ, ਠੀਕ ਹੈ। ਇਹਨਾਂ ਤਿੰਨਾਂ ਮੋਸ਼ਨਾਂ ਦੇ ਵਿੱਚ ਆਪਾਂ ਕੋਈ ਗੱਲ ਕੀਤੀ ਆ ਵੀ ਇੰਨੇ ਐਮਪੀ ਹੋਣੇ ਚਾਹੀਦੇ ਆ ਮੋਸ਼ਨ 'ਚ? ਮੈਂ ਤੁਹਾਨੂੰ ਕਿਹਾ ਨਾ ਵੀ ਇੱਕੋ ਐਮਪੀ ਉੱਠ ਕੇ ਉਹ ਮੋਸ਼ਨ ਲਿਆ ਸਕਦਾ, ਵੀ ਇੱਕੋ ਐਮਪੀ ਮੂੰਹ ਚੱਕ ਕੇ ਜਾ ਕੇ ਸਪੀਕਰ ਕੋਲੇ ਜਾ ਕੇ ਕਹਿ ਸਕਦਾ ਵੀ ਮੈਂ ਆਹ ਮੋਸ਼ਨ ਅੱਜ ਉਹ ਕਰਨਾ ਚਾਹੁੰਦਾ, ਪੇਸ਼ ਕਰਨਾ ਚਾਹੁੰਦਾ, ਠੀਕ ਹੈ। ਸਪੀਕਰ ਜਦੋਂ ਉਹਦੀ ਵਾਰੀ ਉਹਨੂੰ ਮੌਕਾ ਦੇ ਦੂਗਾ। ਸਮਝ ਲੱਗ ਗਈ? ਪਰ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਆ ਉਹ ਇੱਕੋ ਬੰਦਾ ਨਹੀਂ ਕਰ ਸਕਦਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ
ਬਈ ਜਦੋਂ ਆਪਾਂ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਤੇ ਉਦੋਂ 1/4 ਮੈਂਬਰ ਆਫ ਦੀ ਹਾਊਸ ਨੇ ਉਹ ਚੀਜ਼ ਰੈਜ਼ੋਲੂਸ਼ਨ ਲੈ ਕੇ ਆਉਣਾ ਹੁੰਦਾ। ਹਾਂ ਬਈ ਕਿੰਨੇ ਬੰਦੇ ਨੇ ਲਿਆਉਣਾ ਹੁੰਦਾ? 1/4 ਆਫ ਦਾ ਮੈਂਬਰਸ ਆਫ ਦਾ ਹਾਊਸ। ਠੀਕ ਹੈ ਵੀ ਜੇ 545 ਹੈ ਤੇ ਉਹਨਾਂ ਦਾ 1/4 ਕਿੰਨਾ ਬਣੂਗਾ? ਤਕਰੀਬਨ ਵੀ ਮੰਨ ਕੇ ਚੱਲੋ ਆਪਣਾ 130 ਦੇ ਆਸੇ ਪਾਸੇ ਬਣੂਗਾ ਹਨਾ। ਹਾਂ ਬਈ 130 35 ਦੇ। ਹਾਂ ਸੋ ਉਵੇਂ ਇੱਥੇ ਕਿੰਨੇ ਬੰਦੇ ਚਾਹੀਦੇ ਤੁਹਾਨੂੰ ਨੋ ਕੌਨਫੀਡੈਂਸ ਮੋਸ਼ਨ ਲਿਆਉਣ ਵਾਸਤੇ? 50 ਬੰਦੇ ਚਾਹੀਦੇ ਆ ਮਿਨੀਮਮ। ਠੀਕ ਹੈ, ਠੀਕ ਹੈ ਸਮਝ ਲੱਗ ਗਈ? ਫਿਰ ਕੀ ਹੈ? ਹਾਂ। ਇਟ ਕੈਨ ਬੀ ਬਰਾਊਟ ਓਨਲੀ ਅਗੇਂਸਟ ਦਾ ਕਾਉਂਸਲ ਆਫ ਮਿਨਿਸਟਰਸ। ਠੀਕ ਹੈ, ਇਹ ਸਾਰੀ ਦੀ ਸਾਰੀ ਸਰਕਾਰ ਦੇ ਖਿਲਾਫ ਆਊਗਾ, ਸਾਰੀ ਮਿਨਿਸਟਰੀ ਦੇ ਖਿਲਾਫ। ਮੈਂ ਤੁਹਾਨੂੰ ਜਦੋਂ ਨਿੰਦਾ ਪ੍ਰਸਤਾਵ ਦੀ ਗੱਲ ਕਰੀ ਜਾਂਦਾ, ਮੈਂ ਤੁਹਾਨੂੰ ਕਹੀ ਜਾਂਦਾ ਵੀ ਨਿੰਦਾ ਪ੍ਰਸਤਾਵ ਸਾਰੀ ਗਵਰਨਮੈਂਟ ਦੇ ਖਿਲਾਫ ਵੀ ਆ ਸਕਦਾ, ਗਵਰਨਮੈਂਟ ਦੇ ਖਿਲਾਫ ਵੀ ਆ ਸਕਦਾ ਤੇ ਇੱਕ ਮਿਨਿਸਟਰ ਦੇ ਖਿਲਾਫ ਵੀ ਆ ਸਕਦਾ। ਪਰ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ ਉਹ ਇੱਕ ਮਿਨਿਸਟਰ ਦੇ ਖਿਲਾਫ ਨਹੀਂ ਹੁੰਦਾ, ਉਹ ਕੀ ਹੁੰਦਾ? ਸਾਰੀ ਗਵਰਨਮੈਂਟ ਦੇ ਖਿਲਾਫ। ਵੀ ਸਾਰੇ ਮਿਨਿਸਟਰਾਂ ਦੇ ਖਿਲਾਫ ਹੀ ਹੁੰਦਾ, ਇੱਕ ਹਿਸਾਬ ਦਾ ਗਵਰਨਮੈਂਟ ਦੇ ਖਿਲਾਫ ਹੁੰਦਾ। ਉਹ ਤੁਹਾਨੂੰ ਦੱਸਿਆ ਹੀ ਸੀ ਨੋ ਕੌਨਫੀਡੈਂਸ ਮੋਸ਼ਨ ਬਾਰੇ, ਤੁਹਾਨੂੰ ਪਤਾ ਹੀ ਹੈ। ਨੋ ਕੌਨਫੀਡੈਂਸ ਮੋਸ਼ਨ ਜੇ ਪਾਸ ਹੋ ਗਿਆ ਸਰਕਾਰ ਡਿੱਗ ਪਊਗੀ। ਠੀਕ ਹੈ ਠੀਕ ਹੈ, ਸੋ ਇਹ ਨੋ ਕੌਨਫੀਡੈਂਸ ਮੋਸ਼ਨ ਨੀਡ ਨਾਟ ਟੂ ਸਪੈਸੀਫਾਈ ਦਾ ਰੀਜ਼ਨ। ਹੁਣ ਨਿੰਦਾ ਪ੍ਰਸਤਾਵ ਦੇ ਵਿੱਚ ਮੈਂ ਤੁਹਾਨੂੰ ਕੀ ਕਿਹਾ ਸੀ? ਸੈਂਸਰ ਮੋਸ਼ਨ ਦੇ ਵਿੱਚ ਬਈ ਤੁਹਾਨੂੰ ਉਹਦੇ ਬਾਰੇ ਦੱਸਣਾ ਜ਼ਰੂਰੀ ਹੈ ਵੀ ਕਿਹੜੀ ਗੱਲ ਨੂੰ ਲੈ ਕੇ ਤੁਸੀਂ ਲਿਆਂਦਾ, ਕਿਹੜੀ ਗੱਲ ਦੀ ਨਿੰਦਾ ਕਰਨੀ ਚਾਹੁੰਦੇ ਹੋ ਤੁਸੀਂ ਸਰਕਾਰ ਦੀ। ਪਰ ਨੋ ਕੌਨਫੀਡੈਂਸ ਮੋਸ਼ਨ ਦਾ ਕੋਈ ਕੁਝ ਨਹੀਂ ਦੱਸਣਾ ਜ਼ਰੂਰੀ, ਬਸ ਤੁਸੀਂ ਚੁੱਪ ਕਰਕੇ ਲਿਆਏ। 50 ਬੰਦੇ ਤੁਹਾਡੇ ਨਾਲ ਹੈਗੇ ਆ, ਬਸ ਭਾਵੇਂ ਦੂਜੇ ਦਿਨ ਲਿਆਓ। ਤੁਹਾਨੂੰ ਇਹ ਨਹੀਂ ਪੁੱਛ ਸਕਦਾ ਵੀ ਹਾਂ ਤੁਸੀਂ ਨੋ ਕੌਨਫੀਡੈਂਸ ਮੋਸ਼ਨ ਕਾਹਤੋਂ ਲੈ ਕੇ ਆਏ ਆ, ਕਾਹਤੋਂ ਦਾ ਮਤਲਬ ਹੀ ਨਹੀਂ ਵੀ ਅਸੀਂ ਲੈ ਕੇ ਆਏ ਆ ਬਸ। ਪਰ ਹਾਂ ਸੈਂਸਰ ਮੋਸ਼ਨ ਤੁਹਾਨੂੰ ਪੁੱਛਣਗੇ ਵੀ ਕਾਹਤੋਂ ਆ ਜੀ, ਤੁਹਾਨੂੰ ਦੱਸਣਾ ਪਊਗਾ ਵੀ ਹਾਂਜੀ ਆਹ ਗੱਲ। ਠੀਕ ਹੈ, ਠੀਕ ਹੈ ਜੇ ਪਾਸ ਹੋ ਗਿਆ ਤੁਹਾਨੂੰ ਦੱਸਿਆ ਵੀ ਗਵਰਨਮੈਂਟ ਗਈ। ਬਹੁਤ ਇੰਪੋਰਟੈਂਟ ਆ ਵੀ ਜੇ ਆਪਾਂ ਜਿੰਨੇ ਮੋਸ਼ਨਾਂ ਦੀ ਗੱਲ ਕੀਤੀ ਹੈ ਉਹਨਾਂ ਸਾਰਿਆਂ ਤੋਂ ਇੰਪੋਰਟੈਂਟ ਕਿਹੜਾ ਮੋਸ਼ਨ ਹੁੰਦਾ? ਨੋ ਕੌਨਫੀਡੈਂਸ ਮੋਸ਼ਨ ਹੁੰਦਾ। ਸਮਝ ਲੱਗ ਗਈ? ਹਾਂ ਬਈ ਅੱਗੇ ਆ ਗਿਆ ਪ੍ਰਿਵਿਲੇਜ ਮੋਸ਼ਨ। ਪ੍ਰਿਵਿਲੇਜ ਮੋਸ਼ਨ ਕੀ ਹੁੰਦਾ ਹੈ? ਰੈਜ਼ੋਲੂਸ਼ਨ ਇੰਟਰੋਡਿਊਸਡ ਬਾय द ਆਪੋਜੀਸ਼ਨ that a minister has mislead the house by giving wrong information। ਪ੍ਰਿਵਿਲੇਜ ਮੋਸ਼ਨ ਦਾ ਕੀ ਮਤਲਬ ਹੁੰਦਾ? ਹੁਣ ਵੇਖੋ ਪ੍ਰਿਵਿਲੇਜ ਦੀ ਆਪਾਂ ਗੱਲ ਕੀਤੀ ਹੈ ਨਾ ਪਹਿਲਾਂ, ਆਪਾਂ ਪ੍ਰਿਵਿਲੇਜ ਪਾਰਲੀਮੈਂਟਰੀ ਪ੍ਰਿਵਿਲੇਜ ਦੀ ਗੱਲ ਕੀਤੀ। ਆਪਾਂ ਕਿਹਾ ਸੀ ਇੰਡੀਵਿਜੂਅਲ ਪ੍ਰਿਵਿਲੇਜਸ ਵੀ ਹੁੰਦੀਆਂ ਤੇ ਕਲੈਕਟਿਵ ਪ੍ਰਿਵਿਲੇਜਸ ਵੀ ਹੁੰਦੀਆਂ। ਹਾਂ ਬਈ ਹੁਣ ਕਲੈਕਟਿਵ ਪ੍ਰਿਵਿਲੇਜਸ ਦੇ ਵਿੱਚ ਕੀ ਆ ਵੀ ਉਹ ਸਾਰੇ ਹਨਾ ਵੀ ਸੀਕ੍ਰੇਟ ਮੀਟਿੰਗ ਰੱਖ ਸਕਦੇ ਆ ਜਾਂ ਕੋਰਟ ਕੋਈ ਪ੍ਰੋਸੀਡਿੰਗ ਨਹੀਂ ਕਰ ਸਕਦੀ ਹੈ ਨਾ। ਇੱਕ ਪ੍ਰਿਵਿਲੇਜ ਮੋਸ਼ਨ ਹੁੰਦਾ। ਪ੍ਰਿਵਿਲੇਜ ਮੋਸ਼ਨ ਦੇ ਵਿੱਚ ਕੀ ਹੁੰਦਾ ਵੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਬਲਤੇਜ ਨੇ ਸਟਾਰਟ ਕੁਐਸਚਨ ਪੁੱਛਿਆ ਸੀਗਾ ਤੋਮਰ ਤੋਂ। ਠੀਕ ਹੈ, ਬਲਤੇਜ MP ਆ ਹਨਾ। ਬਲਤੇਜ ਨੇ ਕੀ ਪੁੱਛਿਆ ਸੀਗਾ? ਸਟਾਰਟ ਕੁਐਸਚਨ ਕਿਹਦੇ ਤੋਂ? ਤੋਮਰ ਸਾਹਿਬ ਤੋਂ। ਤੋਮਰ ਸਾਹਿਬ ਨੇ ਆਨਸਰ ਦਿੱਤਾ ਸੀ ਤੇ ਪਰ ਉਹ ਬਾਅਦ ਚ ਪਤਾ ਲੱਗਾ ਵੀ ਤੋਮਰ ਸਾਹਿਬ ਨੇ ਤਾਂ ਗੱਪ ਹੀ ਮਾਰਤਾ, ਗਲਤ ਇਨਫੋਰਮੇਸ਼ਨ ਦੇ ਦਿੱਤੀ ਉਹ ਤਾਂ। ਠੀਕ ਹੈ, ਫਿਰ ਬਲਤੇਜ ਦੂਜੇ ਦਿਨ ਕਿਹੜਾ ਮੋਸ਼ਨ ਲੈ ਕੇ ਆਊਗਾ? ਪ੍ਰਿਵਿਲੇਜ ਮੋਸ਼ਨ ਲੈ ਕੇ ਆਊਗਾ। ਜਦੋਂ ਕੋਈ ਮੰਤਰੀ ਗਲਤ ਸੂਚਨਾ ਦਿੰਦਾ ਨਾ, ਗਲਤ ਇਨਫੋਰਮੇਸ਼ਨ ਦਿੰਦਾ ਹਾਊਸ ਦੇ ਵਿੱਚ, ਤਾਂ ਉਹਦੇ ਖਿਲਾਫ ਕਿਹੜਾ ਮੋਸ਼ਨ ਆਉਂਦਾ? ਪ੍ਰਿਵਿਲੇਜ ਮੋਸ਼ਨ। ਸਮਝ ਲੱਗ ਗਈ? ਅੱਗੇ ਲਾਸਟ ਮੋਸ਼ਨ ਜਿਹੜਾ ਆਪਾਂ ਗੱਲ ਕਰਨਾ ਕੱਟ ਮੋਸ਼ਨਸ ਦੀ। ਕੱਟ ਮੋਸ਼ਨਸ ਕੀ ਹੁੰਦੇ ਆ? ਕੱਟ ਮੋਸ਼ਨ ਦੇ ਇਹ ਹੁੰਦੇ ਆ ਬਈ ਜਿਵੇਂ ਮੈਂ ਤੁਹਾਨੂੰ ਕੱਲ ਗੱਲ ਕੀਤੀ ਸੀ ਨਾ ਬਈ ਸਰਕਾਰ ਨੇ ਜਦੋਂ ਪੈਸੇ ਕਢਾਉਣੇ ਆ ਖਜ਼ਾਨੇ ਚੋਂ, ਸਰਕਾਰ ਨੇ ਜਦੋਂ ਪੈਸੇ ਖਜ਼ਾਨੇ ਚੋਂ ਕਢਾਉਣੇ ਆ ਤਾਂ ਉਹ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ, ਤਾਂ ਉਹਨਾਂ ਨੂੰ ਕੀ ਤਿਆਰ ਕਰਵਾਉਣਾ ਪੈਂਦਾ? ਐਪਰੋਪ੍ਰੀਏਸ਼ਨ ਬਿੱਲ। ਕਿਹੜਾ ਬਿੱਲ ਪਾਸ ਕਰਾਉਣਾ ਪੈਂਦਾ? ਐਪਰੋਪ੍ਰੀਏਸ਼ਨ ਬਿੱਲ। ਹੁਣ ਐਪਰੋਪ੍ਰੀਏਸ਼ਨ ਬਿੱਲ ਦੇ ਵਿੱਚ ਕੀ ਕੁਝ ਲਿਖਿਆ ਹੁੰਦਾ? ਐਪਰੋਪ੍ਰੀਏਸ਼ਨ ਬਿੱਲ ਦੇ ਵਿੱਚ ਕੱਲੀ ਮਿਨਿਸਟਰੀ ਦਾ ਹਿਸਾਬ ਹੁੰਦਾ ਵੀ ਐਗਰੀਕਲਚਰ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ, ਠੀਕ ਹੈ, ਫੂਡ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ, ਹੈਲਥ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ। ਵੀ ਮੰਨ ਕੇ ਚਲੋ ਜਿਹੜੀਆਂ 30-35 ਅਲੱਗ-ਅਲੱਗ ਮਿਨਿਸਟਰੀਜ਼ ਆ, ਅਲੱਗ-ਅਲੱਗ ਮੰਤਰਾਲੇ ਆ ਜਿਹੜੇ ਸਰਕਾਰ ਦੇ, ਉਹਨਾਂ ਨੂੰ ਕਿੰਨੇ ਪੈਸੇ ਚਾਹੀਦੇ ਆ। ਸੋ ਫਿਰ ਉਹਨਾਂ ਦਾ ਟੋਟਲ ਪੈਸੇ ਆਪਾਂ ਕਢਵਾਉਣੇ ਹੁੰਦੇ ਆ। ਸੋ ਹੁਣ ਕੀ ਆ ਵੀ ਜੇ ਕੱਟ ਮੋਸ਼ਨਸ ਕੀ ਹੁੰਦੇ ਆ ਵੀ ਉਹਨਾਂ ਨੂੰ ਜੇ ਲੋਕ ਸਭਾ ਨੂੰ ਲੱਗੂ ਵੀ ਯਾਰ ਆਹ ਪੈਸੇ ਜ਼ਿਆਦਾ ਮੰਗੀ ਜਾਂਦੇ ਆ,
ਹਨਾ। ਸੋ ਹਾਂ ਉਹ ਪੈਸਿਆਂ ਨੂੰ ਘਟਾਉਣ ਵਾਸਤੇ ਕਿਹੜੇ ਮੋਸ਼ਨ ਲੈ ਕੇ ਆਉਂਦੇ ਆ, ਉਹ ਲੋਕ ਸਭਾ ਕੀ ਲਿਆ ਸਕਦੀ ਹੈ, ਕੱਟ ਮੋਸ਼ਨ। ਕੱਟ ਮੋਸ਼ਨ ਕੀ ਹੈ, ਪਹਿਲੀ ਗੱਲ ਤਾਂ ਇਹ ਵੀ ਕਿੱਥੇ ਪਾਸ ਹੋ ਸਕਦੇ, ਇਕੱਲੇ ਲੋਕ ਸਭਾ 'ਚ, ਠੀਕ ਹੈ। ਦੇ ਆਰ ਰਿਲੇਟਡ ਟੂ ਦਾ ਬਜਟ ਬਾਈਟਰੀ ਪ੍ਰੋਸੈਸ ਵਿਚ ਸੀਕਸ ਟੂ ਰਿਡਿਊਸ ਦਾ ਅਮਾਊਂਟ ਆਫ ਗ੍ਰਾਂਟਸ, ਠੀਕ ਹੈ। ਵੀ ਉਹਨੇ ਮੰਨ ਕੇ ਚਲੋ ਹੈਲਥ ਮਿਨਿਸਟਰੀ ਨੇ ਕਿਹਾ ਸੀ ਵੀ ਸਾਨੂੰ 10 ਕਰੋੜ ਰੁਪਇਆ ਚਾਹੀਦਾ, ਸਪੋਜ਼ ਕਰ ਲਓ, ਠੀਕ ਹੈ। ਤੇ ਕਿਸੇ ਮੰਤਰੀ ਨੂੰ ਲੱਗਦਾ ਵੀ ਹਾਂ, ਕਿਸੇ ਐਮਪੀ ਨੂੰ ਲੱਗਦਾ ਯਾਰ 10 ਕਰੋੜ ਕੀ ਕਰਨਾ ਇਹਨਾਂ ਨੇ, ਹਨਾ। ਉਹ ਕੱਟ ਮੋਸ਼ਨ ਲਿਆ, ਮੈਂ ਘਟਾਓ ਇਹਨਾਂ ਪੈਸੇ, ਇਹਨਾਂ ਨੂੰ 10 ਕਰੋੜ ਕਾ, ਇਹਨਾਂ ਨੂੰ 2 ਕਰੋੜ ਰੁਪਇਆ ਦਿਓ ਇਹਨਾਂ ਨੂੰ, ਠੀਕ ਹੈ। ਉਹ ਜੇ ਪਾਸ ਹੋ ਗਿਆ ਕੱਟ ਮੋਸ਼ਨ, ਤੇ ਉਹਨੂੰ 2 ਕਰੋੜ ਹੀ ਮਿਲੂਗਾ। ਕੱਟ ਮੋਸ਼ਨ 2-3 ਤਰ੍ਹਾਂ ਦੇ ਹੁੰਦੇ ਆ, ਵੀ ਆਪਾਂ ਇੰਨੀ ਡਿਟੇਲ 'ਚ ਨਹੀਂ ਜਾਣਦੇ। ਵੀ ਬਸ ਗੱਲ ਇਹ ਆ ਵੀ ਕੱਟ ਮੋਸ਼ਨ ਕਾਹਦੇ ਸੰਬੰਧ 'ਚ ਹੁੰਦੇ ਆ, ਬਾਈਟਰੀ ਪ੍ਰੋਸੈਸ ਦੇ ਸੰਬੰਧ 'ਚ ਹੁੰਦੇ ਆ, ਵੀ ਪੈਸੇ ਕਿੰਨੇ ਦੇਣੇ ਆ, ਹਨਾ। ਉਹਨਾਂ ਦੇ ਵੀ ਜਿੰਨੀ ਉਹਨੇ ਗ੍ਰਾਂਟ ਮੰਗੀ ਆ ਕਿਸੇ ਮਿਨਿਸਟਰੀ ਨੇ ਐਪਰੋਪ੍ਰੀਏਸ਼ਨ ਬਿੱਲ ਦੇ ਵਿੱਚ, ਕੀ ਉਨੀ ਗ੍ਰਾਂਟ ਨੂੰ ਅਪਰੂਵ ਕਰ ਦਿੱਤਾ ਜਾਵੇ ਕਿ ਉਦੋਂ ਘੱਟ ਦਿੱਤੀ ਜਾਵੇ, ਹਨਾ। ਵੀ ਗ੍ਰਾਂਟ ਘਟਾਉਂਦੇ ਆ, ਇਹ ਘੱਟ ਗ੍ਰਾਂਟ ਦੇਣ ਨਾਲ ਸੰਬੰਧਿਤ ਹੁੰਦੇ। ਠੀਕ ਓਕੇ ਹੋ ਗਿਆ। ਹਾਂ The cut motion can be divided into 3 category, 3 ਕੈਟੇਗਰੀਆਂ ਹੁੰਦੀਆਂ ਇਹਦੀਆਂ। ਕੀ ਹੁੰਦੀਆਂ, ਪਾਲਿਸੀ ਕੱਟ ਹੁੰਦਾ, ਇਕਨੋਮੀ ਕੱਟ ਹੁੰਦਾ ਤੇ ਟੋਕਨ ਕੱਟ ਹੁੰਦਾ, ਠੀਕ ਹੈ। ਪਾਲਿਸੀ ਕੱਟ ਦੇ ਵਿੱਚ ਤਾਂ ਯਾਰ ਤੁਹਾਨੂੰ ਕੁਝ ਨਹੀਂ ਮਿਲਣਾ ਬਈ, ਤੁਹਾਡੀ ਪਾਲਿਸੀ ਗਲਤ ਆ, ਠੀਕ ਹੈ। ਜੇ ਤੁਸੀਂ 10 ਕਰੋੜ ਮੰਗਿਆ, 1 ਰੁਪਿਆ ਦੇਣਗੇ ਤੁਹਾਨੂੰ, ਉਹ 1 ਰੁਪਿਆ ਬਸ, ਉਹ 1 ਰੁਪਿਆ ਦਿੰਦੇ ਆ, ਸੱਚੀ ਦਿੰਦੇ ਆ, ਵੀ 1 ਰੁਪਿਆ ਦੇ ਦਿਓ। 1 ਰੁਪਿਆ ਦੇਣ ਦਾ ਮਤਲਬ ਵੀ ਬਸ ਕੋਈ ਨਹੀਂ ਦਿੱਤਾ ਤੁਹਾਨੂੰ, ਜਾਓ, ਠੀਕ ਹੈ। ਜਿਹੜਾ ਹੁੰਦਾ ਆਪਣਾ ਦੂਜਾ ਇਕਨੋਮੀ ਕੱਟ, ਇਹਦੇ ਚ ਥੋੜੇ ਜਿਹੇ ਪੈਸੇ ਵਿੱਚੋਂ ਵੀ, ਜਿਵੇਂ ਮੈਂ ਤੁਹਾਨੂੰ ਕਹੀ ਜਾਂਦਾ ਵੀ 10 ਕਰੋੜ ਮੰਗਿਆ ਸੀਗਾ, ਤੇ ਉਹਨਾਂ ਨੇ ਲੱਗਿਆ ਵੀ ਇੰਨੇ ਨਹੀਂ ਯਾਰ, 5 ਕਰੋੜ ਰੁਪਇਆ ਦੇ ਦਿਓ, ਠੀਕ ਹੈ। ਟੋਕਨ ਕੱਟ ਜਿਹੜਾ ਹੁੰਦਾ, ਟੋਕਨ ਕੱਟ ਦੇ ਵਿੱਚ ਸਿਰਫ 100 ਰੁਪਇਆ ਕੱਟਦੇ ਆ, ਠੀਕ ਹੈ। ਵੀ ਉਹ ਸਿਰਫ ਇੱਕ ਵੀ ਹਾਂ ਕਿਸੇ ਗੱਲ ਨੂੰ ਲੈ ਕੇ ਵੀ ਜੇ ਕੋਈ ਸਵਾਲ ਪੁੱਛ ਲੈਣ, ਉਹਨੂੰ ਤਾਂ ਨਾ ਦਿੱਤਾ ਜਾਵੇ ਜਵਾਬ, ਉਹ ਚ ਵੀ ਟੋਕਨ ਕੱਟ ਦੇ ਵਿੱਚ ਵੀ ਲਗਭਗ ਸਾਰੇ ਪੈਸੇ ਮਿਲ ਜਾਂਦੇ, ਬਸ 100 ਰੁਪਇਆ ਕੱਟਦੇ। ਉਹਦਾ ਨਹੀਂ ਵੀ ਪਾਲਿਸੀ ਕੱਟ ਵਾਲਾ ਇੰਪੋਰਟੈਂਟ ਆ, ਵੀ ਉਹ ਤੁਹਾਡੀ ਪਾਲਿਸੀ 1 ਰੁਪਇਆ ਦੇ ਦੇਣਗੇ ਤੁਹਾਨੂੰ, 10 ਕਰੋੜ ਮੰਗਿਆ ਤੁਹਾਨੂੰ 1 ਰੁਪਇਆ ਦੇ ਦਿਓ, ਚਲੋ ਜੀ ਜਾਓ, ਠੀਕ ਹੈ। ਸੋ ਵੇਖੋ ਹੁਣ ਤੁਹਾਨੂੰ ਪਤਾ ਲੱਗਦਾ ਨਾ ਵੀ ਸਰਕਾਰ ਕੋਲੇ, ਲੋਕ ਸਭਾ ਕੋਲੇ ਕਿੰਨੀ ਪਾਵਰ ਆ। ਹਾਂ ਬਈ, ਲੋਕ ਸਭਾ ਕੱਟ ਮੋਸ਼ਨ ਵੀ ਲਿਆ ਸਕਦੀ ਹੈ, ਹੈ ਵੀ ਤੁਸੀਂ ਪੈਸੇ ਮੰਗੇ। ਪਹਿਲੀ ਗੱਲ ਤਾਂ ਵੀ ਲੋਕ ਸਭਾ ਦੇ ਪੁੱਛਿਆਂ ਤੋਂ ਬਿਨਾ, ਹਨਾ, ਲੋਕ ਸਭਾ ਤੋਂ ਬਿਨਾ ਕੰਸੋਲੀਡੇਟਡ ਫੰਡ ਦੇ ਵਿੱਚੋਂ 1 ਰੁਪਇਆ ਨਹੀਂ ਕਢਾ ਸਕਦੀ ਸਰਕਾਰ। ਵੀ ਉਹਨਾਂ ਨੂੰ ਪਹਿਲਾਂ ਕੀ ਲੈ ਕੇ ਆਉਣਾ ਪਊ, ਐਪਰੋਪ੍ਰੀਏਸ਼ਨ ਬਿੱਲ। ਐਪਰੋਪ੍ਰੀਏਸ਼ਨ ਬਿੱਲ ਦੇ ਵਿੱਚ ਕੀ ਕੁਝ ਲਿਖਿਆ ਹੋਊਗਾ, ਵੀ ਹਾਂਜੀ ਸਾਡੀ ਆਹ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ, ਇਸ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ, ਆਹ ਮਿਨਿਸਟਰੀ ਨੂੰ ਇੰਨੇ ਪੈਸੇ ਚਾਹੀਦੇ ਆ। ਤੇ ਜੇ ਫਿਰ ਵੀ ਲੋਕ ਸਭਾ ਦੇ ਕਿਸੇ ਐਮਪੀ ਨੂੰ ਕੋਈ ਲੱਗਦਾ ਵੀ ਆ ਯਾਰ ਆ ਪੈਸੇ ਜ਼ਿਆਦਾ ਮੰਗੀ ਜਾਂਦੇ ਆ, ਠੀਕ ਹੈ, ਸੋ ਫਿਰ ਉਹ ਕੀ ਲਿਆ ਸਕਦਾ, ਕੱਟ ਮੋਸ਼ਨਸ ਲਿਆ ਸਕਦਾ ਉੱਥੇ। ਤੇ ਜੇ ਕੱਟ ਮੋਸ਼ਨਸ ਪਾਸ ਹੋ ਗਿਆ, ਪਾਲਿਸੀ ਕੱਟ ਪਾਸ ਹੋ ਗਿਆ, ਤਾਂ ਫਿਰ 1 ਰੁਪਇਆ ਮਿਲੂਗਾ, ਹੈ। ਤੇ ਜੇ ਦੂਜੇ ਪਾਸ ਹੋ ਗਏ, ਉਹਨਾਂ 'ਚ ਵੀ ਫਿਰ ਪੈਸੇ ਘਟਾ ਸਕਦੇ ਆ। ਸੋ ਵੀ ਕਹਿਣਾ ਦਾ ਪੂਰੀ ਤਰ੍ਹਾਂ ਕੰਟਰੋਲ ਆ ਯਾਰ, ਲੋਕ ਸਭਾ ਸਰਕਾਰ ਤੇ ਪੂਰਾ ਕੰਟਰੋਲ ਰੱਖ ਸਕਦੀ ਆ, ਹਨਾ। ਠੀਕ ਹੈ। ਹਾਂ, ਪਰ ਬਈ ਗੱਲ ਫਿਰ ਉਹੀ ਆ ਵੀ ਉਹ ਲੋਕ ਸਭਾ ਦੇ ਵਿੱਚ ਸਰਕਾਰ ਦੀ ਹੀ ਮੈਜੋਰਟੀ ਹੁੰਦੀ ਹੈ ਨਾ, ਵੀ ਉਹ ਛੇਤੀ ਕਿਤੇ ਪਾਸ ਨਹੀਂ ਹੁੰਦੇਗੇ। ਜੇ ਪਾਸ ਕਰਾਉਣਾ ਤੇ ਕਹਿਣ ਦਾ ਮਤਲਬ ਇਹ ਆ ਵੀ ਸਰਕਾਰ ਦੇ ਕੁਛ ਐਮਪੀ ਉਹ ਚੀਜ਼ ਦੇ ਹੱਕ 'ਚ ਵੋਟ ਕਰਨ, ਉਹਨਾਂ ਮੋਸ਼ਨਾਂ ਦੇ, ਫਿਰ ਹੁੰਦੇ ਆ। ਜੇ ਸਰਕਾਰ ਦੇ ਸਾਰੇ ਐਮਪੀ ਸਰਕਾਰ ਵੱਲ ਹੀ ਆ, ਫਿਰ ਨਹੀਂ ਇਹ ਪਾਸ ਹੋ ਸਕਦੇ। ਸਮਝ ਲੱਗੀ? ਹਾਂ। ਜੇ ਨਿੰਦਿਆ ਪ੍ਰਸਤਾਵ ਪਾਸ ਹੋਈ ਜਾਂਦਾ, ਇਹਦਾ ਮਤਲਬ ਕੀ ਹੈ, ਪਾਸ ਹੁੰਦਾ ਵੀ ਉਹਨੂੰ 273 ਵੋਟਾਂ ਪੈ ਗਈਆਂ ਹੋਣਗੀਆਂ ਘੱਟੋ ਘੱਟ, ਜਾਂ ਵੀ ਜਿੰਨੇ ਮੈਂਬਰ ਪ੍ਰੈਜ਼ੀਡੈਂਟ ਆ ਤੇ ਉਹ ਉਦੋਂ ਮੈਜੋਰਟੀ ਵੋਟਾਂ ਪੈ ਗਈਆਂ ਹੋਣਗੀਆਂ, ਠੀਕ ਹੈ, ਹਨਾ। ਤੇ ਇਹਦਾ ਮਤਲਬ ਕੀ ਹੈ, ਵੀ ਉਹ ਵਿਰੋਧੀ ਜ਼ਿਆਦੇ ਹੋ ਗਏ ਫਿਰ ਇੱਕ ਹਿਸਾਬ ਦੇ, ਇਹੀ ਮਤਲਬ ਆ। ਹਾਂ ਬਈ, ਜਿਹੜਾ ਨਿੰਦਾ ਪ੍ਰਸਤਾਵ ਕਿਹਦੇ ਵਿਰੁੱਧ ਚ ਲੈ ਕੇ ਆਉਂਦਾ ਸੀ, ਜਾਂ ਤਾਂ ਕਿਸੇ ਮਿਨਿਸਟਰ ਦੇ, ਤੇ ਜਾਂ ਕਿਸੇ ਸਰਕਾਰ ਦੇ। ਉਹ ਲਿਆਉਂਦੀ ਤਾਂ ਆਪੋਜੀਸ਼ਨ ਪਾਰਟੀ ਆ, ਵੀ 2 ਬੰਦਿਆਂ ਦੇ ਵਿਰੁੱਧ ਲਿਆ ਸਕਦੀ ਹੈ ਨਾ, ਵੀ ਜਾਂ ਤਾਂ ਸਾਰੀ ਦੀ ਸਾਰੀ ਸਰਕਾਰ ਦੇ ਵਿਰੁੱਧ ਆ, ਉਹ ਮੋਦੀ ਗਵਰਨਮੈਂਟ ਦੇ ਵਿਰੁੱਧ ਆ ਜਾਂਦਾ, ਤੇ ਜਾਂ ਇਕੱਲੇ ਤੋਮਰ ਦੇ ਵਿਰੁੱਧ ਆ। 2 ਤਰੀਕਿਆਂ ਨਾਲ ਲਿਆਂਦਾ ਜਾ ਸਕਦਾ, ਠੀਕ ਹੈ। ਹੁਣ ਭਾਵੇਂ ਕਿਸੇ ਵੀ ਤਰੀਕੇ ਦਾ ਲਿਆਂਦਾ, ਪਰ ਜੇ ਉਹ ਮੋਸ਼ਨ ਪਾਸ ਹੋ ਗਿਆ, ਇਹਦਾ ਮਤਲਬ ਹਨਾ, ਜੇ ਤੋਮਰ ਵਿਰੁੱਧ ਪਾਸ ਹੋ ਗਿਆ ਤਾਂ ਮਤਲਬ ਇਹ ਆ ਵੀ ਮੈਜੋਰਟੀ ਇਹ ਜੀ ਹੈ ਜਿਹੜੀ ਤੋਮਰ ਦੇ ਵਿਰੁੱਧ ਆ। ਜੇ ਸਰਕਾਰ ਵਿਰੁੱਧ ਪਾਸ ਹੋ ਗਿਆ, ਫਿਰ ਕੀ ਆਪਾਂ ਕਹਾਂਗੇ ਵੀ ਲੋਕ ਸਭਾ ਦੇ ਵਿੱਚ ਮੈਜੋਰਟੀ ਉਹ ਹੈ ਜਿਹੜੀ ਸਾਰੀ ਸਰਕਾਰ ਦੇ ਵਿਰੁੱਧ ਆ। ਵੀ ਹੁਣ ਮੈਜੋਰਟੀ ਉਹ ਆ ਵੀ ਸਰਕਾਰ
ਜਿਹੜੀ ਸਰਕਾਰ ਦੇ ਵਿਰੁੱਧ ਆ, ਸਰਕਾਰ ਦੀ ਤਾਂ ਫਿਰ ਉੱਥੇ ਮੈਜੋਰਟੀ ਹੈ ਹੀ ਨਹੀਂ ਗੀ। ਹਾਂ ਵੀ ਮੈਜੋਰਟੀ ਵੀ ਜੇ 273 ਬੰਦੇ ਸਰਕਾਰ ਦੇ ਵਿਰੁੱਧ ਆ ਤੇ ਸਰਕਾਰ ਦੇ ਵੱਲ ਕਿੰਨੇ ਰਹਿ ਗਏ ਫਿਰ? 273 ਤੋਂ ਘਟ ਗਏ ਕਿ ਨਹੀਂ? ਛੱਡ ਗਏ ਤੇ ਫਿਰ ਸਰਕਾਰ ਕਾਹਦੀ ਆ ਉਹ? ਪੰਗ ਜੀ। ਭੰਗ ਨਹੀਂ ਵੀ ਫਿਰ ਹਾਂ ਵੀ ਉਦੋਂ ਬਾਅਦ ਦੇ ਚ ਨੋ ਕੰਫੀਡੈਂਸ ਮੋਸ਼ਨ ਆ ਸਕਦਾ ਹੁੰਦਾ ਜੇ ਕਿਤੇ ਸੈਂਸਰ ਮੋਸ਼ਨ ਪਾਸ ਹੋ ਗਿਆ ਨਾ। ਹਾਂ ਵੀ ਸੈਂਸਰ ਮੋਸ਼ਨ ਪਾਸ ਹੋਣ ਨਾਲ ਸਰਕਾਰ ਨਹੀਂ ਡਿੱਗਦੀ, ਪਰ ਸੈਂਸਰ ਮੋਸ਼ਨ ਨਾਲ ਵੀ ਇੰਡੀਕੇਸ਼ਨ ਹੋ ਜਾਂਦੀ ਵੀ ਸਰਕਾਰ ਕਮਜ਼ੋਰ ਆ ਅੱਜ। ਠੀਕ ਆ, ਤੇ ਫਿਰ ਉਹ ਜੇ ਨੋ ਕੰਫੀਡੈਂਸ ਮੋਸ਼ਨ ਲਿਆਊਗੀ ਆਪੋਜੀਸ਼ਨ ਪਾਰਟੀ ਵੀ ਹਾਂ ਦੇਖੋ ਇਹਨੂੰ ਯਾਰ ਆ ਤਾਂ ਵਧੀਆ ਵੀ ਉੱਥੇ ਇੰਡੀਕੇਸ਼ਨ ਹੋ ਜਾਂਦੀ ਹੈ ਸਰਕਾਰ ਦੀ। ਓਕੇ ਸਮਝ ਲੱਗ ਗਈ? ਦੇਖੋ ਆਪਾਂ ਕਿੰਨੇ ਮੋਸ਼ਨਾਂ ਬਾਰੇ ਗੱਲ ਕੀਤੀ, ਮੈਂ ਤੁਹਾਨੂੰ ਰਿਵਾਈਜ਼ ਕਰਾਉਣਾ ਅੱਜ ਲਈ। ਆਪਾਂ ਇਹਨਾਂ ਕੀ ਕਰਾਂਗੇ, ਵੇਖੋ ਪਹਿਲਾਂ ਕਿਹੜਾ ਮੋਸ਼ਨ ਆਪਾਂ ਗੱਲ ਕੀਤੀ? ਐਡਜਰਨਮੈਂਟ ਮੋਸ਼ਨ ਦੀ। ਫਿਰ ਨਾਲ ਬੋਲਣਾ। 1 ਨੰਬਰ ਤੇ ਕਿਹਦੀ ਗੱਲ ਕੀਤੀ? ਐਡਜਰਨਮੈਂਟ ਮੋਸ਼ਨ ਵੀ। ਫਿਰ ਕਾਲ ਅਟੈਂਸ਼ਨ ਮੋਸ਼ਨ ਦੀ। ਫਿਰ ਆਪਾਂ ਗੱਲ ਕੀਤੀ ਸੈਂਸਰ ਮੋਸ਼ਨ ਦੀ। ਫਿਰ ਆਪਾਂ ਗੱਲ ਕੀਤੀ ਨੋ ਕੰਫੀਡੈਂਸ ਮੋਸ਼ਨ ਦੀ। ਤੇ ਫਿਰ ਆਪਾਂ ਗੱਲ ਕੀਤੀ ਪ੍ਰਿਵਿਲੇਜ ਮੋਸ਼ਨ ਦੀ। ਤੇ ਫਿਰ ਕੱਟ ਮੋਸ਼ਨ ਦੀ। ਕੱਟ ਮੋਸ਼ਨ। 6 ਮੋਸ਼ਨਾਂ ਦੀ ਗੱਲ ਕੀਤੀ ਆਪਾਂ। ਠੀਕ ਹੈ, ਐਡਜਰਨਮੈਂਟ ਮੋਸ਼ਨ ਸਰਕਾਰ ਸਾਰਾ ਕੰਮ ਛੱਡ ਕੇ ਆਪਾਂ ਕਹਿ ਰਹੇ ਹਾਂ ਲੋਕ ਸਭਾ ਨੂੰ ਵੀ ਨਹੀਂ ਤੁਸੀਂ ਸਾਰੇ ਕੰਮ ਛੱਡ ਕੇ ਅੱਜ ਇਹਦੇ ਬਾਰੇ ਗੱਲਬਾਤ ਕਰੋ, ਇਸ ਇਸ਼ੂ ਤੇ ਗੱਲ ਕਰੋ, ਖੇਤੀਬਾੜੀ ਇਸ਼ੂ ਤੇ ਗੱਲ ਕਰੋ। ਇਹ ਲੋਕ ਸਭਾ ਤੇ ਰਾਜ ਸਭਾ ਦੋਵਾਂ 'ਚ ਹੀ ਹੋ ਸਕਦਾ, ਰਾਜ ਸਭਾ ਵੀ ਲੋਕ ਸਭਾ ਵੀ। ਠੀਕ ਹੈ, ਕਿਹੜਾ? ਐਡਜਰਨਮੈਂਟ ਮੋਸ਼ਨ ਵੀ। ਠੀਕ ਹੈ ਵੀ ਆਹ ਮੁੱਦਾ ਜ਼ਿਆਦਾ ਇੰਪੋਰਟੈਂਟ ਆ ਹਨਾ ਵੀ ਕਿਸਾਨ ਮਰੀ ਜਾਂਦੇ ਸੜਕਾਂ ਤੇ, ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ। ਸੋ ਐਡਜਰਨਮੈਂਟ ਮੋਸ਼ਨ ਕੋਈ ਵੀ ਐਮਪੀ ਲਿਆ ਸਕਦਾ। ਫਿਰ ਆ ਗਿਆ ਕਾਲ ਅਟੈਂਸ਼ਨ। ਕਾਲ ਅਟੈਂਸ਼ਨ ਦਾ ਵੀ ਐ ਆ ਵੀ ਇੱਕ ਐਮਪੀ ਨੇ ਕਿਸੇ ਮੰਤਰੀ ਦਾ ਸਿਰਫ ਧਿਆਨ ਦਿਵਾਉਣਾ ਵੀ ਤੁਸੀਂ ਆਹ ਗੱਲ ਵੱਲ ਗੌਰ ਕਰੋ ਮੰਤਰੀ ਸਾਹਿਬ, ਜਸਟ ਇੱਕ ਧਿਆਨ ਦਿਵਾਤਾ। ਇਹ ਨਹੀਂ ਵੀ ਹਾਂ ਵੀ ਤੁਸੀਂ ਸਾਰੇ ਹਾਊਸ ਦੀ ਪ੍ਰੋਸੀਡਿੰਗ ਨੂੰ ਡਿਸਟਰਬ ਕੀਤਾ, ਉਹ ਜਿਵੇਂ ਚੱਲੂ ਉਵੇਂ ਚੱਲੂਗਾ ਜਦੋਂ ਸ਼ੁਰੂ ਹੋਊਗਾ। ਠੀਕ ਹੈ ਜੀ। ਠੀਕ ਹੈ, ਹਾਂ ਵੀ। ਤੇ ਫਿਰ ਆ ਗਿਆ ਸੈਂਸਰ ਮੋਸ਼ਨ। ਠੀਕ ਹੈ, ਸੈਂਸਰ ਮੋਸ਼ਨ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਸੈਂਸਰ ਮੋਸ਼ਨ ਕੀ ਹੈ? ਨਿੰਦਾ ਪ੍ਰਸਤਾਵ ਹੈ। ਤੋ ਇਹ ਕੌਣ ਲੈ ਕੇ ਆਊਗੀ? ਆਪੋਜੀਸ਼ਨ ਪਾਰਟੀ ਲੈ ਕੇ ਆਊਗੀ। ਠੀਕ ਹੈ, ਕਿਹਦੇ ਵਿਰੁੱਧ ਲੈ ਕੇ ਆਊਗੀ? ਗਵਰਨਮੈਂਟ ਦੇ ਵਿਰੁੱਧ ਲੈ ਕੇ ਆਊਗੀ ਜਾਂ ਕਿਸੇ ਮੰਤਰੀ ਦੇ ਵਿਰੁੱਧ ਲੈ ਕੇ ਆਊਗੀ। ਠੀਕ ਹੈ, ਤੇ ਇਹਦੇ 'ਚ ਹਾਂ ਵੀ ਤੁਸੀਂ ਕਿਹੜੀ ਗੱਲ ਨੂੰ ਲੈ ਕੇ ਆਏ ਆ ਵੀ ਕੀ ਉਹਨੇ ਮੰਤਰੀ ਨੇ ਇਹੋ ਜਿਹਾ ਕੀ ਕਰਤਾ ਜਾਂ ਸਰਕਾਰ ਨੇ ਇਹੋ ਜਿਹਾ ਕੀ ਕਰਤਾ, ਤੁਹਾਨੂੰ ਉਹ ਚੀਜ਼ ਦੱਸਣੀ ਪਊਗੀ। ਕਹਿਣ ਦਾ ਮਤਲਬ ਕੀ ਹੈ? ਚਾਰਜ ਜਿਹੜਾ ਤੁਹਾਡੇ ਤੇ ਦੋਸ਼ ਤੁਸੀਂ ਲਾਉਣਾ ਸਰਕਾਰ ਤੇ, ਉਹ ਦੋਸ਼ ਤੁਹਾਨੂੰ ਦੱਸਣੇ ਪੈਣਗੇ ਵੀ ਆਹ ਦੋਸ਼ ਕਰਕੇ ਲੈ ਕੇ ਆਉਂਦਾ। ਪਰ ਨੋ ਕੰਫੀਡੈਂਸ ਮੋਸ਼ਨ ਦੇ ਵਿੱਚ ਦੋਸ਼ ਦੱਸਣੇ ਜ਼ਰੂਰੀ ਨਹੀਂ। ਠੀਕ ਹੈ, ਠੀਕ ਹੈ, ਚਾਰ ਮੋਸ਼ਨਾਂ ਦੀ ਗੱਲ ਹੋ ਗਈ। ਹਾਂ ਵੀ। ਠੀਕ ਹੈ, ਪੰਜਵਾਂ ਕਿਹੜਾ ਹੋ ਗਿਆ? ਪ੍ਰਿਵਿਲੇਜ ਮੋਸ਼ਨ। ਪ੍ਰਿਵਿਲੇਜ ਮੋਸ਼ਨ ਤੁਹਾਨੂੰ ਦੱਸਿਆ ਵੀ ਤੂੰ ਉਹ ਤੋਮਰ ਤੋਂ ਕੁਐਸਚਨ ਪੁੱਛਿਆ ਗਿਆ, ਤੋਮਰ ਨੇ ਤੈਨੂੰ ਆਨਸਰ ਹੀ ਗਲਤ ਦੇਤਾ। ਜਦੋਂ ਕੋਈ ਮਿਨਿਸਟਰ ਰੋਂਗ ਇਨਫੋਰਮੇਸ਼ਨ ਦਿੰਦਾ ਉਦੋਂ ਪ੍ਰਿਵਿਲੇਜ ਮੋਸ਼ਨ ਆਉਂਦਾ। ਤੇ ਕੱਟ ਮੋਸ਼ਨ ਦਾ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬਾਈਟ ਵਾਸਤੇ ਸਰਕਾਰ ਪੈਸੇ ਮੰਗਦੀ ਹੈ ਹਨਾ, ਤੇ ਲੋਕ ਸਭਾ ਉਹ ਗ੍ਰਾਂਟ ਉਹਨਾਂ ਦੀ ਘਟਾ ਸਕਦੀ ਹੁੰਦੀ ਹੈ। ਜਿੰਨੇ ਉਹਨਾਂ ਨੇ ਮੰਗੇ ਆ ਜ਼ਰੂਰੀ ਨਹੀਂ ਵੀ ਉਨੇ ਹੀ ਮਿਲਣਗੇ ਉਹਨਾਂ ਨੂੰ, ਲੋਕ ਸਭਾ ਚਾਹਵੇ ਤਾਂ ਘਟਾ ਸਕਦੀ ਹੈ। ਸੋ ਆਈ ਥਿੰਕ ਕਲੀਅਰ ਹੋ ਗਿਆ ਹੁਣ ਤਾਂ 6 ਦੇ 6 ਮੋਸ਼ਨ। ਠੀਕ ਹੈ, ਠੀਕ ਹੈ। ਸੋ ਜਿਹੜਾ ਤਾਂ ਐਡਜਰਨਮੈਂਟ ਮੋਸ਼ਨ ਉਹ ਤਾਂ ਕਿਸੇ ਵੀ ਹਾਊਸ 'ਚ ਲਿਆਂਦਾ ਜਾ ਸਕਦਾ। ਹਾਂ ਬਈ। ਠੀਕ ਹੈ, ਕਾਲ ਅਟੈਂਸ਼ਨ, ਸੈਂਸਰ, ਨੋ ਕੰਫੀਡੈਂਸ, ਇਹ ਸਾਰੇ ਕਿੱਥੇ? ਤੇ ਇੱਕ ਕੱਟ ਮੋਸ਼ਨ, ਇਹ ਚਾਰ ਚੀਜ਼ਾਂ ਕਿੱਥੇ ਲਿਆਂਦੀਆਂ ਜਾ ਸਕਦੀਆਂ? ਸਿਰਫ ਤੇ ਸਿਰਫ ਲੋਕ ਸਭਾ 'ਚ। ਲੋਕ ਸਭਾ ਦੇ ਵਿੱਚ। ਪ੍ਰਿਵਿਲੇਜ ਮੋਸ਼ਨ ਤੇ ਐਡਜਰਨਮੈਂਟ ਮੋਸ਼ਨ ਇਹ ਜਿੱਥੇ ਮਰਜ਼ੀ ਲਿਆਓ। ਠੀਕ ਹੈ, ਕਲੀਅਰ ਹੈ ਗੱਲ? ਹਾਂ ਬਈ ਕਲੀਅਰ। ਠੀਕ ਹੈ, ਹੁਣ ਵੇਖੋ ਨਾ 0 ਆਵਰ ਦੇ ਵਿੱਚ ਆਪਾਂ ਕੀ ਪੜ੍ਹਿਆ ਸੀਗਾ? 0 ਆਵਰ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਵੀ ਇਹ ਟਾਈਮ ਗੈਪ ਆ ਕੁਐਸਚਨ ਆਵਰ ਤੇ ਏਜੰਡੇ ਦੇ ਵਿੱਚ, ਮੇਨ ਏਜੰਡੇ ਦੇ ਵਿੱਚ ਹਨਾ। ਕੁਐਸਚਨ ਆਵਰ ਤੋਂ ਬਾਅਦ ਹੁੰਦਾ, ਬਸ ਤੁਸੀਂ ਸਿੱਧੀ ਗੱਲ ਯਾਦ ਰੱਖ ਲਓ, ਕੁਐਸਚਨ ਆਵਰ ਤੋਂ ਬਾਅਦ ਕੀ ਹੁੰਦਾ? 0 ਆਵਰ ਹੁੰਦਾ। ਜਦੋਂ ਹਨਾ ਤੇ 0 ਆਵਰ ਦੇ ਵਿੱਚ ਆਪਾਂ ਵੇਖਿਆ ਦਿਸ ਟਾਈਮ ਇਜ਼ ਅਲੋਟਡ ਐਵਰੀ ਡੇ ਫਾਰ ਕਾਹਦੇ ਵਾਸਤੇ? ਮਿਸਲੇਨੀਅਸ ਬਿਜ਼ਨਸ ਵੀ ਜਿਹੜੇ ਵਾਧੂ ਘਾਟੂ ਦੇ ਕੰਮ ਹੁੰਦੇ ਉਹਦੇ ਵਾਸਤੇ। ਤੇ ਹੋਰ ਆਵੇ ਕੀ ਲਿਖਿਆ ਸੀ? ਕਾਲ ਅਟੈਂਸ਼ਨ ਮੋਸ਼ਨ ਵਾਸਤੇ। ਕਾਲ ਅਟੈਂਸ਼ਨ ਨੋਟਿਸ ਹਨਾ ਵੀ ਕਾਲ ਅਟੈਂਸ਼ਨ ਵਾਸਤੇ ਤੁਸੀਂ ਨੋਟਿਸ ਜਮ੍ਹਾਂ ਕਰਾਉਣਾ ਕਾਲ ਅਟੈਂਸ਼ਨ ਵਾਸਤੇ, ਤੇ ਤੁਸੀਂ ਜਾ ਕੇ ਕਰਵਾਇਆ ਸਪੀਕਰ ਨੂੰ ਫੜਾਇਆ ਉਹ ਹਨਾ। ਫਿਰ ਕੁਐਸਚਨ ਔਨ ਅਫੀਸ਼ੀਅਲ ਸਟੇਟਮੈਂਟ ਉਹਨਾਂ ਬਾਰੇ ਉਹ ਕੁਝ ਐਡਜਰਨਮੈਂਟ ਮੋਸ਼ਨ ਪੜਾਏ ਜਾ ਸਕਦੇ। ਸੋ ਕਹਿਣ ਦਾ ਮਤਲਬ ਇਹ ਹੈ ਯਾਰ ਵੀ ਇੰਨੇ ਟਾਈਮ ਦੇ ਜਿਹੜਾ 0 ਆਵਰ ਵਾਲਾ ਟਾਈਮ ਹੈ ਨਾ ਉਹਦੇ 'ਚ ਤੁਸੀਂ ਬਈ ਆਪਦਾ ਹਨਾ ਜਿਹੜੇ ਵਾਧੂ ਘਾਟੂ ਜੇ ਕੰਮ ਪੂਰੇ ਕਰ ਸਕਦੇ ਹੁੰਦੇ ਆ ਮੈਂਬਰ।
ਠੀਕ ਹੈ ਜਿਵੇਂ ਜੇ ਕਿਸੇ ਨੇ ਕੁਐਸਚਨ ਨਾਲ ਸੰਬੰਧਿਤ ਕੋਈ ਉਹਨੂੰ ਫੜਾ ਕੇ ਹੋਣਾ ਸਪੀਕਰ ਨੂੰ ਉਦੋਂ ਫੜਾਇਆ ਹੋਊਗਾ। ਹੁਣ ਐ ਨੇ ਨਾ ਵੀ ਹੁਣ ਮੰਨ ਕੇ ਚਲੋ ਜਦੋਂ ਕਲਾਸ ਲੱਗੀ ਜਾਂਦੀ ਹੈ ਟੀਚਰ ਪੜ੍ਹਾਈ ਜਾਂਦਾ ਹਾਂ ਬਈ ਜਾਂ ਡਿਸਕਸ਼ਨ ਚੱਲੀ ਜਾਂਦੀ ਆ ਉਦੋਂ ਤੁਸੀਂ ਉੱਠ ਕੇ ਸਪੀਕਰ ਨੂੰ ਉਹ ਫੜਾਉਂਦੇ ਫਿਰੋਗੇ ਕਾਗਜ਼ ਫੜਾਉਂਦੇ ਫਿਰੋਗੇ ਐਂ ਥੋੜਾ ਹੁੰਦਾ। ਉਹ 0 ਆਵਰ ਦਾ ਟਾਈਮ ਹੀ ਹੁੰਦਾ ਵੀ ਅੱਧਾ ਕੁ ਘੰਟਾ ਵੀ ਤੁਸੀਂ ਸਾਰੇ ਆਪਦੇ ਜਿਹੜੇ ਵਾਧੂ ਘਾਟੂ ਜੇ ਤੇ ਕੰਮ ਆ ਉਹ ਕਰ ਸਕਦੇ ਆ ਸਪੀਕਰ ਦੇ ਟੇਬਲ ਤੇ ਉਹ ਰੱਖਿਆ ਹੋਊ ਫੜਾਇਆ ਹੋਊ ਸਪੀਕਰ ਨੂੰ ਠੀਕ ਆ। ਉਹ ਤੋਰੇ ਫੇਰੇ ਵਾਲਾ ਟਾਈਮ ਜਾਂਦਾ ਉਹ 0 ਆਵਰ ਠੀਕ ਹੈ। ਸੋ ਆਈ ਥਿੰਕ ਕਲੀਅਰ ਆ ਕਿ ਨਹੀਂ ਹਜੇ ਹੋਇਆ ਬਸ ਕਲੀਅਰ ਹੋ ਹੈ ਕਲੀਅਰ ਸੈਸ਼ਨਸ ਬਾਰੇ ਪਤਾ ਲੱਗ ਗਿਆ ਹਾਂ ਬਈ ਠੀਕ ਹੈ। ਅੱਗੇ ਕਰ ਲਈਏ ਕਿ ਨਾ ਕਰਕੇ ਹੁਣ ਕਰ ਲੈਨੇ ਯਾਰ ਵੀ ਕਰ ਹੀ 2-3 ਕੀ ਰਹਿ ਗਿਆ। ਹਾਂ ਰਹਿ ਤਾਂ 2-3 ਹੀ ਗਏ ਤੇ ਮੈਨੂੰ ਲੱਗਦਾ ਮੈਨੂੰ ਇਹ ਆ ਵੀ ਤੁਹਾਡੇ ਤੇ ਭਾਰ ਜਾ ਵਾਲਾ ਤਾਂ ਨਹੀਂ ਪੈ ਗਿਆ। ਨਹੀਂ ਕੋਈ ਚੱਕਰ ਚਲੋ ਫਿਰ ਆਪਾਂ ਕਰ ਲੈਂਦੇ ਹਾਂ। ਫਿਰ ਅੱਗੇ ਕੀ ਆ ਗਿਆ ਲੇਮ ਡਕ ਸੈਸ਼ਨ ਕੀ ਨਾ ਲੇਮ ਡਕ ਸੈਸ਼ਨ this refers to the last session of the existing Lok Sabha which is held after a new Lok Sabha has been elected after the general election। ਹੁਣ ਅਸਲ ਚ ਕੀ ਹੈ ਤੁਸੀਂ ਆਹ ਲੇਮ ਡਕ ਸੈਸ਼ਨ ਤਾਂ ਤੁਸੀਂ ਭੁੱਲਣਾ ਹੀ ਨਹੀਂ ਨਾ। ਲੇਮ ਡਕ ਸੈਸ਼ਨ ਕਿਵੇਂ ਭੁੱਲੋਗੇ ਤੁਸੀਂ। ਹੁਣ ਤੁਸੀਂ ਵੇਖੋ ਆਪਣੇ ਪੰਜਾਬ 'ਚ ਤਾਂ ਵੋਟਾਂ ਪੈਣ ਵਾਲੀਆਂ ਹੀ ਆ। ਹੁਣ ਪੰਜਾਬ 'ਚ ਕਿਹੜੀ ਗਵਰਨਮੈਂਟ ਆ ਪੰਜਾਬ 'ਚ ਕਿਹੜੀ ਗਵਰਨਮੈਂਟ ਆ ਕਾਂਗਰਸ ਸਰਕਾਰ ਆ ਠੀਕ ਹੈ। ਹੁਣ ਮੰਨ ਕੇ ਚੱਲੋ ਵੋਟਾਂ ਤੋਂ ਬਾਅਦ ਕਿਹੜੀ ਸਰਕਾਰ ਬਣ ਜਾਂਦੀ ਹੈ। ਪਹਿਲਾਂ ਤਾਂ ਵੈਸੇ ਤਾਂ ਅਸੈਂਬਲੀ ਡਿਸੋਲਵ ਹੋ ਜੂਗੀ ਵੋਟਾਂ ਤੋਂ ਪਹਿਲਾਂ ਹੀ ਜਦੋਂ ਚੋਣ ਜ਼ਾਬਤਾ ਲੱਗ ਜੂ ਅਸੈਂਬਲੀ ਉਦੋਂ ਡਿਸੋਲਵ ਹੋ ਜਾਂਦੀ ਹੈ ਹਾਂ ਬਈ ਠੀਕ ਹੈ। ਪਰ ਜਦੋਂ ਵੋਟਾਂ ਹੋਊਗੀਆਂ ਵੋਟਾਂ ਤੋਂ ਬਾਅਦ ਵੋਟਾਂ ਦਾ ਰਿਜ਼ਲਟ ਆ ਗਿਆ ਮੰਨ ਕੇ ਚਲੋ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਹਾਂ ਬਈ ਠੀਕ ਹੈ। ਤੇ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਪਹਿਲੀ ਵਾਰੀ ਵੇਖੋ ਸਰਕਾਰ ਬਣ ਗਈ ਮੰਨ ਕੇ ਚਲੋ 4 ਤਰੀਕ ਨੂੰ ਸਪੋਜ਼ ਕਰ ਲਓ 4 ਮਾਰਚ ਨੂੰ ਸਰਕਾਰ ਬਣ ਗਈ। ਜਦੋਂ 4 ਮਾਰਚ ਨੂੰ ਸਰਕਾਰ ਬਣ ਗਈ 4 ਮਾਰਚ ਨੂੰ ਹੀ ਥੋੜਾ ਉਹ ਲੋਕ ਸਭਾ 'ਚ ਭੱਜੇ ਹੋਣਗੇ MP ਵੀ ਹਜੇ ਤੱਕ ਤਾਂ ਚੁਣੇ ਗਏ। ਫਿਰ ਉਹ ਉਦੋਂ ਬਾਅਦ ਸਹੁੰ ਚੁੱਕ ਸਮਾਗਮ ਹੋਣਗੇ ਨਾ ਉਹਨਾਂ ਦੇ ਆਪਸ 'ਚ ਵੀ ਹਾਂ ਆਪਾਂ ਮੁੱਖ ਮੰਤਰੀ ਲੱਗੇ ਹਨਾ ਤੇ ਫਿਰ ਆਪਾਂ ਵੀ 20 ਤਰੀਕ ਤੋਂ ਜਾਂ ਵੀ 21 ਤਰੀਕ ਤੋਂ ਕਿੱਦਾਂ ਤੋਂ ਵੀ ਸੈਸ਼ਨ ਸ਼ੁਰੂ ਹੋਣਾ ਹੋਊਗਾ ਹਨਾ। ਹਾਂ ਬਈ ਸੋ ਟਾਈਮ ਦੇ ਵਿੱਚ ਹੋਊਗਾ ਨਾ। ਸੋ ਉਹ ਟਾਈਮ ਦੇ ਵਿੱਚ ਜਦੋਂ ਸਰਕਾਰ ਬਣ ਜਾਂਦੀ ਹੈ ਨਵੀਂ ਸਰਕਾਰ ਬਣ ਜਾਂਦੀ ਹੈ ਹਨਾ ਜਿਹੜੀ ਪੁਰਾਣੀ ਲੋਕ ਸਭਾ ਹੁੰਦੀ ਹੈ ਨਾ ਹਾਂ ਬਈ ਵੋਟਾਂ ਦੀ ਨਤੀਜੇ ਆਉਣ ਤੋਂ ਬਾਅਦ ਉਹ ਪੁਰਾਣੀ ਲੋਕ ਸਭਾ ਇੱਕ ਵਾਰੀ ਬਹਿੰਦੀ ਹੈ ਲਾਸਟ ਵਾਰੀ ਉਹਨੂੰ ਅਸੀਂ ਉਹ ਸੈਸ਼ਨ ਨੂੰ ਕੀ ਕਹਿੰਦੇ ਆ ਲੇਮ ਡਕ ਸੈਸ਼ਨ ਕਹਿੰਦੇ ਆ। ਜਿਵੇਂ ਆਪਾਂ 3 ਸੈਸ਼ਨਾਂ ਦੀ ਗੱਲ ਨਹੀਂ ਕੀਤੀ ਸੀ ਪਾਰਲੀਮੈਂਟ ਦੇ ਵਿੱਚ 3 ਸੈਸ਼ਨ ਕਿਹੜੇ ਕਿਹੜੇ ਹੁੰਦੇ ਆ ਵੈਸੇ ਨਾਰਮਲੀ ਵਾਈਟ ਸੈਸ਼ਨ ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ 3 ਸੈਸ਼ਨ ਨਹੀਂ ਹੁੰਦੇ। ਇਹ ਵੀ ਉਵੇਂ ਸੈਸ਼ਨ ਹੀ ਹੈ ਵੀ ਇੱਕ ਹਿਸਾਬ ਦਾ ਲੇਮ ਡਕ ਸੈਸ਼ਨ ਹੈ। ਲੇਮ ਡਕ ਸੈਸ਼ਨ ਕਦੋਂ ਹੁੰਦਾ ਵੀ ਜਦੋਂ ਨਵੀਂ ਸਰਕਾਰ ਬਣ ਜੇ ਨਵੀਂ ਰਿਜ਼ਲਟ ਆ ਗਿਆ ਵੋਟਾਂ ਦਾ ਠੀਕ ਹੈ ਨਵੀਂ ਸਰਕਾਰ ਬਣ ਗਈ। ਨਵੀਂ ਸਰਕਾਰ ਨੇ ਜਦੋਂ ਲੋਕ ਸਭਾ ਦੇ ਵਿੱਚ ਆਉਣਾ ਉਦੋਂ ਪਹਿਲਾਂ ਇੱਕ ਵਾਰੀ ਸੈਸ਼ਨ ਪੁਰਾਣੀ ਲੋਕ ਸਭਾ ਕਰਦੀ ਹੈ ਉਹਨੂੰ ਕਹਿੰਦੇ ਆਪਾਂ। ਸਮਝ ਲੱਗੀ ਕਿ ਨਹੀਂ ਲੱਗੀ। this refers to the last session of the existing ਲੋਕ ਸਭਾ। ਇਹ ਜਿਹੜੀ ਲੋਕ ਸਭਾ ਹੁੰਦੀ ਆ ਉਸ ਵਕਤ ਹੁੰਦੀ ਆ ਵੋਟਾਂ ਤੋਂ ਪਹਿਲਾਂ ਹਨਾ ਉਹਦਾ ਕੀ ਹੁੰਦਾ ਇਹ ਲਾਸਟ ਸੈਸ਼ਨ ਹੁੰਦਾ ਠੀਕ ਹੈ। ਤੇ ਕਾਹਦੇ ਵਿੱਚ ਹੁੰਦਾ ਇਹ which is held after a new ਲੋਕ ਸਭਾ has been elected ਜਦੋਂ ਨਵੀਂ ਲੋਕ ਸਭਾ ਚੁਣੀ ਜਾ ਚੁੱਕੀ ਹੁੰਦੀ ਹੈ after the general election। ਸਮਝ ਲੱਗ ਗਈ। ਵੋਟਾਂ ਤੋਂ ਬਾਅਦ ਜਦੋਂ ਨਵੀਂ ਲੋਕ ਸਭਾ ਚੁਣੀ ਗਈ ਹੈ ਵੀ ਮਤਲਬ ਵੋਟਾਂ ਦਾ ਰਿਜ਼ਲਟ ਆ ਗਿਆ ਉਦੋਂ ਬਾਅਦ ਹੁੰਦਾ ਇਹ ਲਾਸਟ ਵਾਰੀ ਇੱਕ ਵਾਰੀ ਬਹਿੰਦੇ ਆ ਉਹ ਤੇ ਹੁੰਦਾ ਕੀ ਇਹ ਲਾਸਟ ਸੈਸ਼ਨ ਹੁੰਦਾ। ਤੁਹਾਨੂੰ ਕੁਐਸਚਨ ਕੀ ਆ ਸਕਦਾ ਵੀ ਲੇਮ ਡਕ ਸੈਸ਼ਨ ਕਿਹੜਾ ਕਦੋਂ ਹੁੰਦਾ ਤੁਸੀਂ ਕਹੋਗੇ ਲਾਸਟ ਸੈਸ਼ਨ ਆਫ ਰਜਿਸਟਿੰਗ ਲੋਕ ਸਭਾ ਹੁੰਦਾ ਠੀਕ ਹੈ। ਹੁੰਦਾ ਕਦੋਂ ਇਹ ਵੋਟਾਂ ਤੋਂ ਬਾਅਦ ਹੁੰਦਾ ਹੈ ਜਦੋਂ ਵੋਟਾਂ ਪੈ ਜਾਂਦੀਆਂ ਪਤਾ ਲੱਗ ਜਾਂਦਾ ਵੀ ਨਵੀਂ ਸਰਕਾਰ ਕੋਈ ਹੋਰ ਆ ਗਈ ਠੀਕ ਹੈ। ਜਿਵੇਂ ਆਪਾਂ ਯਾਰ ਇੱਕ ਹਿਸਾਬ ਦੀ ਪਾਰਟੀ ਜਿੰਨੇ ਸਕੂਲਾਂ 'ਚ ਫੇਅਰਵੈਲ ਪਾਰਟੀ ਨਹੀਂ ਕਰਦੇ ਕਿ ਵੀ ਹਾਂ ਯਾਰ ਉਹਨਾਂ ਨੇ ਤਾਂ ਜਾਣਾ
ਉਹ ਜਾਂ ਕੰਮ ਜਾ ਵੀ ਇਹਦੇ ਚ ਉਹ ਆਪ ਹੀ ਆਉਣਗੇ, ਵੀ ਇਹ ਨੇ ਵੀ ਕੋਈ ਦੂਜੇ ਐਮਪੀ ਆ ਕੇ, ਨਵੇਂ ਐਮਪੀ ਆ ਕੇ ਇਹਨਾਂ ਨੂੰ ਪਾਰਟੀ ਦੇਣਗੇ। ਇਹਨਾਂ ਨੇ ਆਪ ਹੀ ਇੱਕ ਵਾਰੀ ਬੈਠਣਾ ਵੀ ਅੱਜ ਯਾਰ ਲਾਸਟ ਵਾਰੀ ਬਹਿ ਜੀਏ, ਵੇਖ ਲਈਏ ਕੀ ਹਿਸਾਬ ਕਿਤਾਬ ਆ। ਹੁਣ ਤਾਂ ਐਤਕੀ ਤਾਂ ਆਪਾਂ ਆਈ ਨਹੀਂ ਸਰਕਾਰ ਚ, ਐਤਕੀ ਤਾਂ ਸਰਕਾਰ ਆਮ ਆਦਮੀ ਦੀ ਆ। ਆਪਾਂ ਇੱਕ ਵਾਰੀ ਦੁਬਾਰਾ ਹੁਣ ਬਸ ਦੇਖ ਲਈਏ ਬਹਿ ਕੇ ਕਿਵੇਂ ਜਿਹਾ ਲੱਗਦਾ। ਠੀਕ ਹੈ। ਫਿਰ ਹੁੰਦੀ ਹੈ ਵਿਪ। ਵਿਪ ਕੀ ਹੁੰਦੀ ਆ? ਵਿਪ ਤੁਹਾਨੂੰ ਮੈਂ ਦੱਸਦਾ ਕੀ ਚੀਜ਼ ਹੁੰਦੀ ਹੈ। ਜਿਵੇਂ ਹੁਣ ਮੰਨ ਕੇ ਚੱਲੋ ਕਾਂਗਰਸ ਦੇ ਕਿੰਨੇ ਐਮਪੀ ਹੈ? 78 ਐਮਪੀ ਹੈ। ਸੌਰੀ, ਐਮਪੀ ਨਹੀਂ 78, ਆਪਣੇ ਇੱਥੇ ਪੰਜਾਬ ਚ ਐਮਐਲਏ 78 ਆ। ਜਾਂ ਤੂੰ ਆਪਾਂ ਸੈਂਟਰ ਕੀ ਆਪਾਂ ਗੱਲ ਕਰਦੇ ਹਾਂ, ਲੋਕ ਸਭਾ ਦੀ ਗੱਲ ਚੱਲੀ ਜਾਂਦੀ ਹੈ, ਉੱਥੇ ਕਾਂਗਰਸ ਦੇ ਮੰਨ ਕੇ ਚਲੋ 50 ਐਮਪੀ ਆ ਹਨਾ। ਤੇ ਜਿਹੜੇ ਉਹ 50 ਐਮਪੀ ਆ ਨਾ ਕਾਂਗਰਸ ਦੇ, ਉਹ ਜਿਵੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਹੂਗੀ ਉਹ ਉਵੇਂ ਚੱਲਣਗੇ। ਜੇ ਹਾਈ ਕਮਾਂਡ ਨੇ ਕਹਿਤਾ ਵੀ ਖੇਤੀ ਬਿੱਲਾਂ ਦੇ ਉੱਤੇ ਵੀ ਤੁਸੀਂ ਬਾਈਕਾਟ ਕਰਨਾ, ਖੇਤੀ ਬਿੱਲਾਂ ਦਾ ਵਾਕਆਊਟ ਕਰਨਾ, ਤੁਹਾਨੂੰ ਦੱਸਿਆ ਨਾ ਵਾਕਆਊਟ ਵੀ ਕਰ ਸਕਦੇ ਹੁੰਦੇ, ਵੀ ਉਹ ਕਹਿ ਦੇਣ ਵੀ ਅਸੀਂ ਵੋਟ ਪਾਉਂਦੇ ਹੀ ਨਹੀਂਗੇ, ਨਾ ਪੱਖ 'ਚ ਤੇ ਨਾ ਵਿਰੋਧ 'ਚ। ਠੀਕ ਹੈ। ਜੇ ਹਾਈ ਕਮਾਂਡ ਨੇ ਕਹਿਤਾ, ਪਾਰਟੀ ਨੇ ਕਹਿਤਾ ਵੀ ਹਾਂ ਵੀ ਤੁਸੀਂ ਐਮਪੀ ਕੋ ਸਾਰੇ ਐਮਪੀਆਂ ਨੂੰ ਕਹਿਤਾ ਵੀ ਤੁਸੀਂ ਵਾਕਆਊਟ ਕਰਨਾ, ਤਾਂ ਉਹ ਸਾਰੇ ਦੇ ਸਾਰੇ ਐਮਪੀ ਕੀ ਕਰਨਗੇ? ਵਾਕਆਊਟ ਕਰਨਗੇ। ਠੀਕ ਹੈ। ਜੇ ਹਾਈ ਕਮਾਂਡ ਨੇ ਇਹ ਵਿਪ ਜਾਰੀ ਕਰਤੀ ਸਾਰੇ ਐਮਪੀਆਂ ਵਾਸਤੇ ਵੀ ਹਾਂ ਭਾਈ ਤੁਸੀਂ ਕੀ ਕਰਨਾ, ਵੀ ਤੁਸੀਂ ਸਾਰਿਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਵੋਟ ਪਾਉਣੀ ਆ, ਤੇ ਸਾਰੇ ਦੇ ਸਾਰੇ ਐਮਪੀ ਕੀ ਕਰਨਗੇ? ਖੇਤੀ ਬਿੱਲਾਂ ਦੇ ਵਿਰੋਧ 'ਚ ਵੋਟ ਪਾਉਣਗੇ। ਜੇ ਪਾਰਟੀ ਨੇ ਇਹ ਵਿਪ ਜਾਰੀ ਕਰਤੀ ਵੀ ਤੁਸੀਂ ਖੇਤੀ ਬਿੱਲਾਂ ਦੇ ਹੱਕ 'ਚ ਵੋਟ ਪਾਉਣੀ ਆ, ਤਾਂ ਸਾਰੇ ਦੇ ਸਾਰੇ ਐਮਪੀ ਜਿਹੜੇ ਕਾਂਗਰਸ ਪਾਰਟੀ ਦੇ ਹੋਣਗੇ ਉਹ ਕੀ ਕਰਨਗੇ? ਖੇਤੀ ਬਿੱਲਾਂ ਦੇ ਹੱਕ 'ਚ ਵੋਟ ਪਾਉਣਾ। ਪਰ ਜੇ ਉਹ ਕਾਂਗਰਸ ਪਾਰਟੀ ਦੀ ਵਿਪ ਨਹੀਂ ਮੰਨਦੇ, ਇਹ ਕੀ ਹੁੰਦੀ ਆ? ਵਿਪ। ਵਿਪ ਹੁੰਦਾ ਵੀ ਜਿਹੜਾ ਤੁਹਾਡੀ ਪਾਰਟੀ ਨੇ ਤੁਹਾਨੂੰ ਕਿਹਾ ਤੁਸੀਂ ਉਹੀ ਕਰਨਾ ਹੁੰਦਾ। ਠੀਕ ਹੈ। ਜੇ ਤੁਸੀਂ ਉਹ ਵਿਪ ਨਹੀਂ ਮੰਨਦੇ ਤਾਂ ਪਾਰਟੀ ਤੁਹਾਡੇ ਤੋਂ ਪੁੱਛੂਗੀ ਵੀ ਤੁਸੀਂ ਆਹ ਗੱਲ ਦੱਸੀ ਨਹੀਂ, ਆਹ ਗੱਲ ਤੁਸੀਂ ਆਖੇ ਕਿਉਂ ਨਹੀਂ ਲੱਗੇ ਮੇਰੇ, ਅਸੀਂ ਤੁਹਾਨੂੰ ਇਹ ਕਿਹਾ ਸੀਗਾ, ਪਾਰਟੀ ਨੇ ਤੁਹਾਨੂੰ ਇਹ ਕਿਹਾ ਸੀ, ਤੁਸੀਂ ਆਪਦਾ ਵਿਰੁੱਧ ਚੱਲੀ ਜਾਂਦੇ ਆ, ਕਾਰਨ ਦੱਸੋ ਕਾਹਤੋਂ ਵਿਰੁੱਧ ਗਏ ਆ ਤੁਸੀਂ? ਤੇ ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਖੇਤੀ ਬਿੱਲਾਂ ਦੇ ਵਿਰੋਧ 'ਚ ਵੋਟ ਕਰਨੀ ਆ, ਤੇ ਵਿੱਚੋਂ ਕਾਂਗਰਸ ਦਾ ਇੱਕ ਐਮਪੀ ਖੇਤੀ ਬਿੱਲਾਂ ਦੇ ਹੱਕ 'ਚ ਕਰਿਆ ਹੈ। ਸੋ ਵਿਪ ਦਾ ਪਤਾ ਲੱਗ ਗਿਆ। ਵਿਪ ਦਾ ਇਹ ਹੁੰਦਾ ਵੀ ਪਾਰਟੀ ਜਿਵੇਂ ਕਹਿੰਦੀ ਆ ਨਾ ਐਮਪੀਆਂ ਨੂੰ, ਉਵੇਂ ਕਰਨਾ ਪੈਂਦਾ। ਪੜੋ ਕੀ ਲਿਖਿਆ ਵਿਪ ਤੇ। ਇਹ ਡਾਇਰੈਕਟਿਵ ਹੁੰਦੀ ਹੈ ਨਿਰਦੇਸ਼, issued by any political party to ensure the support of its member। ਠੀਕ ਹੈ। ਕਿਸੇ ਪਾਰਟੀ ਵੱਲੋਂ ਇਸ਼ੂ ਕੀਤਾ ਜਾਂਦਾ ਹੈ ਨਾ, ਕੀ ਇੰਸ਼ੋਰ ਕਰਨ ਵਾਸਤੇ, ਕੀ ਯਕੀਨੀ ਬਣਾਉਣ ਵਾਸਤੇ? ਸਪੋਰਟ ਆਫ ਇਟਸ ਮੈਂਬਰ, ਕਾਹਦੇ 'ਚ? ਵੋਟਿੰਗ ਇਨ ਫੇਵਰ ਔਰ ਅਗੇਂਸਟ ਆ ਪਾਰਟੀਕੂਲਰ ਇਸ਼ੂ। ਵੀ ਪਾਰਟੀਕੂਲਰ ਇਸ਼ੂ ਦੇ ਤੁਸੀਂ ਫੇਵਰ 'ਚ ਵੋਟ ਕਰਨੀ ਹੈ, ਜਾਂ ਉਦੋਂ ਜਿਵੇਂ ਆਪਾਂ ਖੇਤੀ ਬਿੱਲਾਂ ਦੀ ਗੱਲ ਕਰੀ ਜਾਂਦੇ ਸੀਗੇ, ਜਾਂ ਉਹਦੇ ਵਿਰੋਧ 'ਚ ਵੋਟ ਕਰਨੀ ਹੈ। A person may lose membership of the party and the legislature if he votes against the whip or abstains from voting। ਗੱਲ ਸਮਝ ਲੱਗੀ? ਵੀ ਜੇ ਕਾਂਗਰਸ ਪਾਰਟੀ ਨੇ ਕੋਈ ਕੁਝ ਹੋਰ ਕਿਹਾ ਸੀ ਤੇ ਔਜਲਾ ਸਾਹਿਬ ਹੋਰੀ ਕੰਮ ਹੋਰ ਹੀ ਕਰਦੇ ਫਿਰਦੇ ਆ। ਗੁਰਜੀਤ ਸਿੰਘ ਔਜਲਾ ਹੈਗਾ ਨਾ ਅੰਮ੍ਰਿਤਸਰ ਤੋਂ ਐਮਪੀ ਕਾਂਗਰਸ ਦਾ। ਤੇ ਜੇ ਇਹਨੇ ਵਿਪ ਨਾ ਮੰਨੀ ਪਾਰਟੀ ਦੀ, ਤੇ ਪਾਰਟੀ ਪਹਿਲਾਂ ਇਹਨੂੰ ਪਾਰਟੀ ਚੋਂ ਕੱਢੂਗੀ। ਵੀ ਪਹਿਲਾਂ ਤਾਂ ਪਾਰਟੀ ਅਸਲ 'ਚ ਇਹ ਕਹੂਗੀ ਵੀ ਹਾਂ ਔਜਲਾ ਸਾਹਿਬ ਤੁਸੀਂ ਉਲਟ ਕਾਹਤੋਂ ਚੱਲੇ ਆ, ਪਹਿਲਾਂ ਦੱਸੋ, ਪਹਿਲਾਂ ਕਾਰਨ ਦੱਸੋ। ਟਾਈਮ ਦੇਊਗੀ ਇਹਨੂੰ ਆਪਦਾ ਸਪਸ਼ਟੀਕਰਨ ਦੇਣ ਦਾ। ਜੇ ਇਹਨੇ ਕੋਈ ਸਪਸ਼ਟੀਕਰਨ ਨਾ ਦਿੱਤਾ, ਉਹਨਾਂ ਨੇ ਕਹਿਣਾ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਤੁਸੀਂ ਪਾਰਟੀ ਚੋਂ ਬਰਖਾਸਤ, ਬਾਹਰ ਕੱਢਤਾ ਤੁਹਾਨੂੰ ਪਾਰਟੀ ਚੋਂ ਬਾਹਰ ਹੋ ਗਏ। ਜੇ ਮਤਲਬ ਇਹਦਾ ਮਤਲਬ ਤੁਸੀਂ ਉਦੋਂ ਬਾਅਦ ਵਿੱਚ ਲੈਜਿਸਲੇਚਰ ਦੇ ਵਿੱਚੋਂ ਵੀ ਤੁਸੀਂ ਬਾਹਰ ਹੋ ਜਾਓਗੇ, ਫਿਰ ਤੁਸੀਂ ਰਹਿ ਨਹੀਂ ਸਕਦੇ। ਐਮਪੀਸ਼ਿਪ ਤੁਹਾਡੀ ਕੈਂਸਲ। ਠੀਕ ਹੈ। ਸੋ ਵਿਪ ਇੰਨੀ ਤਕੜੀ ਚੀਜ਼ ਹੁੰਦੀ ਆ। ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਪਾਰਟੀ ਦੀ ਟਿਕਟ ਤੇ ਲੜੇ ਆ, ਤੁਹਾਨੂੰ ਉਹ ਪਾਰਟੀ ਦੀ ਗੱਲ ਮੰਨਣੀ ਪੈਂਦੀ ਆ। ਠੀਕ ਹੈ। ਜੇ ਕਾਂਗਰਸ ਪਾਰਟੀ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਵੋਟ ਕਰਨ ਨੂੰ ਕਿਹਾ ਸੀ ਨਾ, ਵੀ ਜੇ ਕੋਈ ਮੰਤਰੀ ਉਹਦੇ ਪੱਖ 'ਚ ਵੋਟ ਕਰ ਗਿਆ, ਫਿਰ ਵੀ ਉਹਦੇ ਖਿਲਾਫ ਵਿਪ ਇਸ਼ੂ ਹੋ ਸਕਦੀ ਹੈ, ਸਰਕਾਰ ਕਰ ਸਕਦੀ ਹੈ। ਸਰਕਾਰ ਦੀ ਵਿਪ ਦੇ ਖਿਲਾਫ ਚੱਲ ਗਿਆ ਨਾ, ਫਿਰ ਵੀ ਸਰਕਾਰ ਉਹ ਸਰਕਾਰ ਕੀ ਹੈ ਨਾ ਯਾਰ, ਸੌਰੀ, ਪਾਰਟੀ ਉਹ ਤੇ ਐਕਸ਼ਨ ਲੈ ਸਕਦੀ ਹੈ। ਠੀਕ ਹੈ। ਤੇ ਪਲੱਸ ਜੇ ਉਹਨੇ ਵੋਟ ਨਹੀਂ ਕੀਤੀ, ਫਿਰ ਵੀ ਦੋਵੇਂ ਗੱਲਾਂ 'ਚ ਉਹਨੇ ਸਰਕਾਰ ਉਹਦੀ ਪਾਰਟੀ ਦੀ ਗੱਲ ਨਹੀਂ ਨਾ ਮੰਨੀ। ਪਾਰਟੀ ਨੇ ਤਾਂ ਵਿਰੋਧ 'ਚ ਵੋਟ ਕਰਨ ਨੂੰ ਗਿਆ ਸੀਗਾ। ਤੁਸੀਂ ਭਾਵੇਂ ਵੋਟ ਉਹਦੇ ਪੱਖ 'ਚ ਕਰੀ ਜਾਂਦੇ ਆ,
ਤੇ ਭਾਵੇਂ ਵੋਟ ਕਰ ਹੀ ਨਹੀਂ ਰਹੇ, ਇਹ ਦੋਵੇਂ ਚੀਜ਼ਾਂ ਹੀ ਪਾਰਟੀ ਦੇ ਤਾਂ ਵਿਰੁੱਧ ਆ। ਗੱਲ ਸਮਝ ਲੱਗ ਗਈ ਨਾ? ਹੈਲੋ, ਹਾਂ ਵੀ ਹਾਂ। ਵਿਪ ਦਾ ਕੀ ਮਤਲਬ ਹੁੰਦਾ ਵੀ ਜਿਹੜੀ ਗੱਲ ਤੁਹਾਡੀ ਪਾਰਟੀ ਨੇ ਕਹਿਤੀ ਤੁਹਾਨੂੰ ਉਹ ਮੰਨਣੀ ਪਊਗੀ ਬਸ। ਲੋਕ ਸਭਾ ਦੇ ਵਿੱਚ ਤੁਸੀਂ ਜਾ ਕੇ ਉਹੀ ਉਸੇ ਬੰਦੇ ਨੂੰ ਵੋਟ ਕਰੋਗੇ, ਉਸੇ ਚੀਜ਼ ਨੂੰ ਵੋਟ ਕਰੋਗੇ। ਜਿਵੇਂ ਹੁਣ ਪ੍ਰੈਜ਼ੀਡੈਂਟ ਦੀਆਂ ਵੋਟਾਂ, ਹਾਂ ਬਈ ਠੀਕ ਹੈ, ਪ੍ਰੈਜ਼ੀਡੈਂਟ ਦੀਆਂ ਵੋਟਾਂ ਦੀ ਜਿਹੜੀ ਵੋਟ ਪੈਣੀ ਹੁੰਦੀ ਹੈ, ਕਾਂਗਰਸ ਦੇ ਐਮਐਲਏ ਕਿਹੜੇ ਪ੍ਰੈਜ਼ੀਡੈਂਟ ਨੂੰ ਵੋਟ ਪਾਉਣਗੇ ਉਹ ਕਾਂਗਰਸ ਦੱਸੂਗੀ। ਉਹ ਉਸੇ ਨੂੰ ਪਾਉਣਗੇ, ਐ ਨਹੀਂ ਵੀ ਉਹ ਹੋਰ ਬੰਦੇ ਨੂੰ ਪਾਈ ਜਾਣ ਤੇ ਬਾਅਦ ਚ ਨਹੀਂ ਉਹ ਹਨਾ ਵੀ ਉਹ ਫਿਰ ਬੰਦੇ ਤੋਂ ਪੁੱਛਣਗੇ ਵੀ ਹਾਂ ਦੱਸੋ ਤੁਸੀਂ ਕਾਹਤੋਂ ਦੂਜੇ ਨੂੰ ਪਾਈ ਬਈ। ਤੇ ਜੇ ਉਹ ਤੋਂ ਨਾਂ ਦੱਸਿਆ ਗਿਆ ਹਨਾ, ਸਪਸ਼ਟੀਕਰਨ ਨਾ ਦਿੱਤਾ ਉਹਨੇ ਕੋਈ, ਤੇ ਫਿਰ ਉਹਨਾਂ ਨੇ ਕਹਿ ਦੇਣਾ ਪਾਰਟੀ ਚੋਂ ਤੁਹਾਨੂੰ ਕੱਢਦੇ ਆ। ਓਕੇ ਹੋ ਗਿਆ? ਵਿਪ ਬਾਰੇ ਪਤਾ ਲੱਗ ਗਿਆ? ਵਿਪ ਕੋਰਮ ਕੀ ਸੀਗਾ? ਮਿਨੀਮਮ ਸਟਰੈਂਥ ਸੀਗੀ ਹਨਾ। ਸੋ ਅੱਗੇ ਆ ਗਿਆ ਗੈਰੀਮੈਂਡਰਿੰਗ ਤੇ ਗਿਲੋਟਾਈਨ। ਇਹ ਦੋ ਚੀਜ਼ਾਂ ਹੁੰਦੀਆਂ। ਗੈਰੀਮੈਂਡਰਿੰਗ ਕੀ ਹੁੰਦਾ? ਇਟ ਇਜ਼ ਦ ਰੀਆਰਗੇਨਾਈਜੇਸ਼ਨ ਆਫ ਦ ਇਲੈਕਟੋਰਲ ਡਿਸਟ੍ਰਿਕਟਸ attempted by the ruling party to gain some electoral advantage in the forthcoming elections. gerrymandering ਕੀ ਹੁੰਦੀ ਹੈ? gerrymandering ਬੜੀ ਘੈਂਟ ਚੀਜ਼ ਹੁੰਦੀ ਹੈ। gerrymandering ਤੈਨੂੰ ਮੈਂ ਦੱਸਦਾ, ਬੜੀ ਸੋਹਣੀ ਐਗਜ਼ਾਮਪਲ ਆ। ਮੰਨ ਕੇ ਚੱਲੋ, ਧਿਆਨ ਨਾਲ ਸੁਣਿਓ ਗੱਲ ਵੀ ਆਪਣੇ ਹੁਣ ਵੋਟਾਂ ਪੈਣਗੀਆਂ ਹਨਾ, ਪੰਜਾਬ ਚ ਹੋਣਗੀਆਂ ਵੋਟਾਂ, ਠੀਕ ਹੈ? ਪੰਜਾਬ ਚ ਕੀ ਹੋਣਗੀਆਂ? ਵੋਟਾਂ ਹੋਣਗੀਆਂ। ਜੇ ਹੁਣ ਮੰਨ ਕੇ ਚੱਲੋ ਕੋਈ ਐਮਐਲਏ ਆ, ਉਹ 100 ਸੀਟਾਂ ਨਾਲ ਜਿੱਤ ਜਾਂਦਾ ਦੂਜੇ ਤੋਂ। ਮੰਨ ਕੇ ਚੱਲ ਕਰਨ ਕੌਰ ਬਰਾੜ ਵਰਸਸ ਰੋਜੀ ਬਰਕੰਦੀ। ਕਰਨ ਕੌਰ ਬਰਾੜ 100 ਸੀਟਾਂ ਨਾਲ ਜਿੱਤ ਗਈ, 100 ਵੋਟਾਂ ਨਾਲ, ਤੇ ਉਹਨੂੰ ਆਪਾਂ ਕੀ ਕਹਿ ਦਾਂਗੇ? ਜਿੱਤ ਗਈ, ਉਹ ਜਿੱਤੀ ਆ, ਜਿੱਤੀ ਮੰਨਾਂਗੇ। ਤੇ ਜੇ ਕਰਨ ਕੌਰ ਬਰਾੜ 10,000 ਸੀਟਾਂ ਨਾਲ ਜਿੱਤੀ ਆ, ਫਿਰ ਆਪਾਂ ਉਹਨੂੰ ਕੀ ਮੰਨਾਂਗੇ? ਉਹ ਵੀ ਜਿੱਤੀ ਮੰਨਾਂਗੇ। ਫਰਕ ਹੈਗਾ ਦੋਵਾਂ ਚ ਕੋਈ? ਨਹੀਂ ਹੈ ਨਹੀਂ, ਕੋਈ ਫਰਕ ਨਹੀਂ ਨਾ। ਵੀ ਜਿੱਤ ਭਾਵੇਂ 1 ਵੋਟ ਤੇ ਜਿੱਤ ਗਿਆ, ਭਾਵੇਂ 100 ਵੋਟ ਤੇ ਜਿੱਤ ਗਿਆ, ਬਣ ਤਾਂ ਤੂੰ ਐਮਐਲਏ ਉਦੋਂ ਬਣਨਾ ਸੀ ਤੇ ਐਮਐਲਏ ਹੁਣ ਬਣੇ। ਕੋਈ ਫਰਕ ਨਹੀਂ ਨਾ। ਹੁਣ ਗੱਲ ਕੀ ਹੁੰਦੀ ਆ, ਮੰਨ ਕੇ ਚੱਲੋ ਵੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ 10,000 ਵੋਟ ਕਿੱਥੋਂ ਵੱਧ ਪਈ ਆ, ਵੀ ਇਸ ਥਾਂ ਤੋਂ ਯਾਰ ਆਪਾਂ ਨੂੰ ਵੋਟਾਂ ਬਹੁਤ ਵੱਧ ਜਾਂਦੀਆਂ ਹਨਾ। ਦੂਜੀ ਥਾਂ ਤੋਂ ਕੋਟਕਪੂਰੇ ਤੋਂ ਕੀ ਹੋਇਆ? ਕੋਟਕਪੂਰੇ ਤੋਂ ਬਾਈ ਜੀ ਇੱਥੋਂ ਦਾ ਕਰਨ ਕੌਰ ਬਰਾੜ 10,000 ਵੋਟਾਂ ਨਾਲ ਜਿੱਤੀ ਜਾਂਦੀ ਆ ਮੁਕਤਸਰ ਚੋਂ। ਕੋਟਕਪੂਰੇ ਦੇ ਵਿੱਚ ਕੀ ਹੋ ਜਾਂਦਾ? ਕੋਟਕਪੂਰੇ ਦੇ ਵਿੱਚ ਕਾਂਗਰਸ ਹਾਰੀ ਜਾਂਦੀ ਆ 2,000 ਵੋਟਾਂ ਨਾਲ। ਠੀਕ ਆ। ਤੇ ਫਿਰ ਸਰਕਾਰ ਕੀ ਕਰ ਸਕਦੀ ਆ, ਜਿਹੜੀ ਗਵਰਨਮੈਂਟ ਦੇ ਵਿੱਚ ਆ ਹਨਾ, ਵੀ ਕੇਂਦਰ ਸਰਕਾਰ ਕੀ ਕਰ ਸਕਦੀ? ਜੇ ਕਾਂਗਰਸ ਦੀ ਸਰਕਾਰ ਹੀ ਹੋਵੇ ਕੇਂਦਰ ਦੇ ਵਿੱਚ, ਤੇ ਉਹਨਾਂ ਨੂੰ ਇਹ ਹੋਵੇ ਵੀ ਅਸੀਂ ਜਿੱਤਣਾ, ਉਹ ਜੈਰੀਮੈਂਡਰਿੰਗ ਕਰ ਸਕਦੀ। ਜੈਰੀਮੈਂਡਰਿੰਗ ਕਿਵੇਂ ਕਰ ਸਕਦੇ ਆ? ਵੀ ਉਹ ਮੁਕਤਸਰ ਦੇ ਕੁਛ ਕੁ ਇਲਾਕੇ ਜਿੱਥੇ ਕਾਂਗਰਸ ਦੀ ਸਪੋਰਟ ਜ਼ਿਆਦੇ ਆ ਹਨਾ, ਜੀ ਜਿੱਥੋਂ ਉਹਨਾਂ ਨੂੰ ਪਤਾ ਵੀ 4-5 ਹਜ਼ਾਰ ਵੋਟ ਵੱਧ ਜੂਗੀ ਕਾਂਗਰਸ ਦੀ, ਉਹਨਾਂ ਨੂੰ ਕੋਟਕਪੂਰੇ ਵਾਲੇ ਪਾਸੇ, ਕੋਟਕਪੂਰਾ ਕੌਂਸਟੀਚੁਐਂਸੀ ਚ ਕਰ ਦੂਗੀ। ਆਪਾਂ ਵੇਹਨੇ ਹੁੰਦੇ ਨਾ ਵੀ ਕਿਤੇ ਆਪਾਂ ਨੂੰ ਕਿਸੇ ਵਾਰਡ ਚ ਪਾਇਆ ਪਿਆ ਹੁੰਦਾ, ਕਿਤੇ ਦੂਜੇ ਵਾਰਡ ਚ ਪਾ ਦਿੰਦੇ ਆ। ਜਦੋਂ ਆਪਣੀਆਂ ਮੈਂਬਰੀ ਸਰਪੰਚ ਦੀਆਂ ਵੋਟਾਂ ਆਪਾਂ ਵੇਹਦੇ ਨਹੀਂ ਹੁੰਦੇ ਗੇ, ਪਿਛਲੀ ਵਾਰੀ ਤਾਂ ਵਾਰਡ ਆ ਸੀ ਯਾਰ, ਐਤਕੀ ਸਾਨੂੰ ਦੂਜੇ ਵਾਰਡ ਚ ਪਾਇਆ ਪਿਆ। ਉਵੇਂ ਹੀ ਵੱਡੇ ਲੈਵਲ ਤੇ ਕੌਂਸਟੀਚੁਐਂਸੀ ਵੀ ਚੇਂਜ ਹੋ ਜਾਂਦੀ ਆ। ਵੀ ਕਿਤੇ ਤਾਂ ਸੈਦੋ ਕੇ ਚੱਕ ਵਾਲਿਆਂ ਨੂੰ ਜਲਾਲਾਬਾਦ ਚ ਵਾੜ ਦਿੰਦੇ ਆ, ਕਿਤੇ ਗੁਰੂਵਾਰ ਸਾਹਿਬ ਚ ਪਾ ਦਿੰਦੇ ਆ। ਸਮਝ ਲੱਗਦੀ ਹੈ ਗੱਲ? ਜੈਰੀਮੈਂਡਰਿੰਗ ਇਹੀ ਹੁੰਦੀ ਆ ਵੀ ਜਦੋਂ ਹੁਣ ਤੁਹਾਨੂੰ ਪਤਾ ਵੀ ਹਾਂ ਤੁਹਾਡੀ ਇੱਕ ਪਾਸੇ ਤਾਂ ਤੁਸੀਂ 10,000 ਵੋਟ ਨਾਲ ਜਿੱਤੀ ਜਾਂਦੇ ਆ, ਦੂਜੇ ਪਾਸੇ ਤੁਸੀਂ 2,000 ਵੋਟ ਨਾਲ ਹਾਰੀ ਜਾਂਦੇ ਆ, ਤੇ ਆਪਾਂ ਕੀ ਉਧਰੋਂ 10,000 ਦੀ ਥਾਂ ਤੇ ਆਪਾਂ 5,000 ਵੋਟਾਂ ਨਾਲ ਜਿੱਤ ਜਾਂਗੇ, ਤੇ ਦੂਜੇ ਪਾਸੇ ਵੀ ਜਿੱਤੋ। ਸੀਟਾਂ ਤਾਂ 2 ਹੋਣਗੀਆਂ ਨਾ। ਕਿੱਥੇ ਤੁਸੀਂ ਇੱਕ ਸੀਟ ਜਿੱਤੀ ਜਾਂਦੇ, ਦੂਜੀ ਸੀਟ ਹਾਰੀ ਜਾਂਦੇ ਆ। ਕਿੱਥੇ ਤੁਸੀਂ ਉਹ 10,000 ਚੋਂ ਤੁਸੀਂ 5,000 ਜਿਹੜੀਆਂ ਵੋਟਾਂ ਹਨਾ, ਉਹ ਕੌਂਸਟੀਚੁਐਂਸੀ ਆ ਜਿਹੜੀ, ਵੀ ਉਹ ਇਲਾਕੇ ਚ ਮੰਨ ਕੇ ਚਲੋ ਮਰਾੜ ਪਿੰਡ ਸੀਗਾ ਜਾਂ ਹਨਾ, ਮਰਾੜ ਪਿੰਡ ਚੋਂ ਮੰਨ ਕੇ ਚਲੋ ਉਹਨਾਂ ਨੂੰ ਕਾਂਗਰਸ ਨੂੰ ਜ਼ਿਆਦਾ ਵੋਟ ਪਈ, ਉਹਨਾਂ ਨੇ ਕੀ ਕੀਤਾ? ਮਰਾੜ ਪਿੰਡ ਸਾਰੇ ਦਾ ਸਾਰਾ ਕੋਟਕਪੂਰੇ ਨਾਲ ਜੋੜਤਾ, ਇੱਕ ਸਰਾਏ ਨਾਗਾ ਜੋੜਤਾ, 2 ਪਿੰਡ ਕੋਟਕਪੂਰੇ ਨਾਲ ਜੋੜਤੇ। ਦੋਵਾਂ ਪਿੰਡਾਂ ਦੀ ਇਹਨਾਂ ਦੀ ਵੀ 7-8 ਹਜ਼ਾਰ ਵੋਟ ਬਣ ਜੂਗੀ। ਠੀਕ ਹੈ। ਤੇ ਉਹ ਹਾਰੇ ਕਿੰਨੀਆਂ ਵੋਟਾਂ ਨਾਲ ਸੀਗੇ? 2,000 ਨਾਲ। ਤੇ ਐਤਕੀ ਕੀ ਹੋਊਗਾ? ਜਿੱਤ ਜਾਣਗੇ।
ਐਤਕੀ ਉਹ ਕੋਟਕਪੂਰੇ ਜਿੱਤ ਜਾਣਗੇ। ਤੇ ਮੁਕਤਸਰੋਂ ਪਹਿਲਾਂ 10,000 ਵੋਟ ਨਾਲ ਜਿੱਤੇ ਸੀ, ਤੇ ਜੇ 6-7,000 ਵੋਟ ਉੱਧਰ ਜਾ ਵੜੀ ਤੇ ਮੁਕਤਸਰੋਂ 3,000 ਵੋਟ ਨਾਲ ਜਿੱਤ ਜਾਣਗੇ। ਦੋਵੇਂ ਥਾਵਾਂ ਦੀ ਜਿੱਤ ਗਏ ਵੇਖ ਲਾ। ਵੋਟਾਂ ਵੰਡ ਪੈਣਗੇ। ਹਾਂ ਬਈ ਕਹਿਣ ਦਾ ਮਤਲਬ ਕੀ ਆ, ਬਈ ਸਰਕਾਰ ਇਸ ਤਰੀਕੇ ਦੇ ਨਾਲ ਵੀ ਏਰੀਆ ਦੇ ਵਿੱਚ ਹਨਾ ਜਿਹੜੀਆਂ ਕੌਂਸਟੀਚੁਐਂਸੀ ਦੇ ਵਿੱਚ ਫੇਰ ਬਦਲ ਕਰਕੇ ਆਪਦਾ ਹਨਾ ਉਹ ਕਰ ਸਕਦੀ ਹੁੰਦੀ ਹੈ, ਫਾਇਦਾ ਲੈ ਸਕਦੀ ਹੁੰਦੀ, ਫਾਇਦਾ ਚੱਕ ਸਕਦੀ ਹੁੰਦੀ ਹੈ। ਠੀਕ ਹੈ, ਜਿਹੜਾ ਏਰੀਆ ਵੋਟਿੰਗ ਏਰੀਆ ਉਹਨੂੰ ਕੌਂਸਟੀਚੁਐਂਸੀ ਬੋਲਦੇ ਆ। ਕੀ ਬੋਲਦੇ ਆ? ਕੌਂਸਟੀਚੁਐਂਸੀ। ਸੋ ਕੌਂਸਟੀਚੁਐਂਸੀ ਦੇ ਵਿੱਚ ਫੇਰ ਬਦਲ ਕਰਕੇ ਸਰਕਾਰ ਫਾਇਦਾ ਚੱਕ ਸਕਦੀ ਹੁੰਦੀ ਹੈ। ਇਹਨੂੰ ਕੀ ਬੋਲਦੇ ਆ? ਜੈਰੀਮੈਂਡਰਿੰਗ। ਜੈਰੀਮੈਂਡਰਿੰਗ ਕੀ ਹੁੰਦੀ ਹੈ? ਚੇਂਜ ਇਨ ਇਲੈਕਸ਼ਨ ਕੌਂਸਟੀਚੁਐਂਸੀ। ਚੇਂਜ ਇਨ ਇਲੈਕਸ਼ਨ ਕੌਂਸਟੀਚੁਐਂਸੀ। ਸਮਝ ਲੱਗ ਗਈ? ਸੋ ਇਹ ਸਮੇਂ ਦੀ ਸਰਕਾਰ ਆ ਕੰਮ ਕਰ ਸਕਦੀ ਹੁੰਦੀ ਹੈ ਕਿ ਜੇ ਤਾਂ ਹੁਣ ਲੈਜਿਸਲੇਟਿਵ ਅਸੈਂਬਲੀ ਦੀਆਂ ਕੌਂਸਟੀਚੁਐਂਸੀ ਬਦਲਣੀਆਂ, ਇਹ ਕੌਣ ਬਦਲੂਗਾ? ਇਹ ਤਾਂ ਬਦਲੂਗੀ ਸੈਂਟਰ ਸਰਕਾਰ। ਬਈ ਕਿ ਕੋਟਕਪੂਰਾ ਕਿੱਧਰ, ਕੋਟਕਪੂਰੇ ਚ ਕਿਹੜੇ ਕਿਹੜੇ ਪਾਉਣੇ ਆ, ਮੁਕਤਸਰ ਚ ਕਿਹੜੇ ਕਿਹੜੇ ਪਾਉਣੇ ਆ, ਮਲੋਟ ਚ ਕਿਹੜੇ ਕਿਹੜੇ। ਤੇ ਜਦੋਂ ਤਾਂ MLA ਦੀਆਂ ਵੋਟਾਂ ਪੈਣੀਆਂ ਉਹ ਤਾਂ ਪਾਉਣੀਆਂ ਹੁੰਦੀਆਂ ਸੈਂਟਰ ਸਰਕਾਰ ਦੇ ਅੰਦਰ ਪੈਣੀਆਂ ਹੁੰਦੀਆਂ, ਇਲੈਕਸ਼ਨ ਕਮਿਸ਼ਨਰ ਦੇ ਅੰਦਰ। ਬਈ ਜਿਹੜਾ ਮੇਨ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੇ। ਜਿਹੜੀਆਂ ਪੈਣੀਆਂ ਹੁੰਦੀਆਂ ਆਪਣੀਆਂ ਸਰਪੰਚੀ ਦੀਆਂ, ਮੈਂਬਰੀ ਦੀਆਂ, ਜਾਂ ਵੀ ਆ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਹੁੰਦੀਆਂ, ਇਹ ਸਟੇਟ ਸਰਕਾਰ ਦੇ ਹੱਥ 'ਚ ਹੁੰਦੀ ਆ ਵੀ ਕਿਹੜਾ ਕਿੱਧਰ ਪਾਉਣਾ ਏਰੀਆ। ਠੀਕ ਹੈ, ਹਾਂਜੀ ਲੱਗ ਗਈ। ਸੋ ਜੈਰੀਮੈਂਡਰਿੰਗ ਕੀ ਹੈ? ਰੀਆਰਗੇਨਾਈਜੇਸ਼ਨ ਹੈ ਹਨਾ, ਦੁਬਾਰਾ ਰੀਆਰਗੇਨਾਈਜ਼ ਕਰਤਾ, ਦੁਬਾਰਾ ਆਰਗੇਨਾਈਜ਼ ਕੀਤਾ ਕਿ ਕਾਸ ਨੂੰ ਇਲੈਕਟਰਲ ਡਿਸਟ੍ਰਿਕਟਸ ਨੂੰ, ਵੀ ਉਹ ਕੋਈ ਜ਼ਿਲ੍ਹਾ ਚੱਕ ਕੇ ਕਿੱਧਰ ਪਾਦਾ, ਕੋਈ ਕਿੱਧਰ ਪਾਦਾ। ਕਾਹਦੇ ਵਾਸਤੇ? ਅਟੈਂਪਟਡ ਬਾਈ ਦਾ ਰੂਲਿੰਗ ਪਾਰਟੀ ਟੂ ਗੇਨ ਮੋਰ ਇਲੈਕਟਰਲ ਐਡਵਾਂਟੇਜ। ਦੱਸਿਆ ਨਾ ਵੀ ਉਹਨੂੰ ਐਡਵਾਂਟੇਜ ਜ਼ਿਆਦਾ ਮੈਂ ਹੋ ਗਿਆ ਹੁਣ ਉਹ ਚੀਜ਼ ਦਾ। ਇਹ ਲੱਗਿਆ ਪਤਾ ਕਿ ਨਹੀਂ? ਸਮਝ ਲੱਗੀ ਅਜੇ ਵੀ? ਲੱਗ ਗਈ। ਫਿਰ ਆ ਗਿਆ ਗਿਲੋਟਾਈਨ। ਗਿਲੋਟਾਈਨ ਕੁਛ ਨਹੀਂ ਹੁੰਦਾ, ਗਿਲੋਟਾਈਨ ਸੌਖਾ ਜਿਹਾ ਕੰਮ ਹੁੰਦਾ। ਤੁਹਾਨੂੰ ਮੈਂ ਦੱਸਿਆ ਬਈ ਅਸਲ ਦੇ ਜਦੋਂ ਹੁਣ ਕੋਈ ਵੀ ਬਾਈਟ ਦੀ ਜਿਵੇਂ ਗੱਲ ਆ, ਬਾਈਟ ਦੀ ਗੱਲ ਹੈ ਨਾ, ਤੁਹਾਨੂੰ ਮੈਂ ਦੱਸਿਆ ਨਹੀਂ ਸੀਗਾ ਵੀ ਜਦੋਂ ਬਾਈਟ ਆਊਗਾ, ਬਾਈਟ ਦੇ ਵਿੱਚ ਕੀ ਹੁੰਦਾ ਵੀ ਕੋਈ ਆਮ ਬਿੱਲ ਵਾਂਗੂ ਹਨਾ, ਬਾਈਟ ਕੀ ਹੁੰਦਾ? ਮਨੀ ਬਿੱਲ, ਐਪਰੋਪ੍ਰੀਏਸ਼ਨ ਬਿੱਲ ਆਊਗਾ, ਉਹਦੇ ਤੇ ਡਿਟੇਲ ਦੇ ਵਿੱਚ ਕੱਲੀ ਕੱਲੀ ਗੱਲ ਤੇ ਉਹਦੀ ਚਰਚਾ ਹੁੰਦੀ ਹੈ। ਆਪਾਂ ਜਿਵੇਂ 3 ਰੀਡਿੰਗਸ ਦੀ ਗੱਲ ਕੀਤੀ ਸੀਗੀ, ਹੁੰਦੀਆਂ ਨਾ ਲੋਕ ਸਭਾ ਦੇ ਵਿੱਚ ਕੋਈ ਵੀ ਬਿੱਲ ਆਉਂਦਾ ਤਾਂ, ਤੇ ਪਰ ਐਪਰੋਪ੍ਰੀਏਸ਼ਨ ਬਿੱਲ ਆਊਗਾ, ਉਹ ਇੱਕ ਮਨੀ ਬਿੱਲ ਆ, ਉਹਦੇ ਤੇ ਚਰਚਾ ਉਦੋਂ ਵੀ ਜ਼ਿਆਦਾ ਹੁੰਦੀ ਹੈ। ਠੀਕ ਹੈ, ਵੀ ਕੱਲੀ ਕੱਲੀ ਗ੍ਰਾਂਟ ਤੇ, ਵੀ ਜਿਵੇਂ ਹੁਣ ਮੰਨ ਕੇ ਲਓ ਐਜੂਕੇਸ਼ਨ ਮਿਨਿਸਟਰੀ ਨੇ ਗ੍ਰਾਂਟ ਮੰਗੀ ਆ ਵੀ ਇੰਨੀ ਗ੍ਰਾਂਟ ਦਿਓ ਸਾਨੂੰ, ਠੀਕ ਆ, ਉਹਦੇ ਤੇ ਚਰਚਾ ਹੁੰਦੀ ਹੈ ਸਪੈਸ਼ਲ, ਵੀ ਕੱਲੀ ਕੱਲੀ ਚੀਜ਼ ਤੇ ਹਨਾ, ਵੀ ਇਹਨੇ ਇੰਨੀ ਕਾਹਤੋਂ ਮੰਗੀ ਆ, ਕਿਉਂ ਮੰਗੀ, ਇਹਨੂੰ ਕਾਹਤੋਂ ਚਾਹੀਦੇ ਪੈਸੇ ਹਨਾ, ਹੋਈ ਜਾਂਦੀ ਹੈ। ਸੋ ਡਿਟੇਲ ਦੇ ਚਰਚਾ ਹੋਣ ਤੋਂ ਬਾਅਦ ਉੱਤੇ ਕੀ ਹੁੰਦੀ ਹੈ? ਵੋਟਿੰਗ ਹੁੰਦੀ ਹੈ। ਨਾਰਮਲ ਪ੍ਰੋਸੈਸ ਤਾਂ ਇਹ ਹੈ ਨਾ, ਪਹਿਲਾਂ ਵੀ ਸਵਾਲ ਜਵਾਬ ਹੋਣਗੇ, ਫਿਰ ਵੋਟਿੰਗ ਹੋਊਗੀ। ਵੋਟਿੰਗ ਦਾ ਤੀਜਾ ਗੇੜ ਹੁੰਦਾ ਨਾ ਵੋਟਿੰਗ ਵਾਲਾ, ਤਾਂ ਪਹਿਲਾਂ ਵੀ ਇੱਕ ਆਮ ਨਾਰਮਲ ਮੋਟਾ ਮੋਟਾ ਮੈਂ ਤੁਹਾਨੂੰ ਦੱਸਿਆ ਸੀਗਾ ਚੀਜ਼ ਹੋ ਜਾਂਦੀ ਆ ਹਨਾ। ਫਿਰ ਉਸ ਤੋਂ ਬਾਅਦ ਵਿੱਚ ਦੂਜੇ ਦੇ ਵਿੱਚ ਕੀ ਹੁੰਦਾ ਵੀ ਡਿਸਕਸ਼ਨ ਹੁੰਦੀ ਹੈ ਡਿਟੇਲ ਦੇ ਵਿੱਚ, ਤੇ ਤੀਜੇ ਦੇ ਵਿੱਚ ਕੀ ਹੁੰਦਾ? ਵੋਟਿੰਗ ਹੁੰਦੀ ਹੈ। 3 ਸਟੈਪ ਦੱਸੇ ਸੀ ਨਾ, 3 ਰੀਡਿੰਗਾਂ ਦੱਸੀਆਂ ਸੀ ਬਿੱਲ ਦੀਆਂ। ਹਾਂ ਬਈ। ਪਹਿਲੇ ਦੇ ਵਿੱਚ ਤਾਂ ਆਪਾਂ ਕਿਹਾ ਸੀਗਾ ਸਿਰਫ ਵੀ ਉਹ ਵਿੱਚ ਦਰਜ ਹੋਊਗਾ ਉਹ। ਹੁਣ ਉਹੀ ਸੇਮ ਚੀਜ਼ ਹੀ ਬਾਈਟ ਦੇ ਵਿੱਚ ਵੀ ਇਹੀ ਹੁੰਦਾ। ਜਦੋਂ ਬਾਈਟ ਵਾਸਤੇ ਐਪਰੋਪ੍ਰੀਏਸ਼ਨ ਬਿੱਲ, ਤੁਹਾਨੂੰ ਦੱਸਿਆ ਵੀ ਬਾਈਟ ਦੇ ਵਿੱਚ 2 ਤਰ੍ਹਾਂ ਦੇ ਬਿੱਲ ਆਉਣੇ ਹੁੰਦੇ ਆ, ਉਹ ਵੀ ਤਾਂ ਬਿੱਲ ਹੀ ਆ, ਜਿਵੇਂ ਆਮ ਬਿੱਲਾਂ ਦੇ ਰਿਟਰਨ ਹੁੰਦੀ ਹੋਵੇ ਉਹਨਾਂ ਦੇ ਵੀ ਹੋਊਗੀ। ਸੋ 2 ਤਰ੍ਹਾਂ ਦੇ ਬਿੱਲ ਆਉਣੇ ਹੁੰਦੇ, ਇੱਕ ਤਾਂ ਫਾਈਨਾਂਸ ਬਿੱਲ ਆਉਣਾ ਹੁੰਦਾ, ਇੱਕ ਐਪਰੋਪ੍ਰੀਏਸ਼ਨ ਬਿੱਲ ਆਉਣਾ ਹੁੰਦਾ। ਫਾਈਨਾਂਸ ਬਿੱਲ ਕੀ ਹੁੰਦਾ? ਵੀ ਸਰਕਾਰ ਨੇ ਕਿੱਥੇ ਕਿੱਥੇ ਟੈਕਸ ਲਾਉਣਾ, ਟੈਕਸ ਨਾਲ ਸੰਬੰਧਿਤ ਹੁੰਦਾ, ਸਰਕਾਰ ਦੀ ਆਮਦਨ ਨਾਲ ਸੰਬੰਧਿਤ ਬਿੱਲ ਹੁੰਦਾ ਫਾਈਨਾਂਸ ਬਿੱਲ। ਜਿਹੜਾ ਐਪਰੋਪ੍ਰੀਏਸ਼ਨ ਬਿੱਲ ਹੁੰਦਾ, ਉਹ ਸਰਕਾਰ ਨੇ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ ਪੈਸੇ ਜਿਹੜੇ ਕਢਾਉਣੇ ਹੁੰਦੇ ਆ, ਗ੍ਰਾਂਟ ਲੈਣੀ ਹੁੰਦੀ ਹੈ ਸਰਕਾਰ ਨੇ, ਉਹਦੇ ਨਾਲ ਸੰਬੰਧਿਤ ਹੁੰਦਾ, ਖਰਚੇ ਨਾਲ ਸੰਬੰਧਿਤ ਬਿੱਲ ਹੁੰਦਾ। ਠੀਕ ਹੈ, ਸੋ ਉਹ ਬਿੱਲਾਂ ਦੇ ਉੱਤੇ ਡਿਟੇਲ ਦੇ ਵਿੱਚ ਚਰਚਾ ਹੁੰਦੀ ਹੈ। ਗੱਲ ਸਮਝ ਲੱਗੀ? ਤੇ ਫੇਰ ਵੋਟਿੰਗ ਹੁੰਦੀ ਹੈ। ਪਰ ਜੇ ਹੁਣ ਮੰਨ ਕੇ ਚੱਲੋ ਕੁਛ ਹੁਣ ਮੰਨ ਕੇ ਚਲੋ 100 ਜਿਵੇਂ ਹੁਣ 40 ਮਿਨਿਸਟਰੀਆਂ ਨੇ ਗੱਲ ਕੀਤੀ ਸੀ, ਇਹਦੀ ਡਿਟੇਲ ਵਾਲੀ ਚਰਚਾ ਦੀ ਗੱਲ ਕਰੀ ਜਾਂਦੇ ਆ ਨਾ, ਉਹ ਟਾਈਮ ਹੀ ਇੰਨਾ ਕੁ ਹੁੰਦਾ। ਹੁਣ 2 ਮਹੀਨੇ ਦਾ ਸੈਸ਼ਨ ਚੱਲਣਾ ਹੁੰਦਾ ਯਾਰ, ਹਨਾ। ਹੁਣ 40 ਮਿਨਿਸਟਰੀਆਂ ਦੀ ਤੁਸੀਂ ਗੱਲ ਇੰਨੀ ਡਿਟੇਲ 'ਚ ਕਿੱਥੋਂ ਕਰ ਲਓਗੇ?
ਜਿਹੜੀਆਂ ਇੰਪੋਰਟੈਂਟ ਹੁੰਦੀਆਂ 10 ਕਮਿਊਨਿਸਟੀਆਂ ਉਹਨਾਂ ਦੀ ਗੱਲ ਕਰਦੇ ਡਿਟੇਲ ਚ ਚਰਚਾ ਕਰਦੇ ਆ, ਕੁਐਸਚਨ ਆਨਸਰ ਵੀ ਹੁੰਦੇ ਉਹਨਾਂ ਬਾਰੇ, ਠੀਕ ਹੈ। ਤੇ ਉਦੋਂ ਬਾਅਦ ਚ VOTING ਹੁੰਦੀ ਆ। ਪਰ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਨਾ 30 ਉਧਰੋਂ ਟਾਈਮ ਥੋੜਾ ਰਹਿ ਜਾਂਦਾ, ਫਿਰ ਉਹ ਡਿਟੇਲਡ ਚਰਚਾ ਦਾ ਟਾਈਮ ਨਹੀਂ ਰਹਿੰਦਾ ਉਹਦੇ ਚ। ਜਿਵੇਂ ਆਪਾਂ ਪਾਲਿਸੀ ਘੱਟ ਮੋਸ਼ਨ ਹੋ ਜਾਣ ਦੀ ਗੱਲ ਕੀਤੀ ਸੀ, ਵੀ ਉਵੇਂ ਉਹ ਡਿਟੇਲ ਦਾ ਟਾਈਮ ਨਹੀਂ ਰਹਿੰਦਾ, ਸਿੱਧੀ VOTING ਕਰਵਾ ਦਿੰਦੇ ਅਗਰ ਉੱਥੇ। ਜਿਵੇਂ ਮੈਂ ਤੈਨੂੰ ਕਹੀ ਨਾ ਵੀ 40 ਮਿਨਿਸਟਰੀਆਂ ਨੇ ਗ੍ਰਾਂਟ ਦੀ ਮੰਗ ਕੀਤੀ ਸੀ, 40 ਚ 10 ਦੀ ਗ੍ਰਾਂਟ ਤੇ ਤਾਂ ਡਿਸਕਸ਼ਨ ਵੀ ਹੋਈ, ਪੂਰੀ ਡਿਟੇਲ ਚ ਡਿਸਕਸ਼ਨ ਹੋਣ ਤੋਂ ਬਾਅਦ VOTING ਹੋਈ, ਠੀਕ ਹੈ। ਉਹ VOTING ਨੇ ਦੱਸ ਦੇਣਾ ਵੀ ਹਾਂ ਵੀ ਇਹਨਾਂ ਨੂੰ ਪੈਸੇ ਦੇ ਦੇਈਏ ਕਿ ਨਾ ਦੇ ਦੇਈਏ, ਉਹ ਤਾਂ ਮਿਲ ਹੀ ਜਾਣੇ ਹੁੰਦੇ ਆ। ਫਿਰ ਉਹੀ ਗੱਲ ਆ ਵੀ ਸਰਕਾਰ ਦੀ ਮੈਜੋਰਟੀ ਹੁੰਦੀ ਹੈ ਨਾ ਲੋਕ ਸਭਾ ਚ, ਤੇ ਪਰ ਹੁਣ ਉਹ 10 ਦੀ ਤਾਂ ਹੋਈ ਡਿਸਕਸ਼ਨ ਤੋਂ ਬਾਅਦ VOTING। ਪਰ ਜਿਹੜੇ ਹੁਣ ਟਾਈਮ ਰਹਿ ਗਏ 2 ਦਿਨ, ਟਾਈਮ 2 ਦਿਨ ਹੀ ਰਹਿ ਗਏ ਸੈਸ਼ਨ ਦੇ, ਰਾਸ਼ਟਰਪਤੀ ਨੇ ਐਲਾਨ ਕਰਤਾ ਵੀ ਇਸ ਤਰੀਕ ਨੂੰ ਸੈਸ਼ਨ ਜਿਹੜਾ ਪ੍ਰੋਰੋਗ ਹੋ ਜਾਊਗਾ, ਖਤਮ ਹੋ ਜਾਊਗਾ ਸੈਸ਼ਨ। ਤੇ ਹੁਣ 2 ਦਿਨਾਂ ਦੇ ਵਿੱਚ ਤੁਸੀਂ ਅਜੇ ਤੱਕ ਮਿਨਿਸਟਰੀਆਂ ਨੇ ਕਿੰਨੀਆਂ ਨੇ ਪੈਸੇ ਲੈਣੇ ਆ, 30 ਨੇ। ਤੇ ਹੁਣ ਜੇ ਤੁਸੀਂ ਡਿਸਕਸ਼ਨ ਕਰਨ ਲੱਗ ਜਾਓਗੇ ਤਾਂ ਫਿਰ ਤਾਂ ਉਹ ਹੋਣਾ ਹੀ ਨਹੀਂਗਾ, ਕੰਮ ਆਪਣਾ ਪੂਰਾ ਹੀ ਨਹੀਂ ਹੋਣਾ। ਤੇ ਉਹਨਾਂ ਨੇ ਕੀ ਕਰਾਉਣ, ਸਿੱਧੀ VOTING ਕਰਾਉਂਦੇ, ਉਹਦੀ ਕੀ ਕਰਾਉਂਦੇ, ਸਿੱਧੀ VOTING ਬਿਨਾਂ ਡਿਸਕਸ਼ਨ ਤੇ। ਉਹ ਉਹਨੂੰ ਕੀ ਕਹਿੰਦੇ ਆ, ਅਸੀਂ ਗਿਲੋਟਾਈਨ ਬੋਲਦੇ ਹਾਂ ਚੀਜ਼ ਨੂੰ, ਠੀਕ ਹੈ। ਪਤਾ ਲੱਗ ਗਿਆ? ਹਾਂ। ਸਿੱਧੀ VOTING ਕਰਾਉਂਦੇ। ਸੋ ਗਿਲੋਟਾਈਨ ਕੀ ਹੈ, when due to lack of time, ਜਦੋਂ ਟਾਈਮ ਦੀ ਘਾਟ ਹੁੰਦੀ ਹੈ, ਡਿਮਾਂਡ ਫਾਰ ਗ੍ਰਾਂਟਸ ਆਰ ਪੁੱਟ ਟੂ ਵੋਟ ਵੈਦਰ ਦੇ ਆਰ ਡਿਸਕਸਡ, ਭਾਵੇਂ ਤਾਂ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਤੇ ਭਾਵੇਂ ਨਹੀਂ ਹੋਈਗੀ, ਸਿੱਧੀ ਬਸ ਵੋਟ ਪਵਾਉਂਦੇ ਆ ਔਨ ਦਾ ਲਾਸਟ ਡੇ ਆਫ ਦਾ ਅਲੋਟਡ ਟਾਈਮ, ਲਾਸਟ ਦਿਨ, ਠੀਕ ਆ। ਵੀ ਜਿਵੇਂ ਆਪਾਂ ਕਹਿ ਦਿੰਦੇ ਯਾਰ ਬਸ ਅੱਜ ਕੰਮ ਕਰਨਾ ਨਿਬੇੜਨਾ, ਬਸ ਖਿੱਚ ਦਿਓ ਭਾਈ ਜਿਵੇਂ ਮਰਜ਼ੀ, ਠੀਕ ਹੈ। ਸੋ ਉਹਨੂੰ ਕੀ ਕਹਿੰਦੇ ਆਪਾਂ, ਗਿਲੋਟਾਈਨ ਕਹਿੰਦੇ ਆ, ਠੀਕ ਹੈ। ਇਹ ਕਦੋਂ, ਬਾਈਟ ਦੇ ਲਾਸਟ ਦਿਨ ਇਹ ਗੱਲ ਹੁੰਦੀ ਹੈ, ਠੀਕ ਹੈ। ਬਾਈਟ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਮੈਂ ਤੁਹਾਨੂੰ ਕਹਿਣਾ ਵੀ ਸਰਕਾਰ ਦੀ ਆਮਦਨ ਬਾਰੇ ਵੀ ਗੱਲਬਾਤ ਹੋਣੀ ਹੁੰਦੀ ਹੈ, ਸਰਕਾਰ ਦੇ ਖਰਚਿਆਂ ਬਾਰੇ ਵੀ ਹੋਣੀ ਹੁੰਦੀ ਹੈ। ਸਰਕਾਰ ਦੇ ਖਰਚੇ ਕੋਈ ਇੱਕ ਮਿਨਿਸਟਰੀ ਦੇ ਖਰਚੇ ਥੋੜਾ, ਕਿੰਨੀਆਂ ਮਿਨਿਸਟਰੀਆਂ ਦੇ ਖਰਚੇ ਆ, ਮੈਂ ਤੁਹਾਨੂੰ ਦੱਸੀ ਜਾਂਦਾ। ਸਮਝ ਲੱਗ ਗਈ? ਔਖਾ ਲੱਗਿਆ ਕਿ ਸੌਖਾ ਲੱਗਿਆ ਹੈਗਾ? ਔਖਾ ਹੀ। ਠੀਕ ਹੈ, ਕਲੀਅਰ ਆ ਜਦੋਂ ਗੱਲਾਂ ਸਾਰੀਆਂ। ਜੈਰੀਮੈਂਡਰਿੰਗ ਕਿੱਡੀ ਘੈਂਟ ਚੀਜ਼ ਤੁਹਾਨੂੰ ਪਤਾ ਲੱਗੀ ਵੀ ਇਹ ਬੇਲੀ ਤਾਂ ਐਂ ਕਰਦੇ ਆ ਵੀ ਇੱਕ ਏਰੀਆ ਕੱਢ ਕੇ ਦੂਜੀ ਕੌਂਸਟੀਚੁਐਂਸੀ ਚ ਪਾ ਦਿੰਦੇ ਆ, ਦੂਜੀ ਚੋਂ ਕੱਢ ਕੇ ਉਹ ਪਹਿਲੀ ਚ ਪਾ ਦਿੰਦੇ ਆ, ਜਦੋਂ ਜਿੱਤਣਾ ਹਨਾ ਏਰੀਆ ਚ ਹੀ ਫਰਕ ਪਾ ਦਿੰਦੇ ਆ, ਵਾਰਡ ਹੀ ਚੇਂਜ ਕਰ ਦਿੰਦੇ ਆ ਬੰਦੇ ਦੀ ਵੋਟਾਂ ਵਧਾਉਣ ਮਾਰੇ। ਉਹ ਕੀ ਹੈ, ਜੈਰੀਮੈਂਡਰਿੰਗ। ਇਹ ਜੈਰੀਮੈਂਡਰਿੰਗ ਕਰਦੀ ਹੈ ਸਰਕਾਰ ਮੌਕੇ, ਤੁਸੀਂ ਦੇਖ ਲਿਓ ਹੁਣ ਵੀ ਰੌਲਾ ਪਊਗਾ ਜਦੋਂ ਆ ਵੋਟਾਂ ਪੈਣਗੀਆਂ ਨਾ, ਤੇ ਉਹ ਮੌਕੇ ਤੇ ਕੁਛ ਏਰੀਏ ਆ ਜਿਹੜੇ ਲੋਕਾਂ ਨੂੰ ਹੋਰ ਹੀ ਪਾਸੇ ਵਾੜ ਦੇਣਾ ਇਹਨਾਂ ਨੇ। ਤੇ ਚਲੋ ਇੰਨਾ ਕੁ ਆਪਣੇ ਇਹ ਸਪੈਸ਼ਲ ਜਿਹੜੀਆਂ ਟਰਮਾਂ ਸੀਗੀਆਂ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਇਹ ਵੀ ਪਾਰਲੀਮੈਂਟ ਦੀਆਂ ਟਰਮਾਂ, ਠੀਕ ਹੈ। ਤੇ ਇਹਨੂੰ ਲੈਕਚਰ ਨੂੰ ਸੁਣ ਲਿਓ ਇੱਕ ਵਾਰੀ ਫੇਰ, ਤੇ ਪੰਜਾਬੀ ਚ ਲਿਖ ਲਿਓ ਜਿਹੜੀ ਚੀਜ਼ ਆ ਵੀ ਜ਼ੀਰੋ ਆਵਰ ਕੀ ਆ, ਹਨਾ ਅਡਜਰਨਮੈਂਟ ਮੋਸ਼ਨ ਕੀ ਆ, ਇਹਨੂੰ ਕਾਹਦੇ ਚ ਲਿਖ ਲਓ ਜੇ, ਇੱਕ ਪੰਜਾਬੀ ਚ ਲਿਖ ਲਿਓ। ਪਹਿਲਾ ਬਲਤੇ ਮੈਨੂੰ ਆਨਸਰ ਦੱਸ ਯਾਰ, ਪਹਿਲਾ ਆਵਰ ਕੀ ਹੁੰਦਾ ਕਿਸੇ ਸੈਸ਼ਨ ਦਾ, ਹਨਾ ਦਿਨ ਦੇ ਵਿੱਚ ਪਹਿਲਾ ਆਵਰ ਕਿਹੜਾ, ਕੀ ਕਹਿੰਦੇ ਆ ਪਹਿਲੇ ਆਵਰ ਨੂੰ? ਜੀ ਉਹ ਜਿਹੜਾ ਹੁੰਦਾ ਸਟਾਰਟ ਹੁੰਦਾ ਹੈ। ਹੈਲੋ, ਹਾਂ ਬਈ, ਕਿਸੇ ਵੀ ਸਿਟਿੰਗ ਦੇ ਪਹਿਲੇ ਆਵਰ ਨੂੰ ਕੀ ਕਹਿੰਦੇ ਆ? ਜਿਵੇਂ 11 ਤੋਂ ਬਾਅਦ ਯਾਰ ਮੈਨੂੰ ਤੈਨੂੰ ਹੀ ਪਤਾ ਵੀ ਪਹਿਲਾ ਆਵਰ ਕਿਹੜਾ ਹੁੰਦਾ? ਪਹਿਲਾ ਆਵਰ ਕੁਐਸਚਨ ਬਈ। ਤੇ ਫਿਰ ਤੂੰ ਐਂ ਕਹਿ ਦੇ ਬਸ ਆਨਸਰ ਦੇ, ਕੁਐਸਚਨ ਆਵਰ ਹੁੰਦਾ 11 ਵਜੇ ਤੋਂ ਸ਼ੁਰੂ ਹੁੰਦੀ ਆ ਉਹ ਮੀਟਿੰਗ, ਤੇ 11 ਤੋਂ 12 ਕਿਹੜਾ ਹੁੰਦਾ? ਕੁਐਸਚਨ ਆਵਰ ਹੀ ਹੁੰਦਾ। ਤੇ ਪਹਿਲਾ ਆਵਰ ਕਿਹੜਾ ਬਣਿਆ ਫਿਰ? ਕੁਐਸਚਨ। ਸਿੱਧੀ ਜੀ ਗੱਲ ਹੈ, ਜਿਵੇਂ ਆਪਾਂ ਕਹਿ ਦਿੰਦੇ ਸਕੂਲ 'ਚ ਪਹਿਲਾ ਪੀਰੀਅਡ ਕਿਹੜਾ ਹੁੰਦਾ? ਜੇ 9 ਵਜੇ ਸਕੂਲ ਲੱਗਦਾ ਤੇ 9 ਤੋਂ 10 ਮੈਂ ਤੈਨੂੰ ਕੀ ਅੰਗਰੇਜ਼ੀ ਦਾ ਪੀਰੀਅਡ ਹੁੰਦਾ, ਤੇ ਮੈਂ ਤੈਨੂੰ ਕਹਾਂ ਪਹਿਲਾ ਪੀਰੀਅਡ ਕਾਹਦਾ ਹੁੰਦਾ? ਤੂੰ ਅੜੀ ਜਾਂਦਾ, ਤੂੰ ਸਿੱਧਾ ਕਹਿ ਵੀ ਅੰਗਰੇਜ਼ੀ ਦਾ ਬਸ, ਠੀਕ ਹੈ। ਕਲੀਅਰ ਕਰੋ ਚੀਜ਼ਾਂ, ਟੈਨਸ਼ਨ ਨਾ ਲਿਆ ਕਰੋ। ਜੇ ਕੋਈ ਚੀਜ਼ ਨਹੀਂ ਕਲੀਅਰ ਤਾਂ ਨਹੀਂ ਕਲੀਅਰ, ਤੁਸੀਂ ਪੁੱਛੋ। ਜੇ ਕਲੀਅਰ ਹੈ ਤਾਂ ਪੂਰੀ ਤਰ੍ਹਾਂ ਕਲੀਅਰ ਆ ਵੀ ਆਹੀ ਹੁੰਦਾ,
ਉਹ ਚਾਹੇ ਸੋਚਣ ਵਾਲੀ ਨਹੀਂ ਗੱਲ ਹੁੰਦੀ ਵੀ ਹਾਂ ਘਬਰਾ ਜਾਂਦੇ ਵੀ ਹਾਂ ਯਾਰ ਕਿਹੜਾ ਹੁੰਦਾ ਨਹੀਂ ਆਹ ਨਹੀਂ ਹੋ ਸਕਦਾ ਆਹ ਨਹੀਂ ਹੋ ਸਕਦਾ, ਪੂਰੀ ਕਲੀਅਰ ਕਰੋ ਦਿਮਾਗ 'ਚ। ਜੇ ਤੁਹਾਨੂੰ ਕਿਸੇ ਗੱਲ ਦਾ ਡਾਊਟ ਲੱਗਦਾ ਵੀ ਹਾਂ ਯਾਰ ਐਂ ਨਹੀਂਗਾ ਤੇ ਮੈਨੂੰ ਨਹੀਂ ਪਤਾ ਲੱਗਿਆ, ਪੁੱਛ ਲਓ। ਚਲੋ ਠੀਕ ਹੈ ਫਿਰ।